ਜਿਹੜੀਆਂ ਬੇਦਬੀਆਂ ਨੇ ਇਹ ਅੱਜ ਦੀਆਂ ਨਹੀਂ, ਇਹ 1977 ਤੋਂ ਲੈ ਕੇ ਸ਼ੁਰੂ ਹੋਈਆਂ ਨੇ। 1997 ਦੇ ਵਿੱਚ ਸਰਕਾਰ ਆਈ ਹੈ, ਉਦੋਂ ਵੀ ਹੋਈਆਂ ਨੇ। 2007 ਦੇ ਵਿੱਚ ਸਰਕਾਰ ਆਈ ਹੈ, ਉਦੋਂ ਵੀ ਹੋਈਆਂ ਨੇ। 2012 ਦੀ ਸਰਕਾਰ ਆਈ, ਉਦੋਂ ਵੀ ਹੋਈਆਂ ਨੇ। ਨਾਲੇ ਕੋਈ ਸਿਮਰਨ ਨਹੀਂ ਕਹਿ ਰਹੇ ਸੀ ਗਲਤ, ਬਿਲਕੁਲ ਗਲਤ ਹੈ। ਰਹਿਰਾਜ ਸਾਹਿਬ ਦਾ ਪਾਠ ਖਤਮ ਹੋ ਚੁੱਕਾ ਸੀ। ਜਦੋਂ ਐਸਪੀ ਜੈਨ ਲੰਘ ਰਿਹਾ ਸੀ ਉਹਦੇ ਰਸਤੇ ਦੇ ਵਿੱਚ ਖੈਬੜਬਾਜੀ ਹੋਈ, ਉੱਥੇ ਗੋਲੀ ਚੱਲੀ ਹੈ। ਕਾਂਗਰਸ ਤੇ ਕਾਂਗਰਸ ਦੇ ਏਜੰਟਾਂ ਨੇ ਆਪਣਾ ਕੰਮ ਕਰਨਾ ਹੀ ਹੈ, ਆਪਣੀ ਗੱਲ ਤਾਂ ਕਰਨੀ ਨਹੀਂ। ਇਹ ਆਪਣੀ ਗੱਲ ਦਾ ਜਵਾਬ ਦੇਣ ਵੀ ਕਾਂਗਰਸ ਨੇ ਕੀ ਕੀਤਾ ਇਹ ਦੱਸੇ। ਸਾਡੀ ਗੱਲ ਛੱਡਣ, ਅਸੀਂ ਮਾੜਾ ਕੀਤਾ ਚੰਗਾ ਕੀਤਾ, ਤੁਸੀਂ ਆਪਣਾ ਚੰਗਾ ਗਿਣਾਓ। ਕਿ ਇਸ ਬੇਅਦਬੀ ਕਾਂਡ ਦੇ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਦਾ ਅੱਜ ਤੱਕ ਕਿਉਂ ਨਹੀਂ ਬਿਆਨ ਜਾਰੀ ਹੋਇਆ? ਦੂਜੀ ਗੱਲ, ਜੋ ਹਾਈ ਕੋਰਟ, ਮਾਨਯੋਗ ਹਾਈ ਕੋਰਟ ਦਾ ਡਿਸੀਜਨ ਆਇਆ ਸੀਗਾ, ਅਕਾਲੀ ਦਲ ਵੱਲੋਂ ਐਡਾ ਖੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ। ਗੋਲੀ ਸਰਕਾਰ ਨੇ ਨਹੀਂ ਕਿ ਐਸਡੀਐਮ ਦਾ, ਮੌਕੇ ਤੇ ਐਸਡੀਐਮ ਨੇ ਦੱਸਣਾ ਹੁੰਦਾ ਗੋਲੀ ਚਲਾਉਂਦਾ। ਨਾਲੇ ਦੂਜੀ ਗੱਲ ਇੱਕ ਮਿੰਟ ਗੱਲ, ਹੁਣ ਗੱਲ ਕਿਉਂ ਨਹੀਂ ਸੁਣਦੇ? ਹੁਣ ਗੱਲ ਮੈਂ ਇਹਨਾਂ ਦਾ ਜਵਾਬ ਦੇ ਰਿਹਾ, ਤੁਹਾਡੇ ਪੈਰਾਂ ਨੂੰ ਕਿਉਂ ਅੱਗ ਲੱਗ ਗਈ? देखो भाई जी, मैं ना सिख होने के नाते आपका दर्द रख रहे हैं। हाँ, दर्द रखना चाहो, रखो। कोई पॉलिटिकल दर्द रखो। मैनू कोई पॉलिटिकल पार्टी ਜਿਹੜੀ ਮੈਂਸ਼ਨ ਨਹੀਂ ਕਰਦੀ ਆਪਾਂ ਬੈਂਸ ਦੇ ਨਾਲ ਸੀਗੇ, ਮੈਂਸ਼ਨ ਕਰਦੇ ਹੀ ਸੀਗੇ ਆਪਾਂ। ਮੇਰੀ ਗੱਲ ਸੁਣੋ, ਤੇ ਬੈਂਸ ਨੇ ਤਾਂ 22 ਕਰੋੜ 60 ਲੱਖ ਰੁਪਇਆ ਦਵਾਤਾ ਹੌਸਟਲ ਡਿਵੈਲਪਮੈਂਟ ਕਮੇਟੀ ਤੋਂ। ਤੇ ਉਹਨੇ ਬਲਤਕਾਰ ਕੀਤਾ, ਉਹਨੇ ਕਿਹੜਾ ਨਹੀਂ ਕੀਤਾ? ਬਲਤਕਾਰ ਵੀ ਤਾਂ ਕੀਤਾ ਹੀ ਆ, ਉਹ ਤਾਂ ਸਪਸ਼ਟ ਹੈ। ਜਿਹੜਾ ਸਾਹਮਣੇ ਆ ਉਹ ਤਾਂ ਆਪਾਂ ਨੂੰ ਦਿਖਦਾ ਨਹੀਂ। ਗੱਲ ਹੈ ਵੀ ਬਗੈਰ ਪ੍ਰੂਫਾਂ ਤੋਂ ਗੱਲ ਕਰਨੀ ਹੋਰ ਚੀਜ਼ ਆ, ਪ੍ਰੂਫਾਂ ਨਾਲ ਗੱਲ ਕਰਨੀ ਚਾਹੀਦੀ ਆ। ਪ੍ਰੂਫ ਇਹ ਤੁਹਾਡੇ ਲਿਖਤ ਨਾਲ ਪ੍ਰੂਫ ਨਹੀਂ, ਪ੍ਰੂਫ ਦਿਓ। ਮੇਰੇ ਕੋਲ ਤਾਂ ਹਾਈ ਕੋਰਟ ਦੀ ਜਜਮੈਂਟ ਪਈ ਹੈ। ਇੱਕ ਮਿੰਟ ਮੇਰੇ ਕੋਲ ਤਾਂ ਜਜਮੈਂਟ ਪਈ ਹੈ। ਐਵੇਂ ਨਜਾਇਜ਼ ਕਾਂਗਰਸ ਦੇ ਇਸ਼ਾਰਿਆਂ ਤੇ ਖੇਡਣ ਦੀ ਗੱਲ ਨਾ ਕਰੋ। ਬਗੈਰ ਕਾਂਗਰਸ ਤੁਹਾਨੂੰ ਸੀਐਮ ਕੈਪਟਨ ਕਿਉਂ ਨਹੀਂ ਚੇਤੇ ਆਉਂਦਾ ਜਿਹੜਾ 4.25 ਸਾਲ ਤੋਂ ਬਰੀ ਬੈਠਾ? ਸੱਚਾ ਸਿੱਖ ਦਾ ਮਤਲਬ ਕੀ ਹੈ ਪਤਾ ਤੈਨੂੰ? ਸੱਚਾ ਸਿੱਖ ਦਾ ਮਤਲਬ ਪਤਾ ਕੀ ਮਤਲਬ ਹੁੰਦਾ? ਕੀ ਮਤਲਬ ਹੁੰਦਾ ਸੱਚਾ ਸਿੱਖ ਦੀ? ਗੱਲ ਤੁਸੀਂ ਡੈਫੀਨੇਸ਼ਨ ਨਹੀਂ ਦੇ ਸਕਦੇ। ਤੁਸੀਂ ਸੱਚੇ ਸਿੱਖ ਦੀ ਡੈਫੀਨੇਸ਼ਨ ਨਹੀਂ ਦੇ ਸਕਦੇ। ਨਹੀਂ ਦੇ ਸਕਦੇ ਆਪਾਂ। ਪਹਿਲਾਂ ਆਪਣੇ ਆਪ ਨੂੰ ਸੱਚਾ ਸਿੱਖ ਬਣੋ, ਫਿਰ ਗੱਲ ਕਰਿਓ, ਦੂਜੇ ਨਾਲ ਗੱਲ ਨਾ ਕਰੋ। ਬਈ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਇਹ ਘਟਨਾ ਹੋਈ, ਬਿਲਕੁਲ ਪੁਲਿਸ ਆਣੇ ਸੱਤੀ ਨਹੀਂ ਸੀ। ਜੇ ਬਾਦਲ ਸਾਹਿਬ ਚਾਹੁੰਦੇ, ਸਰਕਾਰ ਚਾਹੁੰਦੀ, ਨੀਅਤ ਸਾਫ਼ ਹੁੰਦੀ ਤਾਂ ਚੱਕ ਇਹਨਾਂ ਨੂੰ 2 ਮਿੰਟ ਫਾਹੇ ਲੱਗ ਸਕਦੇ ਸੀ ਬੰਦੇ। ਇਹੀ ਕੰਮ ਹੁਣ ਸਾਡੇ ਕੈਪਟਨ ਸਰਕਾਰ ਕਰ ਰਹੀ ਆ। ਇਹੀ ਕੰਮ ਕੈਪਟਨ ਸਰਕਾਰ ਨੇ ਕਰਤਾ। ਜ਼ੀਰੋ ਲਾ ਕੇ ਲੱਡੂ ਵੰਡਦੇ ਪਏ ਤੁਸੀਂ, ਜ਼ੀਰੋ ਲਾ ਕੇ। ਹਾਂ ਮੈਨੂੰ ਯਾਰ ਕੰਪਲੀਟ ਗੱਲ ਕਰਦੇ ਪਏ। ਤੁਸੀਂ ਸਿਆਸਤ ਕਰਨ ਆਏ ਹੋ, ਤੁਸੀਂ ਕੰਮ ਥੋੜਾ ਕਰਨ ਆਏ ਹੋ। ਤੁਸੀਂ ਸਿਆਸਤ ਕਰਨ ਆਏ ਹੋ। ਨਾ ਤੁਸੀਂ ਸਿਰਫ ਸਿਆਸਤ ਕਰਨ ਆਏ ਹੋ, ਹੋਰ ਕੁਝ ਨਹੀਂ ਕਰਨਾ ਹੈ। ਤੁਹਾਨੂੰ ਸਿਰਫ ਸਿਆਸਤ ਆਂਦੀ ਹੈ। 15 ਸਾਲ ਤੁਸੀਂ ਲੁਕੇ, ਹੁਣ ਤੁਹਾਨੂੰ ਸਿਆਸਤਾਂ ਯਾਦ ਆ ਗਈਆਂ। ਅਸੀਂ ਚਾਹੁੰਦੇ ਆ ਵੀ ਇਹ ਜਿਹੜੇ ਸੱਚਾਈਆਂ ਬਾਹਰ ਆਣ, ਇਹਨੂੰ ਪੋਲੀਟੀਕਲ ਮੁੱਦਾ ਨਾ ਰੋਲਿਆ ਜਾਵੇ। ਮੈਂ ਬਾਰ-ਬਾਰ ਕਹਿੰਦਾ ਇਹ ਪੋਲੀਟੀਕਲ ਮੁੱਦੇ ਨੂੰ ਨਾ ਰੋਲਿਆ ਜਾਵੇ। ਇਹਦੀ ਸੱਚਾਈ ਬਾਹਰ ਆਣੀ ਚਾਹੀਦੀ ਹੈ। ਜਿਹੜੇ ਗੁਰੂ ਮਹਾਰਾਜ ਦੇ ਦੋਸ਼ੀ ਪਹਿਲਾਂ ਸੀ, ਚਾਹੇ ਅੱਜ ਆ ਚਾਹੇ ਕੱਲ ਹੈ, ਉਹਨਾਂ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ। ਮੈਂ ਤਾਂ ਆਪ ਕਹਿੰਦਾ, ਅਸੀਂ ਤਾਂ ਅਰਦਾਸ ਕਰਦੇ, ਪਰ ਸਾਡਾ ਗੁਰੂ ਬੜਾ ਸਮਰੱਥ ਜੇ। ਉਹਨਾਂ ਸਪਸ਼ਟ ਜ਼ਿਕਰ ਕੀਤਾ ਕਿ ਮੌਜੂਦਾ ਕਾਂਗਰਸ ਸਰਕਾਰ ਦਾ ਉਸ ਨੂੰ ਖੁੱਲ ਕੇ ਤਾਪੜਾ ਸੀ। ਬਿਲਕੁਲ ਤਾਪੜਾ, ਠੀਕ ਹੈ। ਹਾਂ, ਕਹਿ ਚੁੱਕੇ। 64 ਨੰਬਰ ਅਗਲਾ ਬੰਨਾ ਵੀ ਪੜ੍ਹ ਲਓ। 64 ਨੰਬਰ ਤੇ ਕੁੰਵਰ ਵਿਜੇ ਪ੍ਰਤਾਪ ਨੇ ਖੁਦ ਪ੍ਰਵਾਨ ਕੀਤਾ ਕਿ ਬਤੌਰ ਜਾਂਚ ਅਧਿਕਾਰੀ ਉਹ ਸਰਕਾਰ ਦੀਆਂ ਸਿੱਧੇ ਹਦਾਇਤਾਂ ਤੇ ਕੰਮ ਕਰਦਾ ਰਿਹਾ। ਜਦੋਂ ਸਾਡੀ ਸਰਕਾਰ ਦੇ ਵਿੱਚ ਹੋਈ, ਅਸੀਂ ਇਹਦੀ ਜ਼ਿੰਮੇਵਾਰੀ ਲੈਂਦੇ ਆ, ਦੁੱਖ ਪ੍ਰਗਟ ਕਰਦੇ ਆ। ਮਾੜੀ ਗੱਲ ਹੋਈ ਆ। ਇੱਕ ਚੀਜ਼ ਤਾਂ ਸਾਹਮਣੇ ਪ੍ਰੂਫ ਹੋ ਗਿਆ ਵੀ ਹਾਈ ਕੋਰਟ ਦੇ ਵਿੱਚ ਉਹ ਅਗਲਾ ਐਗਰੀਡ ਕਰ ਗਿਆ। ਤੁਸੀਂ ਕਹਿ ਰਹੇ ਵੀ ਉਹ ਵੀ ਮੰਨਣ, ਇਹ ਕੋਈ ਗੱਲ ਥੋੜਾ ਬਣਦੀ ਵੀ ਉਹ ਮੰਨੇ ਤੇ ਉਹ ਵੀ ਮੰਨਣ। ਇਹ ਬਖਸ਼ੇ ਜਾਣੇ ਨਹੀਂ ਚਾਹੀਦੇ, ਕੋਈ ਵੀ ਹੁਣ ਬਖਸ਼ੇ ਨਹੀਂ ਜਾਣੇ ਚਾਹੀਦੇ। ਪਰ ਗੁਰੂ ਮਹਾਰਾਜ ਸਮਰੱਥ ਹੈ, ਪਤਾ ਲੱਗ ਜਾਏਗਾ। ਕੀੜੇ ਪੈ ਜਾਣਗੇ ਉਹ ਬੰਦਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਪਰਮੇਸ਼ਰ ਸਿੰਘ ਬੇਰਕਲਾਂ ਤੇ ਤੁਸੀਂ ਵੇਖ ਰਹੇ ਹੋ ਬ੍ਰੇਕਿੰਗ ਨਿਊਜ਼ ਪੰਜਾਬ। ਅੱਜ ਇਸ ਚੈਨਲ ਦੇ ਸਟੂਡੀਓ ਤੇ ਆਪਾਂ ਇਸ ਗੱਲਬਾਤ ਲਈ ਤਿਆਰ ਹੋਏ ਹਾਂ। ਜਿਹੜਾ ਮਾਮਲਾ ਬਹੁਤ ਪਿਛਲੇ 7 ਸਾਲਾਂ ਤੋਂ ਤਕਰੀਬਨ ਚੱਲ ਰਿਹਾ ਪੰਜਾਬ ਦੇ ਵਿੱਚ। ਵੈਸੇ ਇਹ ਘਟਨਾਵਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ, ਪਰ ਪਿਛਲੇ 6-7 ਸਾਲ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਘਟਨਾਵਾਂ ਬੇਹੱਦ ਵੱਧ ਗਈਆਂ ਸਨ। ਖਾਸ ਕਰਕੇ ਜਦੋਂ ਅਕਾਲੀ ਦਲ ਬਾਦਲ ਦੀ ਸਰਕਾਰ ਸੀ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ, ਉਸ ਵੇਲੇ ਜਿਹੜੀਆਂ ਹੌਲਨਾਕ ਘਟਨਾਵਾਂ ਵਾਪਰੀਆਂ, ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ
14 ਅਕਤੂਬਰ 2015 ਨੂੰ ਬਰਗਾੜੀ ਵਿਖੇ ਇੱਕ ਵੱਡੀ ਘਟਨਾ ਹੋਈ ਸੀ। ਉਸ ਦੇ ਪਿਛੋਕੜ ਦੇ ਵਿੱਚ ਗੱਲ ਇਹ ਸੀਗੀ ਕਿ 1 ਜੂਨ 2015 ਨੂੰ ਜਵਾਰਵਾਲਾ ਪਿੰਡ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਕੁਝ ਅਣਪਛਾਤੇ ਬੰਦਿਆਂ ਨੇ ਚੋਰੀ ਕਰ ਲਿਆ ਸੀ ਔਰ ਉਸ ਚੋਰੀ ਤੋਂ ਕਈ ਮਹੀਨੇ ਬਾਅਦ ਬਰਗਾੜੀ ਪਿੰਡ ਵਿੱਚ ਪਾਵਨ ਸਰੂਪ ਦੇ ਅੰਗਾਂ ਦੀ ਬੇਅਦਬੀ ਕਰਕੇ ਉਸ ਨੂੰ ਪਾੜ ਕੇ ਗਲੀਆਂ ਦੇ ਵਿੱਚ ਖਿਲਾਰ ਦਿੱਤਾ ਗਿਆ ਸੀ। ਇਹਨਾਂ ਸਾਰੀਆਂ ਘਟਨਾਵਾਂ ਦੇ ਰੋਸ ਵਜੋਂ ਬਰਗਾੜੀ ਅਤੇ ਬਹਿਬਲ ਕਲਾਂ ਇਲਾਕੇ ਦੇ ਵਿੱਚ ਪੰਜਾਬ ਭਰ ਤੋਂ ਪਹੁੰਚੀਆਂ ਹੋਈਆਂ ਸਿੱਖ ਸੰਗਤਾਂ ਨੇ ਸ਼ਾਂਤਮਈ ਢੰਗ ਤਰੀਕੇ ਨਾਲ ਰੋਸ ਧਰਨਾ ਜਾਰੀ ਕੀਤਾ ਹੋਇਆ ਸੀ ਔਰ ਉੱਥੇ 14 ਅਕਤੂਬਰ 2015 ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਉਸ ਵੇਲੇ ਡੀਜੀਪੀ ਸਮੇਤ ਸਿੰਘ ਸੈਣੀ ਦੀ ਅਗਵਾਈ ਹੇਠਲੀ ਪੁਲਿਸ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ 2 ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਉਸੇ ਮੁੱਦੇ ਤੇ ਬਹੁਤ ਸਾਰੀਆਂ ਘਟਨਾਵਾਂ ਉਸ ਤੋਂ ਬਾਅਦ ਵਾਪਰੀਆਂ ਨੇ ਔਰ ਅੱਜ ਆਪਾਂ ਇਸੇ ਮੁੱਦੇ ਤੇ ਚਰਚਾ ਕਰਨ ਲਈ ਅੱਜ ਇੱਥੇ ਇਕੱਠੇ ਹੋਏ ਹਾਂ। ਸਾਰੇ ਵੱਖੋ ਵੱਖਰੀਆਂ ਪਾਰਟੀਆਂ ਦੇ ਨੁਮਾਇੰਦੇ ਨੇ, ਆਪੋ ਆਪਣੀ ਰਾਏ ਦੇਣਗੇ। ਪਿਛਲੇ ਦਿਨੀ ਇਸ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਵੱਡਾ ਫੈਸਲਾ ਦਿੱਤਾ ਸੀ ਔਰ ਜਿਹਦੇ ਵਿੱਚ ਪੰਜਾਬ ਸਰਕਾਰ ਦੀ ਪਿਛਲੇ ਸਾਲਾਂ ਦੌਰਾਨ ਬਣਾਈ ਹੋਈ ਵਿਸ਼ੇਸ਼ ਜਾਂਚ ਕਮੇਟੀ ਦੇ ਖਿਲਾਫ ਤਿੱਖੀਆਂ ਟਿੱਪਣੀਆਂ ਕੀਤੀਆਂ ਗਈਆਂ ਸਨ। ਉਹਦੇ ਬਾਰੇ ਵੀ ਚਰਚਾ ਹੋਏਗੀ। ਸਭ ਤੋਂ ਪਹਿਲਾਂ ਮੈਂ ਗੁਰਦੀਪ ਸਿੰਘ ਗੋਸ਼ਾ ਉਹਨਾਂ ਨੂੰ ਸਵਾਲ ਕਰੂੰਗਾ ਕਿਉਂਕਿ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਇਹ ਸਾਰਾ ਕੁਝ ਵਾਪਰਿਆ ਔਰ ਅਕਾਲੀ ਸਰਕਾਰ ਨੇ ਉਸ ਵੇਲੇ ਕੀ ਕੀਤਾ ਜਾਂ ਕੀ ਨਹੀਂ ਕੀਤਾ, ਇਹ ਇੱਕ ਵੱਡਾ ਸਵਾਲ ਹੈ। ਗੁਰਦੀਪ ਸਿੰਘ ਗੋਸ਼ਾ ਜੀ, ਤੁਸੀਂ ਇਸ ਮਾਮਲੇ ਦੇ ਵਿੱਚ ਰਾਜਨੀਤਿਕ ਪੱਖ ਤੋਂ ਵੀ ਜੁੜੇ ਹੋਏ ਹੋ, ਆਪਣੀ ਪਾਰਟੀ ਪੱਖੋਂ ਵੀ, ਔਰ ਬਤੌਰ ਇੱਕ ਸਿੱਖ ਹੋਣ ਦੇ ਨਾਤੇ ਤੁਹਾਡੀਆਂ ਭਾਵਨਾਵਾਂ ਨੇ। ਤੁਸੀਂ ਕੀ ਸਮਝਦੇ ਹੋ ਕਿ ਇਸ ਮੁੱਦੇ ਤੇ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਕੀ ਕੀਤਾ ਤੇ ਅੱਜ ਜਿਹੜੀ ਸਰਕਾਰ ਚੱਲ ਰਹੀ ਆ ਕਾਂਗਰਸ ਪਾਰਟੀ ਦੀ ਉਹਨੇ ਕੀ ਕੀਤਾ ਔਰ ਦੋਨਾਂ ਪਾਰਟੀਆਂ ਦੀਆਂ ਸਰਕਾਰਾਂ ਦੇ ਵਿੱਚ ਫਰਕ ਕੀ ਤੁਹਾਨੂੰ ਨਜ਼ਰ ਆਉਂਦਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਜਿਹੜਾ ਗੁਰੂ ਮਹਾਰਾਜ ਦੀ ਗੱਲ ਹੈ, ਕਿਉਂਕਿ ਸਮਰੱਥ ਗੁਰੂ ਹੈ ਸਾਡੇ, ਉਹਨਾਂ ਤੋਂ ਵੱਡੀ ਕੋਈ ਗੱਲ ਨਹੀਂ। ਜੇ ਉਹ ਤੋਂ ਬਗੈਰ ਹੋਂਦ ਦੀ ਗੱਲ ਕੀਤੀ ਜਾਵੇ ਤੇ ਹੋਂਦ ਨਹੀਂ ਹੈ, ਕਿਉਂਕਿ ਚੋ ਵਰਨਾ ਕੋ ਉਪਦੇਸ਼ ਸਾਂਝਾ, ਸਾਰਿਆਂ ਦੇ ਵਾਸਤੇ ਉਹਨਾਂ ਨੇ ਸਾਂਝਾ ਉਪਦੇਸ਼ ਦਿੱਤਾ। ਪਰ ਕੁਝ ਰਾਜਸੀ ਹਿੱਤਾਂ ਦੀ ਖਾਤਰ, ਕੁਝ ਪੰਜਾਬ ਦੇ ਮਾਹੌਲ ਖਰਾਬ ਕਰਨ ਦੀ ਖਾਤਰ ਜਿਹੜੀ 2015 ਦੇ ਵਿੱਚ, ਇਸ ਤੋਂ ਪਹਿਲਾਂ ਵੀ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ, ਪਹਿਲਾਂ ਵੀ 84 ਦੇ ਵਿੱਚ ਵੀ 2000 ਸਰੂਪਾਂ ਤੋਂ ਵੱਧ ਜਿਹੜੀ ਬੇਅਦਬੀ ਕੀਤੀ ਗਈ। ਟਾਈਮ ਟੂ ਟਾਈਮ ਕੋਈ ਨਾ ਕੋਈ ਇੱਦਾਂ ਦੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਸੀ। ਉਹਨਾਂ ਦਾ ਮਤਲਬ ਕੀ ਸੀ, ਉਹਨਾਂ ਦਾ ਮਕਸਦ ਕੀ ਹੈ? ਦੇਖੋ, ਉਹਨਾਂ ਦਾ ਇੱਕੋ ਇੱਕ ਮਕਸਦ ਹੈ ਕਿ ਪੰਜਾਬ ਦੇ ਵਿੱਚ ਅੱਗ ਲਗਾਉਣਾ। ਇਸ ਤੋਂ ਮਾੜੀ ਗੱਲ ਸਾਡੇ ਵਾਸਤੇ ਨਹੀਂ ਹੋ ਸਕਦੀ, ਕਿਉਂਕਿ ਮੈਂ ਸਿੱਖ ਵੀ ਹਾਂ, ਮੈਂ ਉਹ ਭਾਵਨਾ ਵੀ ਜੁੜਿਆ। ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਹੜਾ ਵਿਸ਼ਾਲ ਰੂਪ ਹੈ, ਉਹ ਇਕੱਲੇ ਸਿੱਖ ਤੱਕ ਨਹੀਂ ਸੀਮਤ ਹੈ, ਉਹ ਡੋਮੈਸਟਿਕ ਵਾਲ ਦੇ ਵਿੱਚ ਵੰਡਿਆ ਨਹੀਂ ਗਿਆ, ਉਹ ਸਾਰਿਆਂ ਵਾਸਤੇ ਸਾਂਝਾ ਹੈ। ਮੈਂ ਉਹਦੀ ਇੱਕ ਮਿੰਟ ਜੀ, ਮਤਲਬ ਜਿਹੜੀ ਗੱਲ ਕਰ ਰਹੇ ਹੋ ਕਿ ਬਤੌਰ ਸਿੱਖ ਸਾਡੀਆਂ ਸਾਰਿਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ, ਇਕੱਲੇ ਸਿੱਖ ਹੀ ਨਹੀਂ, ਬਹੁਤ ਸਾਰੇ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਗੈਰ ਸਿੱਖ, ਬਿਲਕੁਲ ਸਾਰੇ ਲੱਗੇ, ਸਾਰੇ ਦਾ ਸਤਿਕਾਰ ਕਰਦੇ ਆ, ਬਿਲਕੁਲ ਰਾਈਟ। ਲੇਕਿਨ ਅੱਜ ਦਾ ਮੁੱਦਾ ਇਹ ਆ ਕਿ ਅਕਾਲੀ ਸਰਕਾਰ ਦੇ ਸਮੇਂ ਜਦੋਂ 2015 'ਚ ਇਹ ਹੋਇਆ, ਉਸ ਤੋਂ ਬਾਅਦ 2017 'ਚ ਸਰਕਾਰ ਬਦਲੀ ਆ, 1.5 ਸਾਲ ਅਕਾਲੀ ਸਰਕਾਰ ਰਹੀ ਆ। ਉਹਨਾਂ ਸਰਕਾਰ ਨੇ ਕੀ ਕੀਤਾ ਇਸ ਮੁੱਦੇ 'ਚ? ਮੈਂ ਉਹੀ ਦੱਸ ਰਿਹਾ। ਉਸ ਤੋਂ ਬਾਅਦ ਹੁਣ ਜਿਹੜੀ ਸਰਕਾਰ ਆ ਕਾਂਗਰਸ ਦੀ, ਉਹ ਕੀ ਕਰ ਰਹੀ? ਦੇਖੋ, ਦੋਨਾਂ ਸਰਕਾਰਾਂ ਦਾ ਮਤਲਬ ਫਰਕ ਕੀ ਹੈ? ਪਰਮੇਸ਼ਰ ਜੀ, ਇੱਦਾਂ ਵੀ ਜਦੋਂ ਇਹ ਕਾਂਡ ਹੋਇਆ, ਸਾਡੀ ਜ਼ਿੰਮੇਵਾਰੀ ਸੀ, ਸਾਡੀ ਸਰਕਾਰ ਸੀ ਅਕਾਲੀ ਦਲ ਦੀ। ਦੇਖੋ, 2015 'ਚ ਨਾਲੇ ਨਾਲ ਸਿੱਟ ਵੀ ਬਣਾ ਦਿੱਤੀ ਗਈ ਸੀ, ਸਭ ਕੁਝ ਹੋਇਆ ਸੀ, ਪਰ ਸਾਰੇ ਜਥੇਬੰਦੀਆਂ, ਜਿੰਨੀਆਂ ਪੰਥਕ ਜਥੇਬੰਦੀਆਂ ਆਪਣੇ ਵੱਲੋਂ, ਚਲੋ ਠੀਕ ਹੈ, ਸਾਰੇ ਸਤਿਕਾਰਯੋਗ ਹੈ, ਸਾਰਿਆਂ ਨੇ ਰਲ ਮਿਲ ਕੇ ਗੱਲ ਕੀਤੀ ਕਿ ਇਹਦੀ ਜਾਂਚ CBI ਨੂੰ ਦਿੱਤੀ ਜਾਵੇ। ਸਾਨੂੰ ਪੰਜਾਬ ਸਰਕਾਰ ਤੇ ਭਰੋਸਾ ਨਹੀਂ ਹੈ, ਅਸੀਂ ਇਹ ਜਾਂਚ CBI ਨੂੰ ਦੇਤੀ। ਪਰ CBI ਨੂੰ ਜਾਂਚ ਦੇਣ ਤੋਂ ਬਾਅਦ ਵੀ ਸਿਰਫ ਇੱਕ ਮਿੰਟ ਜੀ, ਮੈਨੂੰ ਪਹਿਲਾਂ ਗੱਲ ਕੰਪਲੀਟ ਕਰਨਾ। ਤੁਸੀਂ ਬੋਲੇ ਹੋ, ਤੁਹਾਡੀ ਵਾਰੀ ਆਊਗੀ, ਤੁਸੀਂ ਬੋਲੇ ਹੋ। ਜੇ ਇੱਦਾਂ ਕਾਊਂਟਰ ਕਰਨਾ ਤੇ ਫਿਰ ਉਹ ਡਿਬੇਟ ਨਹੀਂ ਹੋਏਗੀ, ਕਿਉਂਕਿ ਅੱਗੇ ਵੀ 2-3 ਵਾਰੀ ਡਿਬੇਟਾਂ ਖਰਾਬ ਹੋ ਚੁੱਕੀਆਂ। ਚਲੋ CBI ਨੂੰ ਜਾਂਚ ਦਿੱਤੀ, ਖੱਟੜਾ ਸਾਹਿਬ ਦੀ ਵੈਸੇ ਰਿਪੋਰਟ ਬਣਾਈ ਸੀ, ਪਰ ਇਹਨਾਂ ਨੇ ਨਹੀਂ ਮੰਨੀ। ਉਹ CBI ਕੋ ਜਾਂਚ ਗਈ। ਗੱਲ ਪਹਿਲਾਂ ਸੁਣ ਲਓ ਜੀ, ਤੁਸੀਂ ਪਹਿਲਾਂ ਬੋਲ ਲੈਣਾ, ਮੈਨੂੰ ਤੁਸੀਂ ਉਹੀ ਚਰਨਜੀਤ ਸਿੰਘ ਚੰਨੀ ਜਿਹਨੇ ਕਿਸੇ ਦੇ ਨਾ ਮੰਨੀ। ਹੁਣ ਗੱਲ ਤਾਂ ਪਹਿਲਾਂ ਮੈਨੂੰ ਕਰ ਲੈਣ ਦਿਓ, ਸਾਡੀ ਮੰਨ ਲੈਣ ਦਿਓ, ਸਾਡੀ ਗੱਲ ਕਰ ਲੈਣ ਦਿਓ, ਫਿਰ ਤੁਸੀਂ ਆਪਣੀ ਵਾਰੀ ਪੂਰਾ ਗੱਲ ਆਪਣਾ ਜ਼ੋਰ ਲਾ ਲਿਓ। ਗੱਲ ਇਹ ਆ ਵੀ ਉਹ ਸਾਰੀ CBI ਕੋ ਜਾਂਚ ਚਲੇਗੀ। CBI ਜਾਂਚ ਤੋਂ ਬਾਅਦ CBI ਦਾ ਜਿਹੜਾ ਸੀਗਾ, ਇਲੈਕਸ਼ਨਾਂ ਦਾ ਟਾਈਮ ਆ ਗਿਆ, ਕੈਪਟਨ ਦੀ ਸਰਕਾਰ ਨੇ, ਕਾਂਗਰਸ ਸਰਕਾਰ ਹੋਵੇ ਚਾਹੇ ਆਮ ਆਦਮੀ ਦੀ ਵੱਡੀ ਸਰਕਾਰ ਹੋਵੇ, ਚਾਹੇ ਦੂਜੀਆਂ ਤੀਜੀਆਂ ਤਰਫ ਬੜਾ ਭੰਡਿਆ।
ਕਿਉਂਕਿ ਇੱਕ ਘਰ ਜੇ ਪਰਿਵਾਰ ਦਾ ਘਰ ਚੱਲਦਾ ਚੰਗਾ ਚੱਲਦਾ ਹੋਵੇ ਤਾਂ ਕਿਸੇ ਪਿਓ ਨੂੰ ਜਾਂ ਕਿਸੇ ਪਰਿਵਾਰ ਦੇ ਮੈਂਬਰ ਨੂੰ ਖੱਪ ਪਾਉਣ ਦੀ ਜ਼ਰੂਰਤ ਕੀ ਹੈ ਜਦੋਂ ਆਪ ਹੀ ਸੰਪੰਨ ਹੋਵੇ। ਪਰ ਚਲੋ ਮੈਂ ਗੱਲ ਕਰ ਦਿੰਦਾ, ਸਾਡੀ ਜ਼ਿੰਮੇਵਾਰੀ ਬਣਦੀ ਸੀ, ਅਸੀਂ ਉਹ ਜ਼ਿੰਮੇਵਾਰੀ ਨੂੰ ਬਖੂਬੀ ਸਮਝਿਆ, ਅਸੀਂ ਉਹਦੀ ਸਿੱਟ ਬਣਾਈ, ਸਾਰਾ ਕੁਝ ਕੀਤਾ। 5000 ਬੰਦਿਆਂ ਦੇ ਉੱਥੇ ਫਿੰਗਰਪ੍ਰਿੰਟ ਵੀ ਲਿੱਤੇ ਗਏ, ਉੱਥੇ ਸਾਰਾ ਕੁਝ ਤੁਹਾਨੂੰ ਵੀ ਸਾਰਾ ਕੁਝ ਪਤਾ। ਚਲੋ ਇਹ ਚੀਜ਼ਾਂ ਨਿਕਲ ਗਈਆਂ, ਸਰਕਾਰ ਕਾਂਗਰਸ ਦੀ ਆ ਗਈ, ਕਾਂਗਰਸ ਸਰਕਾਰ ਨੇ ਤੇ ਜੰਮ ਕੇ ਸਿਆਸਤ ਕੀਤੀ ਸੀਗੀ। ਕਾਂਗਰਸ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ, ਆਂਦੇ ਸਾਰ ਉਹਨਾਂ ਨੇ ਕਮਿਸ਼ਨ ਬਣਾਤਾ ਜੀ, CBI ਤੋਂ ਜਾਂਚ ਵਾਪਸ ਲੈ ਲਈ, CBI ਜੋ ਜਾਂਚ ਵਾਪਸ ਲੈ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਜਾਂਚ ਦੇਤੀ। ਵਿਜੇ ਕੁੰਵਰ ਪ੍ਰਤਾਪ ਸਿੰਘ ਦਾ ਜੋ ਹਾਲਾਤ, ਮੈਂ ਉਹ ਟਿੱਪਣੀਆਂ ਜ਼ਰੂਰ, ਕਿਉਂਕਿ ਤੁਸੀਂ ਕਾਂਗਰਸ ਸਰਕਾਰ ਦੀ ਗੱਲ ਕੀਤੀ, ਜਦੋਂ ਇਹਨਾਂ ਦੀ ਵਾਰੀ ਆਏਗੀ ਜ਼ਰੂਰ ਬੋਲਣ, ਉਹ ਕਾਊਂਟਰ ਕਰਨ ਆਪਣੀ ਗੱਲ ਦਾ। ਮੈਂ ਤੁਹਾਨੂੰ ਕੁਝ ਟਿੱਪਣੀਆਂ ਦੱਸ ਦੇਣਾ ਜਿਹੜੀਆਂ ਬਹੁਤ ਜ਼ਰੂਰੀ ਹੈ। 86 ਪੰਨਾ ਨੰਬਰ 86 'ਚ ਹਾਈ ਕੋਰਟ ਨੇ ਜੋ ਕੀਤਾ, ਕਹਿੰਦਾ ਵੀ ਇਹ ਜਾਂਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬਦਨੀਤੀ, ਬੇਹੁਦੀ, ਬੇਤੁਕੀ ਕੀਤੀ ਹੈ। ਇਹ ਹਾਈ ਕੋਰਟ ਦੇ ਹੈ, ਹਾਈ ਕੋਰਟ ਨੇ ਉਹਨਾਂ ਨੂੰ ਦਿੱਤਾ। ਫਿਰ ਉਹਨਾਂ ਨੇ ਇਸੇ ਹੀ ਜਾਂਚ ਦੇ ਵਿੱਚ ਮਾਫੀ ਮੰਗੀ, 5000 ਰੁਪਏ ਜੁਰਮਾਨਾ ਵੀ ਭਰਿਆ ਵਿਜੇ ਕੁੰਵਰ ਪ੍ਰਤਾਪ ਨੇ। ਫਿਰ ਇੱਕ ਮਿੰਟ ਜੀ, ਮੈਂ ਦੇ ਦੇਣਾ, ਹਾਂ ਸਭ ਕੁਝ ਹੈਗਾ, ਹਾਂ ਉਹ ਵੀ ਮੈਂ ਦੇਣਾ। ਪੰਨਾ ਨੰਬਰ 58 ਤੇ ਜੱਜ ਸਾਹਿਬ ਨੇ ਇਤਰਾਜ਼ ਕੀਤਾ ਕਿ ਕੁੰਵਰ ਵਿਜੇ ਪ੍ਰਤਾਪ ਨੇ ਆਪਣੇ ਅਹੁਦੇ ਤੇ ਤਾਕਤ ਦਾ ਗਲਤ ਇਸਤੇਮਾਲ ਕੀਤਾ ਹੈ। ਕਾਂਗਰਸ ਸਰਕਾਰ ਨੇ ਇਹ ਨੀਤੀ ਕਿਉਂ ਕਰਵਾਈ? ਕਿਉਂਕਿ ਉਹਦਾ ਇੱਕੋ ਇੱਕ ਟਾਰਗੇਟ ਸੀ ਵੀ ਬਾਦਲ ਪਰਿਵਾਰ ਨੂੰ ਬਦਨਾਮ ਕਰਨਾ, ਅਕਾਲੀ ਦਲ ਨੂੰ ਬਦਨਾਮ ਕਰਨਾ। ਪਰ ਉਹਨਾਂ ਨੇ ਇਹ ਨਹੀਂ ਸਮਝਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਭਾਵਨਾ ਸਮੁੱਚੀ ਦੁਨੀਆ ਦੀ ਜੁੜੀ ਹੋਈ ਹੈ। ਤੁਸੀਂ ਸੱਚ ਸਾਹਮਣੇ ਲੈ ਕੇ ਆਉਂਦੇ, ਸਾਨੂੰ ਵੀ ਚੰਗਾ ਲੱਗਦਾ ਵੀ ਤੁਸੀਂ ਜੇ ਤੁਹਾਡੇ ਕੋਲ ਜਾਂਚ ਆਈ ਹੈ, ਤੁਹਾਡੀ ਸਰਕਾਰ ਆਈ ਹੈ ਇਸ ਮੁੱਦੇ ਦੇ ਉੱਤੇ, ਤੁਸੀਂ ਉਹਦੀ ਜਾਂਚ ਕਰਦੇ। ਪਰ ਇਹਦੇ ਜਾਂਚ ਤੇ ਸਿਰਫ ਦੇਖੋ ਸਿਆਸਤ ਦੇ ਨਾਮ ਤੇ ਸਿਆਸਤ ਕੀਤੀ ਗਈ ਆ। ਚਾਹੇ ਕੋਈ ਵੀ ਆ, ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇੱਕੋ ਗੱਲ ਕਹੀ ਆ, ਅਰਦਾਸ ਅਸੀਂ ਵੀ ਸਾਰਿਆਂ ਨੇ ਅਰਦਾਸ ਕੀਤੀ ਹੈ ਵੀ ਜਿਨ੍ਹਾਂ ਨੇ ਵੀ ਇਸ ਮੁੱਦੇ ਦੇ ਉੱਤੇ ਰਾਜਨੀਤੀ ਕੀਤੀ ਹੈ ਜਾਂ ਇਹਦੀ ਬੇਦਬੀ ਕਰਾਈ ਹੈ ਜਾਂ ਬੇਦਬੀ ਦੇ ਉੱਤੇ ਸਿਆਸਤ ਕੀਤੀ ਹੈ ਜਾਂ ਜਿਨ੍ਹਾਂ ਨੇ ਕੀਤੀ ਹੈ, ਸਾਰਿਆਂ ਦਾ ਕੱਖ ਨਾ ਰਵੇ। ਅਸੀਂ ਤਾਂ ਅੱਜ ਬਾਰ-ਬਾਰ ਇਹੀ ਗੱਲ ਕਹਿੰਦੇ ਆ, ਬਾਰ-ਬਾਰ ਇਹੀ ਗੱਲ ਕਹਿੰਦੇ ਵੀ ਕੱਖ ਨਾ ਰਵੇ, ਵਾਕਈ ਕੱਖ ਨਾ ਰਵੇ। ਅੱਜ ਜੋ ਹਾਲਾਤ ਬਣ ਰਹੇ ਆ ਨਾ, ਮੈਂ ਉਹ ਦੁਬਾਰਾ ਦਾ ਜਵਾਬ ਦਊਂਗਾ ਜੀ ਤੁਹਾਡਾ, ਤੁਸੀਂ ਆਪਣਾ ਬੋਲਿਓ, ਮੇਰੇ ਨਾਲ ਕਾਊਂਟਰ ਨਾ ਕਰੋ। ਮੈਂ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਦਾ ਪਾਬੰਦ ਨਹੀਂ ਹੈਗਾ, ਮੈਂ ਪਰਮੇਸ਼ਰ ਜੀ ਦਾ ਹਰ ਗੱਲ ਦਾ ਜਵਾਬ ਦਊਂਗਾ, ਕਿਉਂਕਿ ਹਰ ਵਾਰ ਰਿਪੀਟ ਰੁੱਲ ਜਾਂਦੀ ਹੈ। ਹਾਂ, ਗੱਲ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਵੀ ਦੇਖੋ, ਅੱਜ ਵੀ ਇਸ ਤੇ ਸਿਰਫ ਸਿਆਸਤ ਹੋ ਰਹੀ ਹੈ। ਸਿਆਸਤ ਤੁਹਾਨੂੰ ਕਹਿ ਰਿਹਾ ਵੀ CBI ਨੂੰ ਜਾਂਚ ਦੇਣ ਦੀ ਮੰਗ ਕੀਤੀ, ਅਸੀਂ ਤਾਂ ਇਹਨਾਂ ਦੀ ਸਾਰੀ ਗੱਲ ਭਾਵਨਾ, ਅਸੀਂ ਭਾਵਨਾ ਸਮਝੀ। ਦੇਖੋ ਇਸ ਤੋਂ ਪਹਿਲਾਂ ਵੀ ਬੇਦਬੀਆਂ ਰਹੀਆਂ, ਹੁਣ ਕਾਂਗਰਸ ਰਾਜ 'ਚ ਬੇਦਬੀਆਂ, ਹੁਣ ਕਾਂਗਰਸ ਵਾਲੇ ਕਿਉਂ ਨਹੀਂ ਬੋਲਦੇ? ਹੁਣ ਪੰਥਕ ਆਗੂ ਕਿਉਂ ਨਹੀਂ ਬੋਲਦੇ? ਫਿਰ ਉਸ ਤੋਂ ਬਾਅਦ ਉਹਨੂੰ ਵਿਜੇ ਕੁੰਵਰ ਪ੍ਰਤਾਪ ਨੂੰ 골ਡ ਮੈਡਲ ਦੇਣ ਦੀ ਗੱਲ ਕੀਤੀ ਗਈ, ਬਾਬਾ ਬਲਜੀਤ ਸਿੰਘ ਦਾਦੂਵਾਲ ਸਾਹਿਬ। ਤੇ ਚਾਹੇ ਨਹੀਂ, ਗੱਲ ਕਹਿਣ ਦਾ ਮਤਲਬ ਹੈ ਕਿ ਉਹਨਾਂ ਨੇ ਕਿਹੜੀ ਮੱਲ ਮਾਰ ਰਹੀ ਸੀ। ਫਿਰ ਇੱਥੋਂ ਪਤਾ ਲੱਗਾ ਗਿਆ ਨਾ, ਸਭ ਕਲੀਅਰ ਗੱਲ ਬਾਹਰ ਆ ਗਈ ਕਿ ਇੱਥੇ ਸਿਰਫ ਸਿਆਸਤ ਕੀਤੀ ਜਾ ਰਹੀ ਹੈ, ਕਿਸੇ ਨੂੰ ਸੱਚ ਤੇ ਝੂਠ ਦਾ ਮਤਲਬ ਨਹੀਂ, ਇੱਥੇ ਸਿਆਸਤ ਕੀਤੀ ਜਾ ਰਹੀ ਹੈ ਪਰਮੇਸ਼ਰ ਜੀ, ਹੋਰ ਕੁਝ ਨਹੀਂ ਕੀਤਾ ਜਾ ਰਿਹਾ ਲੋਕਾਂ ਵੱਲੋਂ। ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਨੇ ਉਹਦੇ ਬਾਰੇ ਕਾਂਗਰਸ ਪਾਰਟੀ ਦੇ ਨੁਮਾਇੰਦੇ ਵੀ ਜਵਾਬ ਦੇਣਗੇ ਤੇ ਸ਼੍ਰੋਮਣੀ ਖਾਲਸਾ ਪੰਚਾਇਤ ਵੱਲੋਂ ਇਹ ਆਪਣਾ ਵੱਖਰਾ ਪੱਖ ਪੇਸ਼ ਕਰਨਗੇ। ਬਿਲਕੁਲ ਕਰਨਗੇ। ਉਸ ਤੋਂ ਪਹਿਲਾਂ ਛੋਟਾ ਜਿਹਾ ਪਿਛੋਕੜ ਜਿਹੜਾ ਇਸ ਘਟਨਾ ਦੇ ਵਿੱਚ ਜੁੜਿਆ ਹੋਇਆ ਉਹ ਮੈਂ ਤੁਹਾਨੂੰ ਯਾਦ ਕਰਾ ਦਿੰਨਾ ਕਿ 30 ਜੂਨ 2016 ਨੂੰ ਜਸਟਿਸ ਜੋਰਾ ਸਿੰਘ ਕਮਿਸ਼ਨ ਨੇ ਬਾਦਲ ਸਰਕਾਰ ਨੂੰ ਰਿਪੋਰਟ ਪੇਸ਼ ਕੀਤੀ ਸੀ, ਜਿਹੜਾ ਅਕਤੂਬਰ ਦੇ ਵਿੱਚ ਬਣਾਇਆ ਗਿਆ ਸੀ। ਅਕਤੂਬਰ ਦੇ ਵਿੱਚ ਉੱਥੇ ਗੋਲੀ ਚੱਲੀ ਆ। ਅਕਤੂਬਰ ਦੇ ਵਿੱਚ ਇਹ ਜਸਟਿਸ ਜੋਰਾ ਸਿੰਘ ਕਮਿਸ਼ਨ ਬਾਦਲ ਸਰਕਾਰ ਨੇ ਖੁਦ ਬਣਾਇਆ ਸੀ ਔਰ 8 ਮਹੀਨੇ ਲਗਾਤਾਰ ਉਹਨਾਂ ਨੇ ਜਾਂਚ ਪੜਤਾਲ ਕਰਕੇ ਰਿਪੋਰਟ ਦਿੱਤੀ ਸੀ ਬਾਦਲ ਸਰਕਾਰ ਨੂੰ। ਲੇਕਿਨ ਜੂਨ 2016 ਤੋਂ ਫਰਵਰੀ 2017 ਤੱਕ 8-9 ਮਹੀਨੇ ਲੰਘਣ ਦੇ ਬਾਵਜੂਦ ਬਾਦਲ ਸਰਕਾਰ ਨੇ ਕੱਖ ਨਹੀਂ ਕੀਤਾ। ਨਹੀਂ ਇਹ ਨਾ ਕਹੋ ਪ੍ਰਵੇਸ਼ਰ ਜੀ, ਤੁਸੀਂ ਪ੍ਰੈਸ ਵਾਲੇ ਹੋ, ਤੁਸੀਂ ਨਾ ਕਹੋ ਨਹੀਂ ਕੱਖ ਨਹੀਂ ਕੀਤਾ। ਜਿਹੜੇ 5000 ਦੇ ਜਿਹੜੇ 5000 ਬੰਦਿਆਂ ਦੇ ਜਿਹੜੀ ਫਿੰਗਰਪ੍ਰਿੰਟ ਲਿਓ ਵਰਕਿੰਗ ਨਹੀਂ ਹੋ ਰਹੀ ਸੀ, ਜੇ ਕੁਝ ਕਾਰਜ ਕੀਤਾ ਹੀ ਜਾ ਰਿਹਾ ਸੀ ਨਾ, ਕੁਝ ਨਾ ਕੁਝ ਤਾਂ ਕੀਤਾ ਜਾ ਰਿਹਾ। ਨਹੀਂ ਜੋ ਕੁਝ ਕੀਤਾ ਹੀ ਜਾ ਰਿਹਾ ਸੀ ਨਾ। ਮੇਰੀ ਗੱਲ ਸੁਣੋ ਸਰ ਪਲੀਜ਼, ਉਹ ਨਾ ਤੁਸੀਂ ਮੌਕਾ ਦੇਵਾਂਗੇ, ਤੁਹਾਨੂੰ ਮੌਕਾ ਦੇਵਾਂਗੇ। ਹਾਂ, ਮੈਂ ਇਹ ਗੱਲ ਕਹਿਣਾ ਚਾਹਨਾ ਪਰਮੇਸ਼ਰ ਜੀ, ਦੱਸ ਰਿਹਾ ਕਿ ਇਹ ਘਟਨਾਵਾਂ ਵਾਪਰੀਆਂ ਇਸ ਢੰਗ ਨਾਲ ਵਾਪਰੀਆਂ। ਪਰਮੇਸ਼ਰ ਜੀ ਗੱਲ ਮੈਂ ਕਹਿ ਰਿਹਾ ਵੀ ਅਕਾਲੀ ਦਲ ਪਾਰਟੀ ਦੀ ਜ਼ਿੰਮੇਵਾਰੀ ਬਣਦੀ ਸੀ, ਆਪਣੀ ਜ਼ਿੰਮੇਵਾਰੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਥੇਬੰਦੀਆਂ ਨੂੰ ਸਿਰਫ ਇੱਕੋ ਪ੍ਰੈਸ਼ਰ ਸੀ ਵੀ ਇਹਨਾਂ ਦੀ ਜਾਂਚ ਸਿਰੇ ਨਾ ਚੜੇ, ਅਸੀਂ CBI ਤੋਂ ਕਰਾਣੀ। ਜਦੋਂ CBI ਤੇ ਜਾਂਚ ਚੱਲ ਗਈ, ਇਹਨਾਂ ਨੇ ਵਾਪਸ ਮੰਗਾ ਲਈ। ਇਹ ਇਸ ਗੱਲਾਂ ਤੇ ਕਿਉਂ ਨਹੀਂ ਬੋਲਦੇ? ਇਸ ਗੱਲਾਂ ਤੇ ਸਵਾਲ ਕਿਉਂ ਨਹੀਂ ਉੱਠਦਾ? ਜੇ ਕਾਂਗਰਸ ਸਰਕਾਰ ਨੇ 4-5 ਗੱਲ ਸੁਣੋ ਮੇਰੀ, ਜੇ ਅੱਜ 4.25 ਸਾਲ ਹੋ ਗਿਆ, ਜੇ ਕਾਂਗਰਸ ਨੇ ਕੰਮ ਨਹੀਂ ਕੀਤਾ, ਜਵਾਬਦੇਹੀ ਅੱਜ ਉਹਨਾਂ ਦੀ ਬਣਦੀ ਆ। ਅਸੀਂ ਆਪਣਾ ਬੇਖੂਬੀ ਕੰਮ ਕੀਤਾ। ਮੈਂ ਤਾਂ ਕਹਿ ਰਿਹਾ, ਮੈਂ ਤਾਂ ਆਪ ਕਹਿ ਰਿਹਾ ਵੀ ਸਾਡੇ ਤੇ ਇੱਕ ਸੈਂਸਿਟਿਵ ਮਾਮਲਾ ਸੀ, ਬੜਾ ਪ੍ਰੈਸ਼ਰ ਸੀ, ਅਸੀਂ ਚਾਹੁੰਦੇ ਸੱਚ ਸਾਹਮਣੇ ਆਵੇ। ਪਰ ਜਥੇਬੰਦੀਆਂ ਦਾ ਮਤਲਬ ਇਹ ਜਿਹੜੇ ਲੋਕ ਠੀਕ ਹੈ, ਲੋਕ ਜਿਹੜੇ ਧਰਨੇ ਲਾ ਰਹੇ ਲੋਕ ਠੀਕ ਸੀ, ਲੋਕਾਂ ਦੇ ਮਨ ਦੀ ਭਾਵਨਾ ਜੁੜੀ। ਪਰ ਜਿਹੜੇ 4-5 ਬੰਦੇ ਜਿਨ੍ਹਾਂ ਨੂੰ ਸਿਰਫ ਸਿਆਸਤ ਦਾ ਮਤਲਬ ਸੀ, ਜਿਹੜੇ ਪਿੱਛੋਂ ਕਾਂਗਰਸ ਦੇ ਇਸ਼ਾਰੇ ਚੱਲ ਰਹੇ ਸੀ, ਉਹਨਾਂ ਨੇ ਕਿਹੜੇ ਪਾਸੇ ਲੈ ਗਏ? ਉਹ ਤਾਂ ਕਹਿੰਦੇ ਸੀ ਉੱਠਣਾ ਨਹੀਂ, ਫਿਰ ਉਹ ਬਾਅਦ ਚੋਂ ਕਾਂਗਰਸ ਦੇ ਕਹਿੰਦੇ ਕਿ ਉੱਠ ਗਏ। ਛੋਟੀ ਜਿਹੀ ਬੇਨਤੀ, ਚਲੋ ਤੁਸੀਂ ਇਹਨਾਂ ਨਾਲ ਗੱਲ। ਸ਼੍ਰੋਮਣੀ ਖਾਲਸਾ ਪੰਚਾਇਤ ਦੇ ਨੁਮਾਇੰਦੇ ਚਰਨਜੀਤ ਸਿੰਘ ਚੰਨੀ ਇਸ ਮਾਮਲੇ ਤੇ ਵੀ ਇਹ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਆ ਔਰ
ਬਾਦਲ ਸਰਕਾਰ ਨੇ ਇਹਦੇ ਵਿੱਚ ਕੀ ਕੀਤਾ ਜਾਂ ਕਾਂਗਰਸ ਸਰਕਾਰ ਨੇ ਕੀ ਨਹੀਂ ਕੀਤਾ, ਇਹਦੇ ਬਾਰੇ ਇਹਨਾਂ ਦੀ ਆਪਾਂ ਟਿੱਪਣੀ ਲੈਂਦੇ ਹਾਂ। ਦੇਖੋ ਜਿਹੜੀਆਂ ਗੱਲਾਂ ਪੁਰਾਣੀਆਂ ਨੇ ਵੀ ਜੂਨ ਤੋਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਤਸ਼ਾਹ ਦਾ ਸਰੂਪ ਚੁੱਕਿਆ ਤਾਂ ਉਹਨਾਂ ਨੇ ਮਤਲਬ ਇੱਕ ਚੈਲੰਜ ਕਰਕੇ ਚੁੱਕਿਆ। ਉਹਨਾਂ ਨੇ ਕਿਹਾ ਵੀ ਅਸੀਂ ਸਿੱਖਾਂ ਦਾ ਗੁਰੂ ਚੁੱਕ ਕੇ ਲੈ ਗਏ ਆ ਤੇ ਜੇ ਸਿੱਖਾਂ ਦੇ ਵਿੱਚ ਤਾਕਤ ਹੈ ਤੇ ਉਹ ਮਤਲਬ ਕਿ ਉਹ ਲੱਭ ਲੈਣ। ਜਿਹੜੀ ਗੋਸ਼ਾ ਜੀ ਨੇ ਗੱਲ ਕੀਤੀ ਕਿ ਮਤਲਬ ਕਿ ਉਹ ਫਿੰਗਰਪ੍ਰਿੰਟ ਲਏ, ਮੈਂ ਵੀ ਇਹੀ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਬੰਦਾ ਪਰਚਾ ਲਾ ਕੇ ਚਲਾ ਗਿਆ ਉਹ ਤਾਂ ਲਿਖਤੀ ਲਾਇਆ ਦੀਵਾਰਾਂ ਦੇ ਉੱਤੇ ਲਿਖ ਕੇ ਲਾਇਆ ਕਿ ਸਿੱਖਾਂ ਦਾ ਗੁਰੂ ਸਾਡੇ ਕੋਲ ਹੈ ਤੇ ਜਿਹਦੇ ਜੀਵਨ ਤੋਂ ਲੱਭ ਲਓ। ਫਿੰਗਰਪ੍ਰਿੰਟ ਤਾਂ ਉਸ ਇਲਾਕੇ ਦੇ ਵਿੱਚ ਜਿੱਥੇ ਪਰਚਾ ਲੱਗਿਆ ਫਿੰਗਰਪ੍ਰਿੰਟ ਲੈ ਕੇ ਤੇ ਉੱਥੋਂ ਦੇ 5-7-10 ਲੋਕਾਂ ਦੇ ਫਿੰਗਰਪ੍ਰਿੰਟ ਮਿਲਾ ਕੇ ਤੇ ਉਹ ਦੋਸ਼ੀ ਦੇ ਉਸੇ ਵੇਲੇ ਫੜੇ ਜਾਂਦੇ ਸੀ। ਪਰ ਲੇਕਿਨ ਸਮੱਸਿਆ ਕੀ ਹੈ ਜੀ ਗੋਸ਼ਾ ਜੀ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸੀ ਉਦੋਂ ਫਿੰਗਰਪ੍ਰਿੰਟ ਦੇ ਉੱਤੇ ਤਾਂ ਕੰਮ ਹੋਇਆ ਹੀ ਨਹੀਂ। ਇੱਥੋਂ ਤੱਕ ਕਿ ਜਿਹੜੇ ਬੰਦੇ ਨੇ ਬਠਿੰਡੇ ਦੇ ਵਿੱਚ ਸਿੱਧੂ ਨਾਂ ਦੇ ਬੰਦੇ ਨੇ 5000 ਬੰਦੇ ਦਾ ਮੇਰੀ ਬੇਨਤੀ ਸੁਣੋ 5000 ਬੰਦੇ ਇਹ ਰਿਕਾਰਡ ਹੈ, ਪ੍ਰੇਮੀਆਂ ਦੇ ਉੱਤੇ ਰਿਪੋਰਟ ਕੀਤੀ, ਰਿਕਾਰਡ ਹੈ। ਉਹ ਰਿਪੋਰਟ ਵੀ ਨਹੀਂ ਮੰਨੀ ਗਈ। ਉਹਨੇ ਆਖਰ ਅਦਾਲਤ ਵਿੱਚ ਕੇਸ ਕੀਤਾ, ਅਦਾਲਤ ਦੇ ਵਿੱਚੋਂ ਉਹਨੂੰ ਕੇਸ ਵਾਪਸ ਲੈਣ ਲਈ ਉਹਦੇ ਕਾਰੋਬਾਰ ਬੰਦ ਕੀਤੇ ਗਏ, ਉਹਦੇ ਤੇ ਕੇਸ ਪਾਏ ਗਏ, ਉਹਨੂੰ ਡਿਸਟਰਬ ਕੀਤਾ ਗਿਆ। ਚਲੋ ਮੈਂ ਕਹਿੰਦਾ ਇਹ ਸਰਕਾਰਾਂ ਇਸ ਤਰ੍ਹਾਂ ਕਰਦੀਆਂ ਨੇ, ਲੇਕਿਨ ਤੁਸੀਂ ਜੋਰਾ ਸਿੰਘ ਕਮਿਸ਼ਨ ਦੀ ਗੱਲ ਕੀਤੀ ਹੈ। ਜੋਰਾ ਸਿੰਘ ਕਮਿਸ਼ਨ ਨੇ ਤਾਂ ਰਿਪੋਰਟ ਦੇ ਦਿੱਤੀ ਬਾਦਲ ਸਾਹਿਬ ਨੂੰ ਵੀ ਆ ਚੱਕੋ ਜੀ, ਉਹਦੇ ਉੱਤੇ ਬੰਦ ਹੀ ਰੱਖੇਗੀ, ਉਹਨੂੰ ਤਾਂ ਵਿਚਾਰਿਆਂ ਨੂੰ ਬਾਹਰ ਕੁਰਸੀ 'ਤੇ ਬਿਠਾਈ ਰੱਖਿਆ, ਉਹਨੂੰ ਤਾਂ ਗੱਲਬਾਤ ਹੀ ਨਹੀਂ ਪੁੱਛੀ ਵੀ ਤੂੰ ਕਰਨ ਕੀ ਆਇਆ ਇੱਥੇ, ਤੇ ਅਖੀਰ ਆ ਕੇ ਉਹ ਟੇਬਲ ਉੱਤੇ ਰੱਖ ਕੇ ਤੇ ਉੱਠ ਕੇ ਚਲਾ ਗਿਆ, ਬੇਇੱਜ਼ਤ ਹੋ ਕੇ ਗਿਆ। ਬਾਦਲ ਸਾਹਿਬ ਦਾ ਰਿਕਾਰਡ ਹੈ, ਉਹਨਾਂ ਨੇ ਅੱਜ ਤੱਕ ਆਪਣੀ ਸਰਕਾਰ ਦੇ ਹੁੰਦਿਆਂ ਕੁਝ ਵੀ ਹੋਇਆ ਨਾ ਜਦੋਂ ਉਹਨਾਂ ਨੇ ਕਿਸੇ ਕਮਿਸ਼ਨ ਦੀ ਰਿਪੋਰਟ ਮੰਨੀ ਨਹੀਂ। ਇੱਥੋਂ ਤੱਕ ਕਿ ਜਦੋਂ 38 ਨਕਸਲਾਈਟ ਕਤਲ ਹੋਏ ਉਦੋਂ ਚਲੋ ਪੁਰਾਣੀਆਂ ਗੱਲਾਂ ਨੇ, ਆਪਾਂ ਤੇ ਇਸ ਤਾਜ਼ਾ ਮੁੱਦੇ ਤੇ ਚਲੋ ਆਪਾਂ ਤਾਜ਼ੇ ਮੁੱਦੇ ਹੀ ਮੇਰਾ ਕਹਿਣਾ ਮਤਲਬ ਕਾਂਗਰਸ ਨੇ ਕੀ ਕੀਤਾ ਪਹਿਲਾਂ ਤੇ ਹੁਣ ਦੇ ਵਿੱਚ ਇਹਦੇ ਵੀ ਤਾਂ ਬਲੜਾ ਹਾਂ ਵੇ ਦੱਸੋ ਨਾ, ਮੈਂ ਉਹਦਾ ਜਵਾਬ ਦਊਂਗਾ ਤੁਹਾਨੂੰ ਰਿਪੋਰਟ 'ਚ ਹੀ, ਹਾਈ ਕੋਰਟ ਦੀ ਰਿਪੋਰਟ 'ਚ ਜਵਾਬ ਦਊਂਗਾ ਲਿਖਤੀ, ਪੰਨਾ ਨੰਬਰ ਵੀ ਦੱਸੂਗਾ। ਮੇਰਾ ਮਤਲਬ ਇਹ ਹੈ ਕਿ ਮਤਲਬ ਕਿ ਦੋਸ਼ ਲੱਗਿਆ ਸੋਧਾ ਸਾਹਿਬ ਤੇ ਕਿ ਇਹਨੇ ਗੁਰੂ ਗੋਬਿੰਦ ਸਿੰਘ ਦੀ ਨਕਲ ਕੀਤੀ ਹੈ ਅੰਮ੍ਰਿਤ ਦੀ, ਉਸ ਦੋਸ਼ ਦੇ 'ਚ ਉਹਨੂੰ ਦੋਸ਼ੀ ਗਿਣਿਆ ਗਿਆ ਤੇ 24 ਸਤੰਬਰ ਨੂੰ ਜਦੋਂ 2015 ਦੇ ਵਿੱਚ ਇਹਨੂੰ ਮਾਫੀ ਦਿੱਤੀ ਗਈ ਤੇ ਜਥੇਦਾਰਾਂ ਨੇ ਹੁਣ ਖੁਦ ਬਿਆਨ ਦਿੱਤਾ ਆਪ ਸਾਹਮਣੇ ਆ ਕੇ ਕਿ ਸਾਨੂੰ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਤੇ ਬੁਲਾ ਕੇ ਤੇ ਧੱਕੇ ਦੇ ਨਾਲ ਮਾਫੀ ਦਵਾਈ ਗਈ ਹੈ। ਉਹਦਾ ਰੋਸ ਪੈਦਾ ਹੋਇਆ, ਜਦੋਂ ਸੰਗਤਾਂ ਦੇ ਵਿੱਚ ਰੋਸ ਪ੍ਰੂਫ ਦੇ ਦੋਗੇ ਇਸ ਗੱਲ ਦਾ, ਐਵੇਂ ਗੱਲ ਨਾ ਕਰੋ, ਗੱਲ ਵੀ ਪ੍ਰੂਫ, ਮੈਂ ਤਾਂ ਪ੍ਰੂਫਾਂ ਨਾਲ ਗੱਲ ਕਰ ਰਿਹਾ ਹਾਂ, ਮੈਂ ਪ੍ਰੂਫ ਮੇਰੇ ਕੋਲ ਪ੍ਰੂਫ ਨਹੀਂ ਹੈਗੇ। ਹਾਂ 2015 ਚ ਜਦੋਂ ਰੋਸ ਪੈਦਾ ਹੋਇਆ, ਉਸ ਰੋਸ ਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਕਨਵਰਟ ਕਰਨ ਵਾਸਤੇ ਇਹ ਜਿਹੜੀ ਮਾਫੀ ਦਵਾਈ ਗਈ, ਮਾਫੀ ਦਾ ਧਿਆਨ ਦੇ ਚਲਾ ਗਿਆ ਤੇ ਲੋਕਾਂ ਉੱਥੇ ਸੰਗਤ ਬੈਠੀ ਹੈ, ਰੋਸ ਕਰ ਰਹੀ ਹੈ, ਸਿਮਰਤ ਕਰ ਰਹੀ ਹੈ। ਹੁਣ ਤੁਸੀਂ ਦੱਸੋ ਵੀ ਬਾਦਲ ਪ੍ਰਕਾਸ਼ ਸਿੰਘ ਜਿਹੜਾ ਹੈ ਉਹ ਮੁੱਖ ਮੰਤਰੀ ਪੰਜਾਬ ਹੈ, ਅਕਾਲੀ ਦਲ ਦਾ ਸਰਪ੍ਰਸਤ ਹੈ। ਸੁਖਬੀਰ ਸਿੰਘ ਬਾਦਲ ਸਰਕਾਰ ਦੇ ਵਿੱਚ ਗ੍ਰਹਿ ਮੰਤਰ ਜਿਹੜਾ ਵਿਭਾਗ ਹੈ ਉਹ ਸੁਖਬੀਰ ਸਿੰਘ ਬਾਦਲ ਕੋਲ ਹੈ। ਬੈਠੀ ਸੰਗਤ ਦੇ ਉੱਤੇ ਜਿਹੜੀ ਨਾ ਕੀਰਤਨ ਇਹਦਾ ਜਵਾਬ ਮੈਂ ਦਾਂਗਾ, ਝੂਠ ਦਾ ਜਵਾਬ ਮੈਂ ਦਾਂਗਾ, ਮੇਰੀ ਗੱਲ ਸੁਣੋ, ਝੂਠ ਦਾ ਜਵਾਬ ਦਊਂਗਾ। ਗੋਲੀ ਚੱਲਦੀ ਹੈ, ਹੁਣ ਉਹ ਗੋਲੀ ਜਿਹੜੀ ਹੈ ਪੰਜਾਬ ਸਰਕਾਰ ਦੇ ਕਹਿਣ ਤੋਂ ਬਗੈਰ ਕਿੱਦਾਂ ਝੂਠ ਦਾ ਦੇਖੋ ਇਹਦਾ ਜਵਾਬ ਲਓ ਮੇਰੇ ਕੋਲ ਜਵਾਬ ਲਓ। ਦਿਓ, ਮੈਂ ਤਾਂ ਕਹਿੰਦਾ ਜਵਾਬ ਹੈ ਚਰਨ ਸਿੰਘ ਚੰਨੀ ਜੀ, ਬੜੇ ਸਤਿਕਾਰਯੋਗ ਹੋ, ਤੁਹਾਡੀ ਉਮਰ ਵੀ ਬੜੀ ਵੱਡੀ ਹੈ, ਤੁਹਾਨੂੰ ਕਾਨੂੰਨ ਦੀ ਵੀ ਬੜੀ ਸਮਝ ਆ। ਗੋਲੀ ਸਰਕਾਰ ਨੇ ਨਹੀਂ ਕਿ ਐਸਡੀਐਮ ਦਾ ਮੌਕੇ ਤੇ ਐਸਡੀਐਮ ਨੇ ਦੱਸਣਾ ਹੁੰਦਾ ਗੋਲੀ ਚਲਾਉਂਦਾ। ਨਾਲੇ ਦੂਜੀ ਗੱਲ ਇੱਕ ਮਿੰਟ ਗੱਲ, ਹੁਣ ਗੱਲ ਕਿਉਂ ਨਹੀਂ ਸੁਣਦੇ? ਹੁਣ ਗੱਲ ਮੈਂ ਇਹਨਾਂ ਦਾ ਜਵਾਬ ਦੇ ਰਿਹਾ, ਤੁਹਾਡੇ ਪੈਰਾਂ ਨੂੰ ਕਿਉਂ ਅੱਗ ਲੱਗੀ? ਮੈਂ ਗੱਲ ਇਹਨਾਂ ਦੀ ਜਵਾਬ ਦੇ ਰਿਹਾ ਸੀ, ਤੁਹਾਡੇ ਪੈਰਾਂ ਨੂੰ ਅੱਗ ਲੱਗੀ? ਨਾ ਤੁਸੀਂ ਕਿਹਾ ਜਵਾਬ ਦਿਓ, ਮੈਂ ਜਵਾਬ ਦੇ ਰਿਹਾ। ਤੁਸੀਂ ਕਹੋ ਜਵਾਬ ਦਿਓ, ਮੈਂ ਜਵਾਬ ਦੇ ਰਿਹਾ, ਜਵਾਬ ਦੇ ਰਿਹਾ ਮੈਂ। ਨਾਲੇ ਕੋਈ ਸਿਮਰਨ ਨਹੀਂ ਕਹਿ ਰਹੇ ਸੀ, ਗਲਤ, ਬਿਲਕੁਲ ਗਲਤ ਹੈ। ਰਹਿਰਾਜ ਸਾਹਿਬ ਦਾ ਪਾਠ ਖਤਮ ਹੋ ਚੁੱਕਾ ਸੀ, ਜਦੋਂ ਐਸਪੀ ਜੈਨ ਲੰਘ ਰਿਹਾ ਸੀ ਉਹਦੇ ਰਸਤੇ ਦੇ ਵਿੱਚ ਖੈਬੜਬਾਜੀ ਹੋਈ, ਉੱਥੇ ਗੋਲੀ ਚੱਲੀ ਹੈ। ਗਲਤ ਗੱਲ ਨਾ ਕਹੋ, ਬਿਲਕੁਲ ਗਲਤ, ਝੂਠ ਨਾ ਫੈਲਾਇਆ ਕਰੋ, ਝੂਠ ਨਾ ਫੈਲਾਓ, ਸਪਸ਼ਟ ਦੱਸੋ। ਹਾਂ ਸਪਸ਼ਟ ਗੱਲ ਕਰੋ, ਝੂਠ ਨਾ ਫੈਲਾਓ, ਝੂਠ ਨਾ ਫੈਲਾਓ। ਸਾਰੀ ਦੁਨੀਆ ਨੂੰ ਹੁਣ ਸੱਚ ਪਤਾ ਲੱਗ ਚੁੱਕਾ ਆ, ਐਵੇਂ ਨਾ ਗੱਲ ਕਰੋ। ਤੁਹਾਡੀ ਗੱਲ ਅਸੀਂ ਜਰਾ ਕਿ ਬੋਲੇ ਤੁਸੀਂ ਨਹੀਂ, ਤੁਸੀਂ ਕਿਹਾ ਜਵਾਬ ਦਿਓ, ਮੈਂ ਜਵਾਬ ਦੇ ਰਿਹਾ ਸੀਗਾ। ਤੁਸੀਂ ਕਿਹਾ ਮੈਂ ਜਵਾਬ ਦਿਓ, ਤੁਸੀਂ ਕਿਹਾ ਮੈਂ ਜਵਾਬ ਦਿਓ। ਡੀਜੀਪੀ ਸੈਣੀ ਦੇ ਨਾਲ 22 ਟੈਲੀਫੋਨ ਰਾਤ ਨੂੰ 2 ਵਜੇ ਤੱਕ ਹੁੰਦੇ ਰਹੇ ਆ। ਸੈਣੀ ਨੇ ਮੈਂ ਤਾਂ ਹੈਰਾਨ ਹੈ, ਤੁਸੀਂ ਕਿਹੜੀ ਗੱਲ ਕਰਦੇ? ਉੱਥੇ ਲਿਖਿਆ ਵੀ ਕਿਸੇ ਨਾਲ ਗੱਲ ਕਰਨੀ ਮਾੜੀ ਨਹੀਂ ਗੱਲ ਹੁੰਦੀ। ਕੋਈ ਸੀਐਮ ਉਹ ਸੁੱਤੇ ਸੀਐਮ ਵਾਂਗ ਥੋੜਾ ਜਿਹਾ ਜਾਗਦੇ ਸੀਐਮ ਹੈ। ਜਿਹੜੀ ਜਥੇਦਾਰਾਂ ਨੇ ਮੁਆਫੀ ਦਾ ਫੈਸਲਾ ਕੀਤਾ, ਉਸ ਮੁਆਫੀ ਨੂੰ ਤਾਂ ਉਹਨਾਂ ਨੇ 16 ਅਕਤੂਬਰ ਨੂੰ ਵਾਪਸ ਵੀ ਲੈ ਲਿਆ ਤੇ ਸ਼੍ਰੋਮਣੀ ਕਮੇਟੀ ਨੇ 90 ਲੱਖ ਰੁਪਇਆ ਤੇ ਉਹਨਾਂ ਦੇ ਉੱਤੇ ਲਾਤਾ। ਉਹਨਾਂ ਅਖਬਾਰਾਂ 'ਚ ਇਸ਼ਤਿਹਾਰ ਦੇਣ ਉੱਤੇ ਹਰ ਗੱਲ ਨੂੰ ਛੁਪਾਉਣ ਦਾ ਯਤਨ ਕੀਤਾ ਗਿਆ। ਇਹ ਗੱਲਾਂ ਛੁਪਣ ਵਾਲੀਆਂ ਨਹੀਂ ਹੈ, ਇਹ ਜੱਗ ਜ਼ਹਿਰ ਨੇ।
ਕਿਸੇ ਵੀ ਰਿਪੋਰਟ ਨੂੰ ਤੁਸੀਂ ਇਹਨਾਂ ਨੇ ਕਿਹਾ ਜੀ ਹਾਈ ਕੋਰਟ ਨੇ ਜੀ ਵਿਜੇ ਚਲੋ ਇੱਕ ਪ੍ਰਤਾਪ ਨੂੰ ਮਿੰਟ। ਇਹ ਕਹਿਤਾ, ਉਹ ਕਹਿਤਾ। ਜੰਨੀ ਜੀ, ਹੁਣ ਮੈਂ- ਜੰਨੀ ਜੀ, ਆਪਾਂ ਸੰਖੇਪ ਰੱਖੀਏ ਗੱਲ ਨੂੰ, ਲੰਬਾ ਨਾ ਲੈ ਕੇ ਜਾਈਏ, ਆਪਾਂ ਸੰਖੇਪ ਰੱਖੀਏ। ਸੰਖੇਪ ਹੈ। ਗੱਲ ਹੈ ਵੀ ਬਗੈਰ ਪ੍ਰੂਫਾਂ ਤੋਂ ਗੱਲ ਕਰਨੀ ਹੋਰ ਚੀਜ਼ ਹੈ, ਪ੍ਰੂਫਾਂ ਨਾਲ ਗੱਲ ਕਰਨੀ ਚਾਹੀਦੀ ਹੈ। ਪ੍ਰੂਫ ਇਹ ਤੁਹਾਡੇ ਲਿਖਤ ਨਾਲ ਪ੍ਰੂਫ ਨਹੀਂ, ਪ੍ਰੂਫ ਦਿਓ। ਮੇਰੇ ਕੋਲ ਤਾਂ ਹਾਈ ਕੋਰਟ ਦੀ ਜਜਮੈਂਟ ਪਈ ਹੈ, ਇੱਕ ਮਿੰਟ ਮੇਰੇ ਕੋਲ ਤਾਂ ਜਜਮੈਂਟ ਪਈ ਹੈ। ਐਵੇਂ ਨਜਾਇਜ਼ ਕਾਂਗਰਸ ਦੇ ਇਸ਼ਾਰਿਆਂ ਤੇ ਖੇਡਣ ਦੀ ਗੱਲ ਨਾ ਕਰੋ। ਬਗੈਰ ਕਾਂਗਰਸ ਤੁਹਾਨੂੰ ਸੀਐਮ ਕੈਪਟਨ ਕਿਉਂ ਨਹੀਂ ਚੇਤੇ ਆਂਦਾ, ਜਿਹੜਾ ਅੱਜ 4.25 ਸਾਲ ਤੋਂ ਬਰੀ ਬੈਠਾ? ਕਿਉਂ ਨਹੀਂ ਚੇਤੇ ਆਂਦਾ ਤੁਹਾਨੂੰ? ਕਿਉਂ ਨਹੀਂ ਚੇਤੇ ਤੁਹਾਨੂੰ? ਬਾਦਲ ਕਿਉਂ ਚੇਤੇ ਆਂਦਾ? ਉਹਦਾ ਕਾਰਨ ਹੈ ਚੰਨੀ ਜੀ, ਉਹਦਾ ਕਾਰਨ ਇਹ ਹੈ ਕਿਉਂ ਚੇਤੇ ਨਹੀਂ ਆਂਦਾ, ਕਿਉਂਕਿ ਤੁਹਾਨੂੰ ਵੰਡੀਆਂ ਕਾਂਗਰਸ ਸਰਕਾਰ ਤੋਂ ਆ ਰਹੀਆਂ। ਇਹ ਨਵੀਂ ਤਾਂ ਗੱਲ ਹੈ ਹੀ ਨਹੀਂ। ਹਾਂ ਇੱਕ ਮਿੰਟ ਚੰਨੀ ਜੀ, ਇੱਕ ਮਿੰਟ। ਹਾਂਜੀ ਹਾਂਜੀ ਹਾਂਜੀ। ਇਦਾਂ ਆਪਣੀ ਗੱਲਬਾਤ ਅੱਗੇ ਨਹੀਂ ਚੱਲਣੀ। ਆਪਾਂ ਆਪਣੇ ਹਰੇਕ ਨੂੰ ਆਪਦਾ ਮੁੱਦਾ ਕਲੀਅਰ ਕਰ ਦਿਓ ਜੀ, ਫਿਰ ਉਹ ਸੰਖੇਪ ਕਾਂਗਰਸ ਪਾਰਟੀ ਤੋਂ ਰੁਪਿੰਦਰ ਸਿੰਘ ਸ਼ੀਲਾ ਜੀ ਇਹ ਵਕੀਲ ਵੀ ਨੇ ਔਰ ਅਦਾਲਤੀ ਸਾਰੀ ਕਾਰਵਾਈ ਨੂੰ ਵੀ ਸਮਝਦੇ ਆ। ਨੌਜਵਾਨ ਆਗੂ ਹੈ, ਪਿਛਲੇ ਕੁਝ ਸਾਲਾਂ ਤੋਂ ਇਹ ਕਾਫੀ ਸਰਗਰਮ ਹੈ। ਮੈਂ ਇਹਨਾਂ ਨੂੰ ਵੀ ਆਪਣੀ ਗੱਲ ਕਹਿਣ ਲਈ ਸੱਦਾ ਦੇਣਾ ਔਰ ਇਸ ਮਾਮਲੇ ਦੇ ਵਿੱਚ ਕਾਂਗਰਸ ਪਾਰਟੀ ਦੀ ਕੀ ਨਾਕਾਮੀ ਰਹੀ ਔਰ ਕਿਉਂ ਰਹੀ, ਇਹਦੇ ਬਾਰੇ ਥੋੜਾ ਜਿਹਾ ਇਹ ਸਪਸ਼ਟ ਕਰਨਾ। ਦੇਖੋ ਨਾਕਾਮੀ ਵਾਲੀ ਸਰਕਾਰ ਦੀ ਕੋਈ ਗੱਲ ਨਹੀਂ। ਸਰਕਾਰ ਆਪਣੇ ਪ੍ਰੋਪਰ ਤਰੀਕੇ ਨਾਲ ਜੋ ਕਾਨੂੰਨੀ ਢੰਗ ਆ ਉਹਦੇ ਅਨੁਸਾਰ ਪ੍ਰੋਪਰ ਜਿਹੜਾ ਆ ਉਹ ਕਾਰਵਾਈ ਜਾਂ ਜੋ ਵੀ ਉਹਦਾ ਪ੍ਰੋਸੈਸ ਆ ਉਹਦੇ ਵਿੱਚ ਜਾਰੀ ਆ। ਮੈਂ ਗੋਸ਼ਾ ਜੀ ਨੂੰ ਪੁੱਛਣਾ ਚਾਹੁੰਦਾ, ਇਹ ਕਹਿ ਰਹੇ ਆ ਤੁਸੀਂ ਆਪਣਾ ਜਵਾਬ ਪਹਿਲਾਂ ਦੇ ਦਿਓ, ਫਿਰ ਮੇਰੇ ਨਾਲ ਪੁੱਛਿਓ। ਹਾਂ ਮੇਰਾ ਬਾਅਦ ਚ, ਮੈਨੂੰ ਸਵਾਲ ਬਾਅਦ ਚ ਕਰਿਓ, ਫਿਰ ਮੈਨੂੰ ਸਵਾਲ ਦਾ ਜਵਾਬ ਦੇਣਾ ਪੈਣਾ। ਮੈਨੂੰ ਸਵਾਲ ਦਾ ਜਵਾਬ ਦੇਣਾ ਪੈਣਾ। ਤੁਸੀਂ ਆਪਣੀ ਕਲੀਅਰੈਂਸ ਦਿਓ, ਆਪਣਾ ਟੌਪਿਕ ਕਲੀਅਰ ਕਰੋ। ਤੁਸੀਂ ਜਦੋਂ ਬੇਅਦਬੀ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਠੀਕ ਹੈ। ਕਹਿੰਦੀ ਆ ਰਹੀ ਹੈ ਕਿ ਸਾਡੇ ਨਾਲ ਰਾਜਨੀਤੀ ਪਹਿਲੂ ਤੇ ਜਿਹੜੇ ਵੀ ਬੇਅਦਬੀ ਦੇ ਵਿੱਚ ਸਾਨੂੰ ਬਦਨਾਮ ਕੀਤਾ ਜਾ ਰਿਹਾ। ਮੈਂ ਇੱਕੋ ਹੀ ਗੱਲ ਪੁੱਛਣਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਇਸ ਬੇਅਦਬੀ ਕਾਂਡ ਦੇ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਦਾ ਅੱਜ ਤੱਕ ਕਿਉਂ ਨਹੀਂ ਬਿਆਨ ਜਾਰੀ ਹੋਇਆ? ਦੂਜੀ ਗੱਲ, ਜੋ ਹਾਈ ਕੋਰਟ ਮਾਨਯੋਗ ਹਾਈ ਕੋਰਟ ਦਾ ਡਿਸੀਜਨ ਆਇਆ ਸੀਗਾ, ਅਕਾਲੀ ਦਲ ਵੱਲੋਂ ਐਡਾ ਖੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਖੁਸ਼ੀ ਤੁਸੀਂ ਆਪਣੇ ਕੋਲੋਂ ਨਾ ਗੱਲ, ਆਪਣੇ ਕੋਲੋਂ ਵਰਡਿੰਗ ਯੂਜ਼ ਨਾ ਖੁਸ਼ੀ ਜ਼ਾਹਿਰ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਦਾ ਮਾਮਲਾ ਬੜਾ ਸੈਂਸਿਟਿਵ ਹੈ। ਬੜੀ ਖੁਸ਼ੀ ਹਾਂ ਤਾਂ ਤੁਹਾਡੇ ਆਪਣੇ ਕੋਲੋਂ ਇਹ ਕਾਂਗਰਸ ਦੇ ਏਜੰਟਾਂ ਨੇ ਤਾਂ ਕਹਿਣਾ ਹੀ ਹੈ, ਕਾਂਗਰਸ ਦੇ ਏਜੰਟਾਂ ਨੇ ਤਾਂ ਕਹਿਣਾ ਹੀ ਹੈ। ਕਾਂਗਰਸ ਨੇ ਵੀ ਕਹਿਣਾ, ਕਾਂਗਰਸ ਦੇ ਏਜੰਟ ਹਾਂ ਭੰਗੜੇ ਤੁਸੀਂ ਪਾ ਰਹੇ ਹੋ। ਉਹ ਇਹਦੇ ਵਿੱਚ ਆ ਲੋ ਸਪਸ਼ਟ ਮੈਂ ਦਿਖਾਣਾ, ਆ ਜੱਜ ਵੱਲੋਂ ਸਪਸ਼ਟ ਕੀਤਾ ਗਿਆ ਕੀ ਹੈ। ਮੇਰੇ ਕੋਲ ਪ੍ਰੂਫ ਹੈ, ਤੁਸੀਂ ਬਗੈਰ ਪ੍ਰੂਫਾਂ ਤੋਂ ਗੱਲ ਕਰਦੇ ਹੋ। ਹਾਂ ਕਾਂਗਰਸ ਦੇ ਏਜੰਟਾਂ ਨੇ ਆਪਣਾ ਕੰਮ ਕਰਨਾ ਹੀ ਹੈ, ਆਪਣੀ ਗੱਲ ਤਾਂ ਕਰਨੀ ਨਹੀਂ। ਇਹ ਆਪਣੀ ਗੱਲ ਦਾ ਜਵਾਬ ਦੇਣ ਵੀ ਕਾਂਗਰਸ ਨੇ ਕੀ ਕੀਤਾ ਇਹ ਦੱਸੇ, ਸਾਡੀ ਗੱਲ ਛੱਡਣ। ਅਸੀਂ ਮਾੜਾ ਕੀਤਾ ਚੰਗਾ ਕੀਤਾ, ਤੁਸੀਂ ਆਪਣਾ ਚੰਗਾ ਗਿਣਾਓ, ਆਪਣਾ ਚੰਗਾ ਗਿਣਾਓ। ਹਾਂ ਆਪਣੀ ਗਵਰਨਮੈਂਟ ਦਾ ਸਟੈਂਡ ਸਪਸ਼ਟ ਕਰੋ। ਤੱਤ ਦੱਸ, ਪਹਿਲਾਂ ਆਪਣੀ ਗੱਲ ਦਾ ਤੱਤ ਰੱਖੋ। ਮੈਂ ਗਵਰਨਮੈਂਟ ਤੇ ਵੀ ਆਉਂਗਾ ਜਿਹੜੀ ਪਹਿਲਾਂ ਆਪਣੀ ਗੱਲ ਤੱਤ ਦਿਓ, ਵੀ ਸ਼੍ਰੋਮਣੀ ਫਿਰ ਤੁਹਾਨੂੰ ਮੈਂ ਦੱਸਾਂਗਾ ਇਹਦਾ ਜਵਾਬ ਦਿਆਂਗਾ। ਆਪਣੀ ਗੱਲ ਦਾ ਪਹਿਲਾਂ ਕਲੀਅਰੈਂਸ ਦਿਓ ਵੀ ਤੁਹਾਡੇ ਉਹਨਾਂ ਨੇ ਪੁੱਛਿਆ ਤੁਹਾਨੂੰ, ਉਹਨਾਂ ਨੇ ਸਵਾਲ ਤੁਹਾਨੂੰ ਪੁੱਛਿਆ। ਨਹੀਂ ਪਰਮੇਸ਼ਰ ਜੀ ਸਵਾਲ ਕੀ ਕੀਤਾ ਸੀਗਾ? ਸਵਾਲ ਇਹੀ ਆ ਕਿ ਮੌਜੂਦਾ ਕਾਂਗਰਸ ਸਰਕਾਰ ਨੇ ਕੀ ਕੀਤਾ, ਕੀ ਨਹੀਂ ਕੀਤਾ। ਬਸ ਇਹਦੇ ਉੱਤੇ ਖੜੋ, ਇੱਥੇ ਖੜੋ। ਦੇਖੋ ਮੌਜੂਦਾ ਸਰਕਾਰ ਨੇ ਪ੍ਰੋਪਰ ਜਿੱਦਾਂ ਸਿੱਟ ਦੇ ਅਕੋਰਡਿੰਗ ਜੋ ਵੀ ਦੇਖੋ ਰਿਪੋਰਟ ਆਪਣੀ ਜਿਹੜੀ ਆ ਕੁਵਰ ਵਿਜੇ ਪ੍ਰਤਾਪ ਰਾਹੀਂ ਜੋ ਵੀ ਮਾਨਯੋਗ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਆ। ਚਲੋ ਹਾਈ ਕੋਰਟ ਦਾ ਜੋ ਡਿਸੀਜਨ ਆ ਇਹ ਜਿਹੜਾ ਆਪਣੇ ਹੈ ਇਹ ਬੜਾ ਸੈਂਸਿਟਿਵ ਇਸ਼ੂ ਆ, ਜਿਹਦੇ ਕਰਕੇ ਕੁਝ ਅਕਾਲੀ ਦਲ ਵੱਲੋਂ ਜਿਹੜੇ ਕੋਈ ਬਿਆਨਬਾਜ਼ੀ ਜਿਹੜੀ ਕੀਤੀ ਗਈ ਆ ਤੇ ਸਰਕਾਰ ਵੱਲੋਂ ਦੁਬਾਰਾ ਜਿਹੜੀ ਸਿੱਟ ਆ ਉਹ IPS ਆਫੀਸਰ ਦੀ ਜਿਹੜੀ ਆ ਉਹ ਦੁਬਾਰਾ ਬਣਾ ਦਿੱਤੀ ਗਈ ਆ। ਰਹਿ ਗਈ ਗੱਲ ਜਿਹੜੀ ਇਹ ਕਹਿ ਰਹੇ ਆ ਵੀ 4 ਸਾਲਾਂ ਦੇ ਵਿੱਚ, 4.25 ਸਾਲਾਂ ਦੇ ਵਿੱਚ ਪ੍ਰੋਪਰ ਇਹਦੇ ਵਿੱਚ ਦੇਖੋ ਇਹ ਹੁਣ ਕਹਿ ਰਹੇ ਸੀਗੇ ਕਿ ਰਾਜਨੀਤੀ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਨਾਲ ਇਹ ਬੇਅਦਬੀ ਜਿਹੜਾ ਕਾਂਡ ਆ ਉਹਦੇ ਰਿਗਾਰਡਿੰਗ ਕੀਤੀ ਜਾ ਰਹੀ ਆ। ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਇਹੋ ਜਿਹੀ ਕੋਈ ਗੱਲ ਨਹੀਂ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰੋਪਰ ਆਪਣੀ ਲੀਗਲ ਟੀਮ ਜਿਹੜੀ ਆ ਪ੍ਰੋਪਰ ਤਰੀਕੇ ਨਾਲ ਆਫੀਸਰ ਲੌਬੀ ਨੂੰ ਤਰੀਕੇ ਨਾਲ ਦੇਖੋ ਸਾਡੀ IPS ਲੌਬੀ ਦੇ ਵਿੱਚ ਸਾਡਾ ਪ੍ਰੋਪਰ ਤਰੀਕੇ ਨਾਲ ਇੰਟਰਫੇਅਰ ਜਿਹੜਾ ਸਾਡਾ ਨਹੀਂ ਰਿਹਾ, ਇਹਨਾਂ ਨੂੰ ਵੀ ਪਤਾ ਆਫੀਸਰ ਜੋ ਪ੍ਰਸ਼ਾਸਨ ਆ ਜਿੱਦਾਂ ਵੀ ਅੱਛਾ ਮੰਨ ਗਏ ਇਹ ਸਾਫ ਸੁਥਰੀ ਜਿਹੜੀ ਆ ਬਿਲਕੁਲ ਜਿਹੜੀ ਆ ਬੇਅਦਬੀ ਦੇ ਬਾਰੇ ਆ, ਇਹਦੇ ਵਿੱਚ ਕਿਸੇ ਦਾ ਇੰਟਰਫੇਰੈਂਸ ਨਹੀਂ ਕੀਤਾ ਗਿਆ। ਜੋ ਮੈਂ ਹੁਣ ਇਹਦਾ ਜਵਾਬ ਦਊਂਗਾ ਜੀ, ਕਰ ਲਓ। ਪਹਿਲਾਂ ਨਵਦੀਪ ਜੀ ਨੂੰ ਜੋ ਰਿਪੋਰਟ ਆ ਜੋ ਤਰੀਕੇ ਨਾਲ ਨਵੇਂ ਤਰੀਕੇ ਨਾਲ ਜਿਹੜੀ ਸਿੱਟ ਆ ਉਹ ਗਠਨ ਕੀਤੀ ਗਈ ਆ। ਤੁਹਾਨੂੰ ਇੰਨੀ ਗੱਲ ਦੱਸਣਾ ਚਾਹੁੰਦਾ ਆ, ਦੇਖੋ ਲੀਗਲ ਆ ਪ੍ਰੋਪਰ ਟਾਈਮ ਲੱਗਦਾ ਆ, ਪਰ ਜਿਹੜੇ ਇਹਦੇ ਵਿੱਚ ਗੁਨੇਗਾਰ ਆ ਸ਼੍ਰੋਮਣੀ ਅਕਾਲੀ ਦਲ ਇੱਕ ਗੱਲ ਆਪਣੇ ਮੂੰਹੋਂ ਕਹਿ ਦੇਵੇ ਵੀ ਇਹਦੇ ਵਿੱਚ ਅਸਲ ਕਸੂਰਵਾਰ ਹੈ ਕੌਣ ਆ। ਤਾਂ ਦੱਸਾਂਗਾ, ਮੈਂ ਦੱਸੂਗਾ, ਤੁਸੀਂ ਇਹਨਾਂ ਨੂੰ ਜਵਾਬ ਦਿੰਦਾ, ਫਿਰ ਮੈਂ ਤੁਹਾਡੀ ਗੱਲ ਦਾ ਜਵਾਬ ਮੈਂ ਦਊਂਗਾ।
ਨਵਦੀਪ ਜੀ ਸਾਡੇ ਵਿੱਚ ਸ਼ਾਮਲ ਨੇ। ਹੁਣ ਚਿੱਲੜ ਤਾਲਮੇਲ ਕਮੇਟੀ ਜਿਹੜੀ ਹਰਿਆਣਾ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ ਨਵੰਬਰ 1984 ਦੇ ਵਿੱਚ, ਉਸ ਮਾਮਲੇ 'ਚ ਇਸ ਕਮੇਟੀ ਨੇ ਕਾਫੀ ਕੰਮ ਕੀਤਾ। ਇਹ ਆਪਣੇ ਵੱਲੋਂ ਕੀ ਇਸ ਮੁੱਦੇ ਤੇ ਵਿਚਾਰ ਰੱਖਦੇ ਨੇ, ਇਹਨਾਂ ਦੀ ਗੱਲ ਸੁਣਦੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜਦੋਂ ਸਾਡੇ ਮਾਨਵਤਾ ਦੇ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅਪਮਾਨ ਹੋਇਆ ਜੀ, ਉਹਨਾਂ ਦੇ ਅੰਗ ਪਾੜ ਕੇ ਗਲੀਆਂ ਦੇ ਵਿੱਚ ਨਾਲੀਆਂ 'ਚ ਰੋੜੇ ਗਏ, ਇਹ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੋਇਆ। ਇਸ ਦੇ ਵਿਦਰੋਹ ਦੇ ਵਿੱਚ ਇਸ ਦੇ ਖਿਲਾਫ ਧਰਨੇ ਲੱਗੇ, ਗੋਲੀ ਚੱਲੀ, ਸਭ ਕੁਝ ਵਾਪਰਿਆ। ਉਹਦੇ ਵਿੱਚ ਜਸਟਿਸ ਜੋਰਾ ਸਿੰਘ ਜੀ ਜਿਨ੍ਹਾਂ ਦੀ ਇਹ ਰਿਪੋਰਟ ਆ ਅਕਾਲੀ ਦਲ ਨੂੰ ਉਹਨਾਂ ਨੇ ਲਾਇਆ ਤੇ ਪੇਸ਼ ਕੀਤੀ, ਉਹਨਾਂ ਨੂੰ ਸੈਕਟਰੀਏਟ ਦੇ ਬਾਹਰ ਬਹਾ ਕੇ ਪੀਐਮ ਦੀ ਤਰ੍ਹਾਂ ਕਈ ਵਾਰੀ ਮੋੜਿਆ ਤੇ ਅਖੀਰ ਇੱਕ ਕਲਰਕ ਦੇ ਰਾਹੀਂ ਉਹ ਰਿਸੀਵ ਕਰ ਲਿਓ ਤੇ ਕੋਈ ਐਕਸ਼ਨ ਨਹੀਂ ਲਿਆ ਗਿਆ। ਇੱਕ ਨੰਬਰ ਗੱਲ। ਦੂਜੇ ਨੰਬਰ ਗੱਲ ਸਾਡੀ ਆਉਂਦੀ ਆ ਜਿਹੜੀ ਰੂਲਿੰਗ ਪਾਰਟੀ, ਮੌਜੂਦਾ ਰੂਲਿੰਗ ਪਾਰਟੀ ਕਾਂਗਰਸ ਸਰਕਾਰ ਦੇ ਵਿੱਚ ਉਸ ਨੂੰ ਵੀ ਰਿਜੈਕਟ ਕੀਤਾ ਗਿਆ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਵੀ ਰਿਜੈਕਟ ਕੀਤਾ ਗਿਆ, ਜਦੋਂ ਕਿ ਹਾਈ ਕੋਰਟ ਦੇ ਜਸਟਿਸ ਵੱਲੋਂ ਤਿਆਰ ਕੀਤੀ ਹੋਈ ਰਿਪੋਰਟ ਜਿਹਨੂੰ ਐਜ ਇਟ ਇੰਪਲੀਮੈਂਟ ਕਰ ਦੇਣਾ ਚਾਹੀਦਾ ਜੋ ਕਿ ਅਕਾਲੀ ਦਲ ਦੇ ਵਿੱਚ ਵੀ ਹੋਈ ਤੇ ਕਾਂਗਰਸ ਦੀ ਸਰਕਾਰ ਦੇ ਵਿੱਚ ਵੀ ਹੋਈ, ਉਹਨੂੰ ਇਗਨੋਰ ਕੀਤਾ ਗਿਆ। ਸਿੱਟ ਬਹਾਈ ਗਈ। ਸ੍ਰੀ ਪ੍ਰਬੋਧ ਕੁਮਾਰ ਜੀ ਐਡੀਸ਼ਨਲ ਡੀਜੀਪੀ ਉਹਦੇ ਚੇਅਰਮੈਨ ਰਹੇ, 5 ਅਫਸਰ ਉਹਦੇ ਵਿੱਚ ਆਏ, ਕੰਵਰ ਬੀਏ ਪ੍ਰਤਾਪ ਸੀ, ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਕੰਵਰ ਬੀਏ ਪ੍ਰਤਾਪ ਸਿੰਘ ਜੀ ਨੇ। ਉਹ ਰਿਪੋਰਟ ਇਸ ਕਰਕੇ ਰਿਜੈਕਟ ਹੋਈ ਕਿਉਂਕਿ ਉਹਨਾਂ ਨੇ ਬਾਕੀ ਜਿਹੜੇ ਸੈੱਟ ਦੇ ਮੈਂਬਰ ਸੀਗੇ ਉਹਨਾਂ ਨੇ ਇੰਨੀ ਅਣਗਹਿਲੀ ਵਾਪਰੀ, ਨਾ ਹੋਮ ਮਿਨਿਸਟਰੀ ਨੇ ਇਸ 'ਤੇ ਗੌਰ ਕੀਤਾ ਵੀ ਉਸ ਰਿਪੋਰਟ ਜਿਹੜੀ ਸਬਮਿਟ ਹੋਣੀ ਆ ਕੋਰਟ ਦੇ ਵਿੱਚ ਉਹ 'ਤੇ ਪ੍ਰੋਪਰ ਚੈਲੰਜ ਦੇ ਨਾਲ ਕੰਮ ਹੋਇਆ, ਉਹ 'ਤੇ ਸਾਈਨ ਹੋਏ ਪੂਰੀ ਸੈੱਟ ਦੇ ਕਿ ਨਹੀਂ ਹੋਏ। ਠੀਕ ਆ ਜੀ। ਫਿਰ ਜਦੋਂ ਜਸਟਿਸ ਜੋਰਾ ਸਿੰਘ ਵਾਲੀ ਤੇ ਰਣਜੀਤ ਸਿੰਘ ਦੀ ਰਿਪੋਰਟ ਸੀ ਤਾਂ ਇਹਨਾਂ ਕਾਂਗਰਸੀ ਐਮਐਲਏ ਕੈਬਨਿਟ ਮੰਤਰੀਆਂ ਨੇ ਝੋਲੀ ਅੱਡ ਕੇ ਕੈਪਟਨ ਸਰਕਾਰ ਤੋਂ ਬੇਨਤੀ ਕੀਤੀ, ਮੰਗ ਕੀਤੀ ਵੀ ਆ ਹੁਣ ਤਾਂ ਸਾਰਾ ਕੁਝ ਤੁਹਾਡੇ ਸਾਹਮਣੇ ਆ, ਤੁਸੀਂ ਦੋਸ਼ੀਆਂ ਨੂੰ ਸਜ਼ਾ ਦਿਓ, ਪਰ ਇਗਨੋਰ ਮਾਰਿਆ ਗਿਆ। ਉਸ ਤੋਂ ਬਾਅਦ ਜਦੋਂ ਵੀ ਇਹ ਸੈੱਟ ਦੀ ਰਿਪੋਰਟ ਦੀ ਡੇਟ ਆਈ ਤਾਂ ਸਾਡੇ ਅਤੁਲ ਨੰਦਾ ਜੀ ਜਿਹੜੇ ਸੀਨੀਅਰ ਹੈਗੇ ਆ ਆਪਣੇ ਐਡਵੋਕੇਟ ਜਨਰਲ ਪੰਜਾਬ ਗੌਰਮੈਂਟ ਦੇ, ਉਹ ਦਿੱਲੀ ਤੋਂ ਆਉਂਦੇ ਆ 55 ਲੱਖ ਰੁਪਈਆ ਪਰ ਨਾਈਟ ਦਾ ਉਹਨਾਂ ਦਾ ਖਰਚਾ, ਤੇ ਡੇਟ ਵਾਲੇ ਦਿਨ ਉਹ ਮੈਡੀਕਲ ਲੀਵ ਦੇ ਕੇ ਉੱਥੋਂ ਛੁੱਟੀ ਲੈਂਦੇ ਆ। ਤੇ ਅਸੀਂ ਕੀ ਕਹਿ ਸਕਦੇ ਹਾਂ ਇਹਨਾਂ ਗੱਲਾਂ ਦੇ ਬਾਰੇ ਵਿੱਚ ਵੀ ਜੋ ਅਕਾਲੀ ਦਲ ਨੇ ਕੀਤਾ ਉਹੀ ਕਾਂਗਰਸ ਦੇ ਰਾਹ ਤੇ ਆ। ਇਹੀ ਕੈਪਟਨ ਸਰਕਾਰ ਕਹਿੰਦੀ ਸੀ ਮੈਂ ਫੜ ਕੇ ਗਲਾ ਮੈਂ ਤੋਂ ਅੰਦਰ ਕਰੂੰ, ਕੌਣ ਕਹਿੰਦਾ ਬਾਦਲ ਵਿੱਚ ਨਹੀਂ, ਮੈਂ ਕਹਿੰਦਾ ਬਾਦਲ ਵਿੱਚ ਆ। ਇਹਨਾਂ ਨੇ ਕੀਤਾ ਤੁਸੀਂ ਵਿੱਚ ਹੋ ਨਹੀਂ ਤਾਂ ਤੁਹਾਨੂੰ ਪਤਾ ਹੈ, ਤਾਂ ਤੁਹਾਨੂੰ ਪਤਾ ਹੈ। ਐ ਨਾ ਗੱਲ ਕਰੋ, ਤੱਥਾਂ ਨਾਲ ਗੱਲ ਕਰਿਆ ਕਰੋ। ਤੁਸੀਂ ਐਜ਼ ਏ ਪਾਰਟੀ ਨੂੰ ਰਿਪਰੈਜ਼ੈਂਟ ਕਰਨ ਆਏ ਹੋ, ਐ ਨਾ ਗੱਲ ਕਰੋ, ਐ ਨਾ ਗੱਲ। ਤੁਹਾਨੂੰ ਦਰਦ ਨਹੀਂ ਹੈਗਾ, ਤੁਹਾਨੂੰ ਸਿਆਸਤ ਆਉਂਦੀ ਸਿਰਫ। ਦਰਦ ਰੱਖੋ, ਦਰਦ ਰੱਖੋ, ਸਿਆਸਤ ਨਾ ਕਰੋ, ਸਿਆਸਤ ਨਾ ਕਰੋ। ਇਹ ਗਲਤ ਗੱਲ ਨਾ ਕਰਨ, ਬਗੈਰ ਗੱਲ ਨਾ ਕਰਨ, ਬਗੈਰ ਗੱਲ ਨਾ ਤੱਥਾਂ ਨਾਲ ਗੱਲ ਕਰਨ, ਐ ਨਾ ਗੱਲ ਕਰਨ। ਨਾ 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 ਆ ਦੇਖੋ, ਉਹ ਕਾਂਗਰਸੀ ਹੈ, ਕਾਂਗਰਸੀ ਏਜੰਟ ਸਾਰੇ ਇੱਕੋ ਗੱਲ ਤੇ ਮਗਰ ਹੈ। ਇਹਨਾਂ ਨੂੰ ਸਿਰਫ ਬਾਦਲ ਤੋਂ ਡਰ ਲੱਗਦਾ, ਸਾਰਾ ਕੁਝ ਦਿਖਦਾ ਪਿਆ ਸਿਰਫ ਦਾ। ਹੋਰ ਕਿਸੇ ਨੂੰ ਕੋਈ ਮੁੱਦਾ ਹੈਗਾ? ਹੋਰ ਕਿਸੇ ਨੂੰ ਕੋਈ ਮੁੱਦਾ ਹੈਗਾ? ਸਿਰਫ ਇੱਕੋ ਹੀ ਮੁੱਦਾ, ਇੱਕੋ ਹੀ ਮੁੱਦਾ। ਹਾਂ, ਕੋਈ ਮੁੱਦਾ। ਤੱਥਾਂ ਨਾਲ ਗੱਲ ਕਰੋ, ਮੈਂ ਤੁਹਾਨੂੰ ਤੱਥ ਦੇਵਾਂਗਾ। ਤੁਹਾਡੇ ਕੋਲ ਤੱਥ ਹੈਗਾ, ਮੈਂ ਤੁਹਾਨੂੰ ਤੱਥ ਦਿੰਦਾ, ਮੈਂ ਤੱਥ ਦਿੰਦਾ ਤੁਹਾਨੂੰ। ਹਾਂ, ਮੈਂ ਤੱਥ ਦਿੰਦਾ, ਮੈਂ ਤੱਥ ਦਿੰਦਾ। ਤੱਥ ਮੇਰੇ ਕੋਲ ਆ, ਤੱਥ ਮੇਰੇ ਕੋਲ ਆ। ਦੇਖੋ ਜੀ ਮਹਾਰਾਜ, ਮੇਰੀ ਮਾਫੀ ਵੀ ਮੰਗੀ ਆ, ਮਾਫੀ ਵੀ। ਇਹ ਪੋਲੀਟੀਕਲ ਇਸ਼ੂ ਨਹੀਂ, ਇਹ ਧਾਰਮਿਕ ਇਸ਼ੂ ਆ, ਬੜਾ ਸੈਂਸਿਟਿਵ ਇਸ਼ੂ ਆ। ਇਹਦੇ ਉੱਤੇ ਆਪਾਂ ਨਾ ਕਟਿੰਗ ਨਾ ਕਰੋ ਇੱਕ ਦੂਜੇ ਨੂੰ। ਪਲੀਜ਼ ਸੁਣੋ ਮੇਰੇ ਵਿਚਾਰ ਆ। ਮੈਂ ਫਿਰ ਤੁਸੀਂ ਤਾਰ ਰੋਲਾ ਪਾ ਰਹੇ ਹੋ, ਤੁਸੀਂ ਤਾਰ ਰੋਲਾ ਪਾ ਰਹੇ ਹੋ। ਦੇਖੋ ਬਾਈ ਜੀ, ਮੈਂ ਨਾ ਇੱਕ ਸਿੱਖ ਹੋਣ ਦੇ ਨਾਤੇ ਆਪਦਾ ਦਰਦ ਰੱਖ ਰਿਹਾ। ਹਾਂ, ਦਰਦ ਰੱਖਣਾ ਚਾਹੋ, ਰੱਖੋ, ਕੋਈ ਪੋਲੀਟੀਕਲ ਰੰਗ ਦਰਦ ਰੱਖੋ। ਮੈਨੂੰ ਕੋਈ ਪੋਲੀਟੀਕਲ ਪਾਰਟੀ ਜਿਹੜੀ ਮੈਂਸ਼ਨ ਨਹੀਂ ਕਰਦੀ। ਕਰਦੇ ਆਪਾਂ ਬੈਂਸ ਦੇ ਨਾਲ ਸੀਗੇ, ਮੈਂਸ਼ਨ ਕਰਦੇ ਹੀ ਸੀਗੇ ਆਪਾਂ। ਮੇਰੀ ਗੱਲ ਸੁਣੋ, ਤੇ ਬੈਂਸ ਨੇ ਤਾਂ ਨਹੀਂ 22 ਕਰੋੜ 60 ਲੱਖ ਰੁਪਇਆ ਦਵਾਤਾ ਹੁਣ ਚਿੱਲੜ ਤਾਲਮੇਲ ਕਮੇਟੀ ਤੋਂ। ਤੇ ਉਹਨੇ ਬਲਤਕਾਰ ਕੀਤਾ, ਉਹਨੇ ਕਿਹੜਾ ਨਹੀਂ ਕੀਤਾ? ਬਲਤਕਾਰ ਵੀ ਤਾਂ ਕੀਤਾ ਹੀ ਆ, ਉਹ ਤਾਂ ਸਪਸ਼ਟ ਹੈ। ਜਿਹੜਾ ਸਾਹਮਣੇ ਆ ਉਹ ਤਾਂ ਆਪਾਂ ਨੂੰ ਦਿਖਦਾ ਨਹੀਂ, ਆਪੜੋ ਦਿਖਦਾ ਹੀ ਨਹੀਂ, ਦਿਖਦਾ ਹੀ ਨਹੀਂਗਾ। ਬਲਤਕਾਰ ਨਹੀਂ ਦਿਖਦਾ ਤੁਹਾਨੂੰ, ਇੱਕ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਦਿਖਦੀ। ਆਹ ਗੱਲ, ਆਹ ਗੱਲ। ਹਾਂ, ਸੱਚਾ ਸਿੱਖ ਦਾ ਮਤਲਬ ਕੀ ਹੈ ਪਤਾ ਤੁਹਾਨੂੰ? ਸੱਚਾ ਸਿੱਖ ਦਾ ਮਤਲਬ ਪਤਾ ਮੈਨੂੰ ਪਤਾ ਕੀ ਮਤਲਬ ਹੁੰਦਾ? ਕੀ ਮਤਲਬ ਹੁੰਦਾ? ਸੱਚਾ ਸਿੱਖ ਦੀ ਗੱਲ ਤੁਸੀਂ ਡੈਫੀਨੇਸ਼ਨ ਨਹੀਂ ਦੇ ਸਕਦੇ। ਤੁਸੀਂ ਸੱਚੇ ਸਿੱਖ ਦੀ ਡੈਫੀਨੇਸ਼ਨ ਨਹੀਂ ਦੇ ਸਕਦੇ, ਨਹੀਂ ਦੇ ਸਕਦੇ, ਨਹੀਂ ਦੇ ਸਕਦੇ। ਆਪਾਂ ਪਹਿਲਾਂ ਆਪਣੇ ਆਪ ਨੂੰ ਸੱਚਾ ਸਿੱਖ ਬਣੋ, ਫਿਰ ਗੱਲ ਕਰਿਓ, ਦੂਜੇ ਨਾਲ ਗੱਲ ਨਾ ਕਰੋ, ਨਾ ਕਰੋ। ਫਿਰ ਇਹ ਪੁਆਇੰਟ ਆਊਟ ਨਾ ਕਰੋ, ਤੁਸੀਂ ਪੁਆਇੰਟ ਆਊਟ ਨਾ ਕਰੋ। ਇਸ ਜਗ੍ਹਾ ਪੁਆਇੰਟ ਫਿਰ ਤੁਸੀਂ ਕਰਾ ਰਹੀ ਹੈ, ਤੁਸੀਂ ਕਰਾ ਰਹੇ ਹੋ, ਫਿਰ ਤੁਸੀਂ ਕਿਉਂ ਕਰਾਉਂਦੇ ਹੋ? ਕਿਉਂ ਕਰਾ ਰਹੇ ਹੋ? ਕਿਉਂ ਕਰਾ ਰਹੇ ਹੋ? ਕਿਉਂ ਕਰਾ ਰਹੇ ਹੋ? ਕਿਉਂ ਕਰਾ ਰਹੇ ਹੋ?
ਕਿਉਂ ਕਰਾ ਰਹੇ ਹੋ ਕਿਉਂ ਕਰਾ ਰਹੇ ਹੋ ਜਾਣ ਬੁੱਝ ਕੇ ਇਸ ਮਸਲੇ ਨੂੰ ਪੋਲੀਟੀਕਲੀ ਮੁੱਦਾ ਬਣਾਇਆ ਜਾ ਰਿਹਾ ਸੈਂਸਿਟਿਵ ਇਸ਼ੂ ਹੈ ਕੋਈ ਪੋਲੀਟੀਕਲ ਗੱਲ ਨਾ ਕਰੋ ਤੁਸੀਂ ਆਪਣੀ ਗੱਲ ਪੂਰੀ ਕਰੋ ਪੋਲੀਟੀਕਲ ਪਾਰਟੀ ਵਾਲਾ ਕੋਈ ਸੈਂਸਿਟਿਵ ਇਸ਼ੂ ਆ ਜੇ ਤੁਸੀਂ ਆਪ ਦਾ ਉਵੇਂ ਕੱਟ ਘੇਟਾ ਜਾਂ ਕਰਨਾ ਫਿਰ ਫਾਇਦਾ ਕੋਈ ਨਹੀਂ ਐਡਾ ਤੁਸੀਂ ਆਪਣੀ ਗੱਲ ਪੂਰੀ ਤੁਸੀਂ ਬਾਈ ਜੀ ਕਹਿੰਦੇ ਹੋ ਵੀ ਬੈਂਸ ਤੇ ਬਲਾਤਕਾਰ ਕੀਤਾ ਉਹ ਬੈਂਸ ਨੂੰ ਛੱਡੋ ਇਹ ਗੱਲ ਦਾ ਨਹੀਂ ਆਪਾਂ ਕੀ ਲੈਣਾ ਤੁਸੀਂ ਆਪਾਂ ਕੀ ਲੈਣਾ ਮੈਨੂੰ ਦੱਸੋ ਬੈਂਸ ਦਾ ਕੋਈ ਮੁੱਦਾ ਨਹੀਂ ਹੈਗਾ ਅੱਜ ਤੁਸੀਂ ਆਪਾਂ ਰਹੇ ਹੈ ਨਾ ਉਹਦੇ ਨਾਲ ਤਾਂ ਕਹਿ ਰਹੇ ਆ ਹੁਣ ਵੀ ਤੂੰ ਕਿਹੜਾ ਛੱਡਿਆ ਤੁਸੀਂ ਬਲਾਤਕਾਰ ਇਹਦੇ ਪਸੰਦ ਕਰਦੇ ਹੋ ਤੁਸੀਂ ਗੋਲੇ ਚਲਾਈਆਂ ਹੋਣਗੀਆਂ ਤੁਸੀਂ ਲੋਕਾਂ ਨੂੰ ਭੈਣ ਘਰੋਂ ਬਾਹਰ ਕਰ ਦਿੱਤਾ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰ ਲਿਆ ਆਪਾਂ ਇਹਨਾਂ ਨੇ ਤਾਂ ਪੁਲਿਸ ਦੀ ਅਣਪਛਾਤੀ ਦੱਸੋ ਕਾਂਗਰਸੀ ਏਜੰਟ ਕਹਿਣਗੇ ਤੁਹਾਨੂੰ ਕਿਹੜਾ ਨਹੀਂ ਪਤਾ ਆਪਾਂ ਕੈਪਟਨ ਦੀ ਕੋਠੀ ਕੀ ਕਰਨ ਜਾਂਦੇ ਆ ਰੋਜ਼ ਕੀ ਕਰਨ ਜਾਂਦੇ ਆ ਆਪਣੀਆਂ ਜੇਬਾਂ ਭਰਨ ਜਾਂਦੇ ਆ ਸਾਨੂੰ ਨਹੀਂ ਪਤਾ ਆਪਾਂ ਨੂੰ ਸਾਰਾ ਕੁਝ ਪਤਾ ਤੁਸੀਂ ਨਾ ਕਹੋ ਤੁਹਾਨੂੰ ਤੁਹਾਡੀਆਂ ਸੱਚਾਈਆਂ ਮੈਨੂੰ ਪਤਾ ਤੁਹਾਡੇ ਕੋਲ ਜਵਾਬ ਨਹੀਂ 4.5 ਸਾਲ ਤੁਸੀਂ ਖੁੱਡਾ 'ਚ ਫਾਰਮ ਹਾਊਸਾਂ 'ਚ ਬੈਠੇ ਫੈਸਲੇ ਕਰਦੇ ਪਏ ਤੁਹਾਨੂੰ ਪਤਾ ਹੀ ਕੋਈ ਨਹੀਂ ਦੁਨੀਆ ਮਰਦੀ ਵੀ ਤੁਹਾਨੂੰ ਪਤਾ ਕੋਈ ਨਹੀਂ ਗੱਲਾਂ ਫਤਵਾ ਦਿਖ ਗਿਆ ਫਤਵਾ ਆ ਬੰਗਾਲ 'ਚ ਤੁਹਾਨੂੰ ਫਤਵਾ ਦੇਖੀ ਗਿਆ ਆ ਜ਼ੀਰੋ ਲੈ ਕੇ ਲੱਡੂ ਵੰਡਦੇ ਪਏ ਤੁਸੀਂ ਜ਼ੀਰੋ ਲੈ ਕੇ ਮੈਨੂੰ ਯਾਰ ਕੰਪਲੀਟ ਗੱਲ ਕਰਦੇ ਪਏ ਤੁਸੀਂ ਸਿਆਸਤ ਕਰਨ ਆਏ ਹੋ ਤੁਸੀਂ ਕੰਮ ਥੋੜਾ ਕਰਨ ਆਏ ਹੋ ਤੁਸੀਂ ਸਿਆਸਤ ਕਰਨ ਆਏ ਹੋ ਨਾ ਤੁਸੀਂ ਸਿਰਫ ਸਿਆਸਤ ਕਰਨ ਆਏ ਹੋ ਹੋਰ ਕੁਝ ਨਹੀਂ ਕਰਨਾ ਹੈ ਤੁਹਾਨੂੰ ਸਿਰਫ ਸਿਆਸਤ ਆਂਦੀ ਹੈ 15 ਸਾਲ ਤੁਸੀਂ ਲੁਕੇ ਹੁਣ ਤੁਹਾਨੂੰ ਸਿਆਸਤਾਂ ਯਾਦ ਆ ਗਈਆਂ ਜਦੋਂ ਤੁਹਾਨੂੰ ਕਾਂਗਰਸ ਖੁਸ਼ਦੀ ਨਜ਼ਰ ਆਉਂਦੀ ਤੁਹਾਨੂੰ ਸਿਆਸਤਾਂ ਯਾਦ ਆ ਜਾਂਦੀਆਂ ਤੁਹਾਨੂੰ ਕਾਂਗਰਸ ਖੁਸ਼ਦੀ ਨਜ਼ਰ ਆ ਰਹੀ ਸਿਆਸਤ ਕਰਦੇ ਪਏ ਮੈਨੂੰ ਯਾਰ ਕੰਪਲੀਟ ਕਰ ਨਾ ਯਾਰ ਨਾ ਇਹ ਕੰਮ ਨਾ ਕਰੋ ਆ ਮੈਨੂੰ ਕੰਪਲੀਟ ਕਰ ਦਿਓ ਦੇਖੋ ਜੀ ਬਈ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਇਹ ਘਟਨਾ ਹੋਈ ਪੁਲਿਸ ਅਣਖਾਤੀ ਨਹੀਂ ਸੀ ਜੇ ਬਾਦਲ ਸਾਹਿਬ ਚਾਹੁੰਦੇ ਸਰਕਾਰ ਚਾਹੁੰਦੀ ਨੀਅਤ ਸਾਫ਼ ਹੁੰਦੀ ਤਾਂ ਚੱਕ ਕੇ ਇਹਨਾਂ ਨੂੰ 2 ਮਿੰਟ ਫਾਹੇ ਲੱਗ ਸਕਦੇ ਸੀ ਬੰਦੇ ਇਹੀ ਕੰਮ ਹੁਣ ਸਾਡੇ ਕੈਪਟਨ ਸਰਕਾਰ ਕਰ ਰਹੀ ਆ ਇਹੀ ਕੰਮ ਕੈਪਟਨ ਸਰਕਾਰ ਨੇ ਕਰਤਾ ਉਹ ਦੋਨੇ ਜਸਟਿਸਾਂ ਦੀਆਂ ਰਿਪੋਰਟਾਂ ਖਾਰਜ ਠੀਕ ਹੈ ਜੀ ਸੈੱਟ ਬਾਤੀ ਉੱਥੇ ਵੀ ਆਪਦੀ ਪਰਸਨਲ ਦਿਖਾਈ ਨਹੀਂ ਹੈ ਵੀ ਉਹਨਾਂ ਨੂੰ ਵੀ ਇਹ ਰਿਪੋਰਟ ਸਬਮਿਟ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ ਉਹ ਜੱਜ ਨੇ ਜਾ ਕੇ ਪਰੇ ਕਰਤੀ ਵੀ ਤੂੰ ਪਰਸਨਲੀ ਲੈ ਰਿਹਾ ਇਹਨੂੰ ਇਹ ਨਹੀਂ ਇਹਦੇ ਕਾਰਨ ਕੀ ਹੈ ਪਿੱਛੇ ਕਾਰਨ ਕੀ ਹੈ ਇਹਦੇ ਸਿਟੀ ਸੈਂਟਰ 2000 ਕਰੋੜ ਦਾ ਘਟਾਲਾ ਬਾਦਲਾਂ ਨੇ ਸੀਬੀਆਈ ਤੋਂ ਵਾਪਸ ਲੈ ਕਲੀਨ ਚਿੱਟ ਦੇਤੀ ਉਧਰੋਂ ਆ ਗਿਆ ਹੁਣ ਸੁਣੋ ਫਿਰ ਆਪਾਂ ਗਲਤ ਕਰੀ ਜਾਂਦੇ ਆ ਹੁਣ ਸਿਟੀ ਸੈਂਟਰ ਦਾ ਹੁਣ ਮਸਲਾ ਹੱਲ ਹੋਇਆ ਕਾਂਗਰਸ ਸਰਕਾਰ 'ਚ ਇਹਦੀਆਂ ਗੱਲਾਂ ਐਵੇਂ ਹੀ ਗੱਲ ਕਰੀ ਜਾਂਦੇ ਬਗੈਰ ਤੱਤਾਂ ਤੋਂ ਗੱਲ ਕਰੀ ਜਾਂਦੇ ਹੁਣ ਹੋਇਆ ਹੁਣ ਕਾਂਗਰਸ ਰਾਜ 'ਚ ਹੋਇਆ ਜੀ ਸਿਟੀ ਸੈਂਟਰ ਤੁਸੀਂ ਉਹਦਾ ਗੱਲ ਦਾ ਜਵਾਬ ਦਿਓ ਦੇਖੋ ਜੀ ਬਾਦਲਾਂ ਨੇ ਉਹਨਾਂ ਨੂੰ ਛੱਡਿਆ ਹੱਦ ਹੋ ਗਈ ਯਾਰ ਤੇ ਇਹ ਹੁਣ ਬਾਈ ਜੀ ਗੋਲ ਮੋੜ ਚੱਕਰ ਦੇ ਵਿੱਚ ਘੁੰਮ ਰਹੇ ਆ ਐਵੇਂ ਹੀ ਇਹਨਾਂ ਨੂੰ ਇਹ ਫਰਕ ਕਰ ਰਹੇ ਆ ਇਸ ਕਰਕੇ ਨੀਅਤ ਕਿਸੇ ਦੀ ਸਾਫ਼ ਨਹੀਂ ਹੈ ਨੀਅਤ ਬਿਲਕੁਲ ਸਾਫ਼ ਨਹੀਂ ਜੇ ਚਾਹੇ 50 ਸਾਲ ਚਾਹੁੰਦੀ ਤਾਂ ਚੋਟੀ ਦਾ ਐਡਵੋਕੇਟ ਹਾਇਰ ਕਰਦੀ 30 ਸਤੰਬਰ ਨੂੰ ਕੇ 7 ਲੱਖ ਰੁਪਇਆ ਪਰ ਡੇਟ ਤੇ ਪੰਜਾਬ ਦੇ ਮਸਲੇ ਚਾਹੁੰਦੇ ਰਹੇ ਆ 7 ਲੱਖ ਰੁਪਇਆ ਪਰ ਡੇਟ ਦੇ ਹਿਸਾਬ ਦੇ ਨਾਲ ਕਿਉਂ ਨਹੀਂ ਚੰਗਾ ਐਡਵੋਕੇਟ ਹਾਇਰ ਕੀਤਾ ਠੀਕ ਹੈ ਜੀ 55 ਲੱਖ ਰੁਪਇਆ ਸਾਡੇ ਟੌਰੀ ਜਨਰਲ ਦਿੰਦੇ ਰਹੇ ਨਾਈਟ ਦਾ ਕਿਉਂ ਨਹੀਂ ਕੀਤਾ ਇਹ ਸਾਰੀਆਂ ਗੱਲਾਂ ਹੁਣ ਮੈਂ ਤਾਂ ਜਵਾਬ ਦੇਣਾ ਮਾਮਲਾ ਹੈਗਾ ਤੁਹਾਨੂੰ ਦੁਬਾਰਾ ਦਿੰਨੇ ਆ ਮੌਕਾ ਥੋੜਾ ਜਿਹਾ ਲੇਕਿਨ ਇਹਦੇ ਵਿੱਚ ਥੋੜੀਆਂ ਜਿਹੀਆਂ ਗੱਲਾਂ ਸਪਸ਼ਟ ਕਰਨ ਵਾਲੀਆਂ ਨੇ ਜਿਹੜੀਆਂ ਹੋ ਸਕਦਾ ਸਾਡੇ ਜਿਹੜੇ ਮਾਨਯੋਗ ਮੈਂਬਰ ਹੈਗੇ ਇਹਨਾਂ ਨੂੰ ਨਾ ਪਤਾ ਹੋਵੇ ਸਭ ਤੋਂ ਪਹਿਲੀ ਗੱਲ ਤਾਂ ਸਪਸ਼ਟ ਕਰਨ ਵਾਲੀ ਇਹ ਹੈ ਕਿ ਜਿਹੜੇ ਹਾਈ ਕੋਰਟ ਦੇ ਫੈਸਲੇ ਦੇ ਉੱਪਰ ਅਕਾਲੀ ਦਲ ਦਾ ਜਿਹੜਾ ਆਈਟੀ ਵਿੰਗ ਆ ਸੋਸ਼ਲ ਮੀਡੀਆ ਵਿੰਗ ਆ ਇੰਨੀਆਂ ਬਾਗੀਆਂ ਪਾਉਣ ਲੱਗਿਆ ਹੋਇਆ ਉਹ ਜਿਹੜਾ ਫੈਸਲਾ ਹੈਗਾ ਉਹ ਰਿਪੋਰਟ ਦੇ ਆਧਾਰ ਤੇ ਨਹੀਂ ਆਇਆ ਕਿ ਰਿਪੋਰਟ ਕੁੰਵਰ ਵਿਜੇ ਪ੍ਰਤਾਪ ਨੇ ਕੀ ਦਿੱਤੀ ਆ ਉਹ ਤਾਂ ਬਾਦਲ ਇੱਕ ਮਿੰਟ ਫਿਰ ਤੁਸੀਂ ਹੁਣ ਫਿਰ ਬੋਲਣਾ ਫਿਰ ਆਪ ਬੋਲੀ ਜਾਂਦੇ ਹੋ ਫਿਰ ਗੱਲ ਸ਼ੁਰੂ ਆਪ ਕਰ ਦਿੰਦੇ ਹੋ ਉਹਦਾ ਆਧਾਰ ਇਹ ਹੈ ਕਿ ਜਿਹੜਾ SIT ਨੇ ਇੱਕ SHO ਗ੍ਰਿਫਤਾਰ ਕੀਤਾ ਸੀ ਗੁਰਦੀਪ ਸਿੰਘ ਪੰਧੇਰ ਉਸ ਤੋਂ ਇਲਾਵਾ ਜਿਹੜਾ ਚਰਨਜੀਤ ਸ਼ਰਮਾ SSP ਸੀਗਾ ਉਸ ਵੇਲੇ ਮੋਗੇ ਦਾ ਜਦੋਂ ਗੋਲੀ ਚੱਲੀ ਆ ਉਹਨੂੰ ਗ੍ਰਿਫਤਾਰ ਕੀਤਾ ਸੀ ਔਰ ਉਸ ਤੋਂ ਬਾਅਦ ਜਿਹੜਾ ਗੁਰਦੀਪ ਸਿੰਘ ਪੰਧੇਰ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਗੁਰਦੀਪ ਸਿੰਘ ਪੰਧੇਰ ਨੇ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਾਈ ਸੀਗੀ ਔਰ ਇੱਕ ਇਸੇ ਸਬੰਧ ਦੇ ਵਿੱਚ ਹੋਰ ਰਿਟ ਹਾਈ ਕੋਰਟ ਦੇ ਵਿੱਚ ਸੁਣਵਾਈ ਅਧੀਨ ਸੀ ਉਹਨਾਂ ਰਿਟਾਂ ਦੀ ਸੁਣਵਾਈ ਕਰਦਿਆਂ ਇਹ ਫੈਸਲਾ ਔਰ ਇਹ ਟਿੱਪਣੀਆਂ ਜਿਹੜੀਆਂ ਨੇ ਇਹ ਹਾਈ ਕੋਰਟ ਨੇ ਕੀਤੀਆਂ ਨੇ ਇਹਦਾ ਸਮੁੱਚੇ ਮਾਮਲੇ ਦੇ ਨਾਲ ਕੋਈ ਤਾਲੁਕ ਨਹੀਂ ਹੈ ਜਿਹੜੀ SIT ਨੇ ਪੂਰੀ ਆਪਣੀ ਜਾਂਚ ਰਿਪੋਰਟ ਤਿਆਰ ਕੀਤੀ ਆ ਉਸ ਜਾਂਚ ਰਿਪੋਰਟ ਨਾਲ ਇਹਦਾ ਸਮੁੱਚੇ ਰੂਪ ਦੇ ਵਿੱਚ ਤਾਲੁਕ ਨਹੀਂ ਹੈ ਲੇਕਿਨ ਇਹਨੂੰ ਇਸ ਢੰਗ ਨਾਲ ਪ੍ਰਚਾਰਿਆ ਜਾ ਰਿਹਾ ਹੈ ਅਕਾਲੀ ਦਲ ਦੇ ਕੁਝ ਆਗੂਆਂ ਵੱਲੋਂ ਮੇਰੀ ਸੁਣ ਲਓ ਗੱਲ ਪਹਿਲਾਂ
ਕਿ ਇਹ ਜਿਹੜੀ ਰਿਪੋਰਟ ਆ ਕੁੰਵਰ ਵਿਜੇ ਪ੍ਰਤਾਪ ਨੇ ਬਾਦਲ ਪਰਿਵਾਰ ਨੂੰ ਇਸ ਸਾਰੇ ਮਾਮਲੇ 'ਚ ਉਲਝਾਉਣ ਲਈ ਜਾਣਬੁੱਝ ਕੇ ਕੈਪਟਨ ਸਰਕਾਰ ਦੇ ਇਸ਼ਾਰੇ ਤੇ ਹਾਂ ਉਹਦਾ ਮੈਂ ਦੱਸਦਾ ਨਾ, ਇਹਦਾ ਜਵਾਬ ਦਿੰਦਾ ਮੈਂ ਹੀ ਜਵਾਬ ਦੇ ਰਿਹਾ। ਨਹੀਂ ਜਵਾਬ ਮੈਂ ਦੇਵਾਂਗਾ ਤੁਹਾਨੂੰ ਤੱਥਾਂ ਨਾਲ। ਤੁਹਾਨੂੰ ਜਿਹੜਾ ਇਹਦੇ ਵਿੱਚ ਕੋਈ ਸ਼ੱਕ ਸ਼ੁਬਾ ਨਹੀਂ ਹੈ ਕਿ ਮੌਕੇ ਦੀ ਜਿਹੜੀ ਵੀ ਅਫਸਰਸ਼ਾਹੀ ਹੁੰਦੀ ਆ ਉਹ ਸਰਕਾਰਾਂ ਦੇ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਪ੍ਰਭਾਵ ਹੇਠ ਹੁੰਦੀ ਆ, ਔਰ ਇੱਥੋਂ ਤੱਕ ਕਿ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਜੱਜ ਵੀ ਅੱਜ ਦੇ ਦੌਰ ਦੇ ਵਿੱਚ ਇਸ ਪ੍ਰਭਾਵ ਤੋਂ ਅਛੂਤੇ ਨਹੀਂ ਹੈਗੇ। ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਸੁਪਰੀਮ ਕੋਰਟ ਦੇ ਕਈ ਅਹਿਮ ਤੇ ਵਿਵਾਦਪੂਰਨ ਮੁੱਦਿਆਂ ਉੱਪਰ ਫੈਸਲੇ ਸੁਣਾਉਣ ਵਾਲੇ ਜੱਜਾਂ ਨੂੰ ਉਹਨਾਂ ਦੀ ਰਿਟਾਇਰਮੈਂਟ ਦੇ ਤੁਰੰਤ ਬਾਅਦ ਹੀ ਮਹੀਨੇ 2 ਮਹੀਨੇ ਜਾਂ 6 ਮਹੀਨੇ ਦੇ ਅੰਦਰ ਰਾਜ ਸਭਾ ਦੇ ਵਿੱਚ ਭੇਜ ਦਿੱਤਾ ਗਿਆ ਜਾਂ ਕਿਸੇ ਨਾ ਕਿਸੇ ਸੂਬੇ ਦਾ ਰਾਜਪਾਲ ਬਣਾ ਦਿੱਤਾ ਗਿਆ। ਇਸੇ ਤਰ੍ਹਾਂ ਪਿਛਲੇ ਸਮੇਂ ਦੌਰਾਨ ਅਕਾਲੀ ਸਰਕਾਰ ਵੱਲੋਂ ਹਾਈ ਕੋਰਟ ਤੋਂ ਰਿਟਾਇਰ ਹੋਏ ਜਸਟਿਸ ਨਿਰਮਲ ਸਿੰਘ ਨੂੰ ਵਿਧਾਨ ਸਭਾ ਦੀ ਟਿਕਟ ਦੇ ਕੇ ਐਮਐਲਏ ਬਣਾਇਆ ਗਿਆ। ਹੋਰ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਉਦਾਹਰਨਾਂ ਹੈਗੀਆਂ। ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ ਵੀ ਇਹੀ ਕੁਝ ਹੁੰਦਾ ਰਿਹਾ ਔਰ ਅਕਾਲੀ ਭਾਜਪਾ ਸਰਕਾਰ ਦੇ ਰਾਜ ਦੇ ਵਿੱਚ ਵੀ ਇਹੀ ਹੁੰਦਾ ਰਿਹਾ। ਬਤੌਰ ਪੱਤਰਕਾਰ ਮੈਂ ਇੱਕ ਲੋਕਾਂ ਦਾ ਇੱਕ ਨਿਰਪੱਖ ਨੁਮਾਇੰਦਾ ਹੋਣ ਦੇ ਨਾਤੇ ਮੈਂ ਆਪਣੀ ਇਹ ਰਾਏ ਰੱਖਦਾ। ਤੁਹਾਡੀ ਆਪਣੀਆਂ ਪਾਰਟੀਆਂ ਦੇ ਲਿਹਾਜ਼ ਨਾਲ ਰਾਏ ਵੱਖਰੀ ਹੋ ਸਕਦੀ ਆ ਕਿਉਂਕਿ ਤੁਸੀਂ ਆਪਣੀ ਪਾਰਟੀ ਲਾਈਨ ਦੇ ਆਧਾਰ ਉੱਪਰ ਗੱਲ ਕਰਨੀ ਆ, ਲੇਕਿਨ ਲੋਕਾਂ ਦੇ ਨੁਮਾਇੰਦੇ ਵਜੋਂ ਪੱਤਰਕਾਰ ਵਜੋਂ ਮੇਰੀ ਇਹ ਸੋਚ ਹੈ ਕਿ ਨਾ ਤਾਂ ਇਸ ਮਾਮਲੇ ਦੇ ਵਿੱਚ ਅਕਾਲੀ ਸਰਕਾਰ ਨੇ ਹੀ ਨਿਰਪੱਖਤਾ ਨਾਲ ਕੰਮ ਕੀਤਾ ਔਰ ਨਾ ਹੀ ਮੌਜੂਦਾ ਕਾਂਗਰਸ ਸਰਕਾਰ ਹੈ ਜਿਹੜੀ ਖਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹ ਵੀ ਪੂਰੀ ਇਮਾਨਦਾਰੀ ਨਾਲ ਇਸ ਮਾਮਲੇ ਤੇ ਕੰਮ ਨਹੀਂ ਕਰ ਰਹੇ। ਜੇ ਉਹ ਕੰਮ ਕਰ ਰਹੇ ਹੁੰਦੇ ਤਾਂ ਕੋਈ ਇਹ ਦੋ ਰਾਵਾਂ ਨਹੀਂ ਸੀਗੀਆਂ ਕਿ ਜਦੋਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤਿਆਰ ਹੋਈ ਆ ਉਹਦੇ 'ਚ ਵਿਧਾਨ ਸਭਾ ਤੇ ਬਹਿਸ ਕਰਨ ਦਾ ਐਡਾ ਵੱਡਾ ਅਡੰਬਰ ਰਚਿਆ ਗਿਆ। ਉਸ ਤੋਂ ਬਾਅਦ ਉਸ ਰਿਪੋਰਟ ਦੇ ਆਧਾਰ ਤੇ ਕੋਈ ਕਾਰਵਾਈ ਢੁਕਵੀਂ ਨਹੀਂ ਹੋਈ ਔਰ ਜਿਵੇਂ ਕਿ ਨਵਦੀਪ ਸਿੰਘ ਨੇ ਕਿਹਾ ਕਿ ਐਡਵੋਕੇਟ ਜਨਰਲ ਨੇ ਜਿਹੜੀਆਂ ਉੱਥੇ ਜਾ ਕੇ ਹਾਈ ਕੋਰਟ ਦੇ ਵਿੱਚ ਨਲਾਇਕੀਆਂ ਕੀਤੀਆਂ ਨੇ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਸਰਕਾਰ ਦੇ ਇਸ਼ਾਰੇ ਤੇ ਹੀ ਹੁੰਦੀਆਂ ਨੇ। ਹੁਣ ਮੇਰਾ ਸਵਾਲ ਤੁਹਾਨੂੰ ਦੁਬਾਰਾ ਇਹ ਆ ਕਿ ਆ ਜਿਹੜੀ ਇੱਥੇ ਕਾਫੀ ਕੁਝ ਚਰਚਾ ਹੋ ਚੁੱਕੀ ਆ। ਜਦੋਂ ਇਹ ਗੋਲੀ ਚੱਲਦੀ ਆ, ਗੋਲੀ ਚੱਲਣ ਤੋਂ ਬਾਅਦ ਪਹਿਲੀ ਗੱਲ ਤਾਂ ਇਹ ਹੁੰਦਾ ਕਾਨੂੰਨ ਭਾਰਤ ਦਾ ਔਰ ਕਿਸੇ ਵੀ ਮੁਲਕ ਦਾ ਕਾਨੂੰਨ ਇਹ ਕਹਿੰਦਾ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਔਰ ਉਹਦੇ 24 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਸੰਬੰਧਿਤ ਮੁਲਜ਼ਮ ਆ ਜਾਂ ਜੇ ਉੱਥੇ ਨਹੀਂ ਸੀਗਾ ਕੋਈ ਉਹਨੂੰ ਪਛਾਣਦਾ ਜਾਣਦਾ ਤੇ ਉਹਦੇ ਖਿਲਾਫ FIR ਦਰਜ ਹੋਣੀ ਚਾਹੀਦੀ ਆ। ਗੋਲੀ ਚੱਲਦੀ ਆ, 2 ਸਿੱਖ ਨੌਜਵਾਨ ਉੱਥੇ ਮਾਰੇ ਜਾਂਦੇ ਆ ਲੇਕਿਨ FIR ਨਹੀਂ ਕੀਤੀ ਜਾਂਦੀ। ਨਹੀਂ FIR ਕੀਤੀ ਨਹੀਂ ਜਾਂਦੀ, ਕੀਤੀ ਗਈ ਨਹੀਂ FIR ਤਾਂ ਉਸੇ ਵੇਲੇ ਹੋ ਗਈ ਸੀ। FIR ਤਾਂ ਵਿਦਿਨ 30 ਮਿੰਟਸ ਹੋ ਗਈ ਸੀ। ਗੱਲ ਨਾਮ ਪਾਏ ਗਏ ਵੈਰੀਫਾਈ ਕਰਕੇ, ਉਹ ਬਾਅਦ ਚੋਂ ਪਾਏ ਗਏ। ਉਹ ਮੈਂ ਦੱਸ ਦੇਣਾ ਤੁਹਾਨੂੰ ਕਿੱਦਾਂ ਹੋਇਆ, ਉਹ ਵੀ ਦੱਸ ਦੇਣਾ ਤੁਹਾਨੂੰ। ਨਾਮ ਵੀ ਉਸ ਵੇਲੇ ਨਹੀਂ ਪਾਏ ਗਏ ਜਦੋਂ FIR ਉਸੇ ਵੇਲੇ ਹੋ ਗਈ ਜੀ। ਜਦੋਂ ਉੱਥੇ ਪੁਲਿਸ ਗਈ ਆ, ਪੁਲਿਸ ਦੇ ਥਾਣੇਦਾਰ ਤਾਂ ਛੱਡੋ, ਸਿਪਾਹੀ ਤੋਂ ਲੈ ਕੇ DGP ਤੱਕ ਜਿਹੜਾ ਵੀ ਉੱਥੇ ਮੌਕੇ ਤੇ ਮੌਜੂਦ ਸੀਗਾ ਉਹ ਬਕਾਇਦਾ ਆਪਣੇ ਥਾਣਿਆਂ ਦੇ ਵਿੱਚ ਜਾਂ ਆਪਣੇ ਦਫ਼ਤਰਾਂ ਦੇ ਵਿੱਚ ਕਾਰਵਾਈ ਪਾ ਕੇ ਹਾਜ਼ਰੀ ਪਾ ਕੇ ਗਿਆ ਹੋਊਗਾ ਕਿ ਮੈਂ ਬਹਿਬਲ ਕਲਾਂ ਚੱਲਿਆ, ਮੈਂ ਬਰਗਾੜੀ ਚੱਲਿਆ। ਠੀਕ ਹੈ ਜੀ। ਜੇ ਇੰਨਾ ਕੁਝ ਹੋਣ ਦੇ ਬਾਵਜੂਦ ਉਹਨਾਂ ਕੋਲ ਜਿਹੜੇ ਹਥਿਆਰ ਨੇ ਪੰਜਾਬ ਪੁਲਿਸ ਕੋਲੇ, ਉਹ ਇਹ ਸਾਰੇ ਜਾਣਦੇ ਆ ਕਿ ਜੇ ਕੋਈ ਉਹਨਾਂ ਨੂੰ ਇੱਕ ਵੀ ਗੋਲੀ ਚਲਾਉਣੀ ਪੈ ਜੇ ਤਾਂ ਉਹਦਾ ਹਿਸਾਬ ਦੇਣਾ ਪੈਂਦਾ ਹੈ ਕਿ ਗੋਲੀ ਕਿਉਂ ਚਲਾਈ, ਕਿੱਥੇ ਚਲਾਈ, ਕਿਵੇਂ ਚਲਾਈ। ਉੱਥੇ ਇੰਨੀਆਂ ਗੋਲੀਆਂ ਚੱਲੀਆਂ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਗੋਲੀਆਂ ਚੱਲੀਆਂ। ਪੁਲਿਸ ਦੇ ਸਿਪਾਹੀਆਂ ਨੇ ਜਾਂ ਥਾਣੇਦਾਰ ਨੇ ਜਾਂ DSP ਨੇ ਜਾਂ SP ਨੇ ਜਿਹਨੇ ਵੀ ਚਲਾਈ, ਲੇਕਿਨ ਮੌਕੇ ਤੇ ਉਹ ਮੌਜੂਦ ਸੀਗੇ, ਉਹਨਾਂ ਦੇ ਹਥਿਆਰ ਆਪਣੇ ਸੀਗੇ। ਉਸ ਦੇ ਬਾਵਜੂਦ ਉਹਨਾਂ ਹਥਿਆਰਾਂ ਦੀ ਸ਼ਨਾਖਤ ਨਾ ਹੋਣੀ, ਗੋਲੀਆਂ ਚਲਾਉਣ ਵਾਲਿਆਂ ਨੂੰ ਅਣਪਛਾਤੇ ਪੁਲਿਸ ਦੇ ਸਿਪਾਹੀ ਦੱਸਣਾ, ਇਹ ਬਾਦਲ ਪਰਿਵਾਰ ਦੀ ਜਾਂ ਅਕਾਲੀ ਸਰਕਾਰ ਦੀ ਨਲਾਇਕੀ ਹੀ ਮੰਨਦੇ ਆ ਲੋਕ। ਪਰਮੇਸ਼ਰ ਜੀ ਮੈਂ ਬੋਲਾਂ ਜੀ, ਹੁਣ ਤੁਸੀਂ ਤਾਂ ਸਾਰਾ ਬੋਲ ਲਿਆ, ਹੁਣ ਮੇਰੀ ਗੱਲ ਸੁਣ ਲਓ। ਦੇਖੋ ਤੁਹਾਨੂੰ ਸ਼ਾਇਦ ਤੱਥਾਂ ਦੀ ਕਮੀ ਹੈ, ਤੁਸੀਂ ਪਰ ਬੜੇ ਸੀਨੀਅਰ ਪੱਤਰਕਾਰ ਹੋ। FIR ਉਸੇ ਵੇਲੇ ਦਰਜ ਹੋ ਗਈ ਸੀ, ਨਾਮ ਵੈਰੀਫਾਈ ਕਰਕੇ ਪਾਏ ਗਏ। ਧਰਨੇ ਤੋਂ ਜਦੋਂ ਇਹ ਕਹਿੰਦੇ ਵੀ ਹੁਣ ਗੱਲ ਪੂਰੀ ਸੁਣ ਲੈਣਾ, ਇਹ ਕਹਿੰਦੇ ਵੀ ਪਾਠ ਕਰਦੇ ਨੂੰ ਧਰਨੇ 'ਚ ਗੋਲੀ ਮਾਰੀ, ਗਲਤ ਹੈ। ਜਦੋਂ ਉੱਥੇ ਧਰਨਾ ਸਮਾਪਤ ਹੋ ਗਿਆ ਸੀਗਾ, ਸਮਾਪਤ ਹੋਣ ਤੋਂ ਬਾਅਦ ਜਦੋਂ ਕੋਟਕਪੂਰੇ ਚੌਂਕ ਤੇ ਪਹੁੰਚੇ, ਉੱਥੇ SP ਸੁਣ ਲਓ ਮੈਂ ਦੱਸ ਦੇਣਾ ਜੀ, ਮੈਂ ਉਹ ਇਹ ਨਵਜੋਤ ਸਿੰਘ ਸਿੱਧੂ ਨੇ ਵੀ ਦਿਖਾਤੇ ਸੀ ਤੇ ਹੁਣ ਗੱਲ ਪੂਰੀ। ਹੁਣ ਤੁਸੀਂ ਬੋਲਣਾ ਜੀ, ਪਹਿਲਾਂ ਬੋਲੋ, ਮੈਂ ਬੋਲਾਂ। ਨਹੀਂ ਮੈਂ ਕਿਹਾ ਤੁਸੀਂ ਸ਼ੁਰੂ ਕਰਨ ਲੱਗੇ ਸੀ। ਉੱਥੇ ਜਦੋਂ ਚੌਂਕ ਦੇ ਵਿੱਚ ਪਹੁੰਚੇ SP, ਜਦੋਂ ਬਾਅਦ ਜੇ ਵੈਰੀਫਾਈ ਕੀਤਾ SP ਸ਼ਰਮਾ ਸੀ ਜਾਂ ਉਹਨਾਂ ਦੇ ਨਾਲ ਜਿਹੜੇ ਗੁਰਦੀਪ ਸਿੰਘ ਭਦੇਰ ਦੀ ਗੱਲ ਕਰਦੇ ਉਹ ਸੀਗੇ, ਉਹਨਾਂ ਦੇ ਨਾਲ ਖੈਬੜਬਾਜੀ ਕਿਤੇ ਉੱਥੇ ਹੋਈ
ਹੋਈ ਹੈ ਕਿ ਤਲਖੀਬਾਜੀ ਦੇ ਵਿੱਚ ਜਿਹੜੀ ਗੋਲੀਆਂ ਚੱਲੀਆਂ FIR ਉਸੇ ਵੇਲੇ ਦਰਜ ਕਰਤੇ ਸੀ, ਬਾਅਦ ਚੋਂ ਨਾਮ ਪਾ ਦਿੱਤਾ ਗਿਆ ਉਸੇ ਹੀ ਗੁਰਦੀਪ। ਹੁਣ ਬਾਰ-ਬਾਰ ਨਾ ਗੱਲ ਸੁਣ ਲਓ, ਹੁਣ ਮੇਰੀ ਗੱਲ ਪੂਰੀ ਤਾਂ ਸੁਣ ਲਓ, ਪੂਰੀ ਗੱਲ ਮੇਰੀ ਕੰਪਲੀਟ ਹੋ ਲੈਂਦਾ, ਮੇਰੀ ਗੱਲ ਕੰਪਲੀਟ ਹੋ ਲੈਂਦਾ, ਮੇਰੀ ਗੱਲ ਪਹਿਲਾਂ ਪੂਰੀ ਕੰਪਲੀਟ, ਫਿਰ ਗੱਲ ਟੁੱਟ ਜਾਣੀ ਹੈ ਜੀ। ਨਹੀਂ ਪਰਮੇਸ਼ਰ ਜੀ ਗੱਲ ਸੁਣ ਲਓ, ਮੈਂ ਪਰ ਗੱਲ ਮੇਰੀ ਕੰਪਲੀਟ ਹੋ, ਤੁਸੀਂ ਤਾਂ ਆਪ ਤੇਰ ਬਣ ਕੇ ਕੰਮ ਕਰ ਰਹੇ ਹੋ, ਮੇਰੇ ਨਾਲ ਗੱਲ ਤੱਕ ਕਰ ਲੈਂਦਾ, ਮੈਨੂੰ ਨਾ ਤੇਰ ਬਣ ਕੇ ਨਾ ਮੇਰੀ ਗੱਲ ਪੂਰੀ ਸੁਣ ਲੈਂਦੋ, ਪਹਿਲਾਂ ਮੇਰੀ ਗੱਲ ਕੰਪਲੀਟ ਹੋ ਲੈਂਦੋ, ਮੇਰੀ ਗੱਲ ਕੰਪਲੀਟ। ਗੱਲ ਹੈ ਵੀ ਬਾਰ-ਬਾਰ ਨਾ ਕਾਂਗਰਸ ਕਹਿ ਰਹੀ ਹੈ, ਦੇਖਿਆ ਬਾਰ-ਬਾਰ ਕਾਂਗਰਸ ਕਹਿ ਰਹੀ ਹੈ ਕਿ ਅਕਾਲੀ ਦਲ ਨੇ ਉਹ ਰਿਟ ਲਾਈ ਸੀ ਜੀ, ਫਲਾਣਾ ਕੀਤਾ। ਅਕਾਲੀ ਦਲ ਨੇ ਕੋਈ ਰਿਟ ਨਹੀਂ ਲਾਈ ਸੀ, ਰਿਟ ਗੱਲ ਦੱਸ ਦੇਣਾ ਤਾਂ ਉਹਦੇ ਜਵਾਬ ਦੇਣਾ। ਗੁਰਦੀਪ ਸਿੰਘ ਭਦੇਰ ਨੇ ਇਹ ਰਿਟ ਲਾਈ ਸੀਗੀ ਵੀ ਸਾਡੇ ਨਾਲ ਤੱਕ ਜੋ ਵੀ ਹੈ ਉਹਦੇ ਠੀਕ ਹੈ ਨਾ, ਉਹਦਾ ਕੁਝ ਹੋਇਆ ਕੋਈ ਅਕਾਲੀ ਦਲ ਦੇ ਨੇ ਨਹੀਂ ਕਿ ਇਹ ਜਿਹੜੇ ਬਾਰ-ਬਾਰ ਖੁਸ਼ੀਆਂ ਮਨਾਈ ਜਾ ਰਹੇ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਤੇ, ਅਸੀਂ ਤਾਂ ਚਾਹੁੰਦੇ ਹਾਂ ਕਿ ਸੱਚਾਈ ਬਾਹਰ ਆਵੇ। ਹੁਣ ਉਹ ਤੁਸੀਂ ਇੱਕ ਤੱਤ ਲਿਆ ਕੇ ਦਿਓ ਨਾ, ਤੁਸੀਂ ਵੀ ਪੱਤਰਕਾਰ ਹੋ ਦਿਓ, ਤੁਸੀਂ ਐ ਨਾ ਗੱਲ। ਹੁਣ ਮੈਂ ਤੁਹਾਨੂੰ ਤੱਤ ਦੇਣਾ, ਨੋਟ ਕਰ ਲੈਣ, ਇਹਨਾਂ ਨੂੰ ਬੜਾ ਤੱਥਾਂ ਦੀ ਗੱਲ ਹੈ ਨਾ। ਪਹਿਲਾ ਤੱਥ ਲਿਖੋ 84 ਨੰਬਰ ਆ ਲੋ 86 ਨੰਬਰ ਤੇ ਸਪਸ਼ਟ ਕੀਤਾ ਜੱਜ ਨੇ। ਹੁਣ 86 ਨੰਬਰ ਤੇ ਹੁਣ ਅਗਲੀ ਵੀ ਸੁਣੋ, ਹੁਣ ਉਹ ਵੀ ਦੱਸ ਰਿਹਾ, ਉਹ ਵੀ 63 ਨੰਬਰ ਤੇ ਚੁੱਕ ਲਿਓ, ਇੱਕ ਤਾਂ ਮਾਫੀ ਮੰਗੀ ਉਹਨੇ, 5000 ਜੁਰਮਾਨਾ ਲੱਗਾ। ਹੁਣ ਗੱਲ ਨਹੀਂ ਸੁਣਨੀ, ਹੁਣ ਸੱਚਾਈ ਗੱਲ ਨਹੀਂ ਸੁਣਨੀ, ਸੱਚਾਈ ਨਹੀਂ ਸੁਣਨੀ, ਡਰ ਲੱਗਦਾ। ਹੁਣ ਸੁਣ ਲਓ, ਮੈਂ ਤੱਥ ਦੇਣ ਲੱਗਾ, ਹੁਣ ਤੱਥ ਸੁਣਦੇ ਨਹੀਂ। ਹੁਣ ਤੱਥ ਕਿਉਂ ਨਹੀਂ ਸੁਣਦੇ ਚੰਨੀ ਜੀ? ਤੁਸੀਂ ਚੰਨੀ ਜੀ ਮੈਂ ਹੱਥ ਜੋੜਦਾ, ਤੁਹਾਡੇ ਤੱਥ ਸੁਣ ਲੈਂਦੋ, ਮੈਨੂੰ ਪਤਾ ਕੀ ਹੋ ਰਿਹਾ। ਆਪਾਂ ਸੁਣ ਲਓ, ਹੁਣ ਦੇਖੋ ਨਾ ਆਹੀ ਤਾਂ ਗੱਲ। ਹਾਂ ਯਾਰ ਗੱਲ ਸੁਣੋ ਮੇਰੀ, ਧਿਆਨ ਨਾਲ ਮੇਰੀ ਗੱਲ ਸੁਣੋ ਭਾਈ ਜੀ, ਗੱਲ ਸਮਝ ਮੇਰੀ ਬਸ ਕਰੋ ਜੀ, ਉਹ ਬਾਤ ਤੁਹਾਡੇ ਕੋਲ ਤਾਂ ਸਾਰਾ ਕੁਝ ਹੈਗਾ। ਤੇ 14 ਸਾਲ ਤੋਂ ਚੁੱਪ ਕਰਕੇ ਬੈਠੇ ਹੋਏ, ਆਜੋ ਸਾਹਮਣੇ ਫਰੰਟ ਤੇ। ਕਿਉਂ ਫਰੰਟ ਤੇ ਆਨੇ? ਫਿਰ ਆਪਾਂ ਕੈਪਟਨ ਦੀ ਕੋਠੀ 'ਤੇ ਹੋਰ ਕਰਨ ਕੀ ਜਾਂਦੇ ਆ? ਸਿਰਫ ਆਪਾਂ ਉਹਨਾਂ ਦੀ ਆਈਡੀਓਲੋਜੀ ਚੱਲਦੇ ਆ। ਸਭ ਪਤਾ ਮੈਨੂੰ ਕਿਹੜਾ ਨਹੀਂ ਪਤਾ, ਮੈਂ ਕਹਿ ਰਿਹਾ ਵੀ ਹੁਣ ਆ ਗੱਲ ਸੁਣ ਲਓ, ਆ ਗੱਲ ਸੁਣੋ, ਆ ਲੋ ਤੁਸੀਂ ਲੱਡੂ ਵੰਡੇ ਆ, ਤੁਸੀਂ ਝੂਠ ਕਿਉਂ ਬੋਲਦੇ ਹੋ? ਤੁਸੀਂ ਲੱਡੂ ਵੰਡੇ ਹੋਣੇ ਆ, ਤੁਸੀਂ ਝੂਠ ਬੋਲਦੇ ਹੋ। 84 ਦੇ ਤੁਸੀਂ ਲੱਡੂ ਇਹਨਾਂ ਕੋ ਵੰਡਾਏ, ਤੁਸੀਂ ਖਾਦੇ ਹੋਣੇ ਤੇ ਇਹਨਾਂ ਨੇ ਵੰਡੇ ਹੋਣੇ ਆ। ਤੁਸੀਂ ਵੰਡੇ ਹੋਣੇ ਆ। ਸੱਜਣ ਕੁਮਾਰ ਜਦੋਂ ਅੰਦਰ ਸੀ ਤੁਹਾਡੇ ਮੂੰਹ 'ਚ ਘੁਗਣੀਆਂ ਪੈ ਗਈਆਂ ਸੀ, ਜਦੋਂ ਸੱਜਣ ਕੁਮਾਰ ਨੂੰ ਅੰਦਰ ਕੀਤਾ ਗਿਆ ਉਦੋਂ ਘੁਗਣੀਆਂ ਪੈ ਗਈਆਂ ਸੀ ਮੂੰਹ 'ਚ। ਫਿਰ ਗੱਲ ਹੁਣ ਪੂਰੀ ਸੁਣਨ ਨਹੀਂ ਦਿੰਦੇ, ਹੁਣ ਆਪ ਬੋਲਦੇ ਵਿੱਚ, ਹੁਣ ਆਪ ਬੋਲਦੇ। ਇਹਨਾਂ ਨੇ ਜਵਾਬ ਮੰਗਿਆ ਮੈਨੂੰ ਤੱਥ ਦੇ, ਮੈਂ ਤੱਥ ਦੇਣ ਲੱਗਾ ਹੁਣ ਇਹਨਾਂ ਨੂੰ, ਜਿਹੜੇ ਤੁਸੀਂ ਰਿਪੋਰਟ ਦੇ ਤੱਥ। ਹੁਣ ਮੈਂ ਤੱਥ ਇਹਨਾਂ ਨੂੰ ਦੇਣ ਲੱਗਾ, ਮੇਰੇ ਕੋਲ ਤੱਥ ਸੁਣਨ। ਹਾਂ ਸੁਣੋ, ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਜਿਹੜੀ ਰਿਪੋਰਟ ਦੀ ਤੁਸੀਂ ਤੱਥ ਦੇ ਰਹੇ ਹੋ, ਉਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਸਪਸ਼ਟ ਕਰ ਚੁੱਕਿਆ ਕਿ ਇਹ ਬਾਦਲ ਪਰਿਵਾਰ ਨੇ ਜਾਂ ਉਸ ਅਕਾਲੀ ਦਲ ਵੱਲੋਂ ਕੋਈ ਨਹੀਂ ਸੀ ਕੀਤਾ, ਜਾਂ ਕਾਂਗਰਸ। ਮੈਂ ਤਾਂ ਕਹਿ ਰਿਹਾ, ਮੈਂ ਤੁਹਾਨੂੰ ਕਾਂਗਰਸ ਦੀ ਸਪਸ਼ਟ ਕਰ ਰਿਹਾ ਨਾ ਨੀਤੀ, ਜਿਹੜੀ ਕੋਰਟ ਵੱਲੋਂ ਲਿਖੀ ਕਾਂਗਰਸ ਦੀ ਸਥਿਤੀ ਸਪਸ਼ਟ ਕਰ ਰਿਹਾ, ਉਹ ਤੁਸੀਂ ਸੁਣੋ। ਉਹ ਨਹੀਂ ਸੁਣ ਰਹੇ ਆਪਾਂ, ਜਿਹੜੀ ਸਪਸ਼ਟ ਕਰ ਰਿਹਾ ਮੈਂ ਦੇ ਰਿਹਾ ਜੀ। ਕਿਉਂਕਿ ਨੀਤੀ ਕਿਉਂ ਸੀਗੀ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੇ ਪਿੱਛੇ ਕੀ ਸਿਰਫ ਕੁਰਸੀ ਦਾ ਇੱਕ ਮੋਚਣਾ ਸੀਗਾ, ਹੋਰ ਤਾਂ ਕੋਈ ਮਤਲਬ ਹੀ ਨਹੀਂ ਸੀਗਾ। ਹੁਣ ਤੱਥ ਨੋਟ ਕਰਿਓ ਜੀ, ਮਾਫੀ ਵਾਲਾ 63 ਨੰਬਰ ਦਾ ਉਹਨਾਂ ਕੋਲ ਨੈਟ ਤੇ ਜਾਰੀ ਹੈ। ਫਿਰ ਉਹਨਾਂ ਨੂੰ ਗੱਲ ਪਤਾ ਹੀ ਨਹੀਂ। ਤੁਸੀਂ ਪਰਮੇਸ਼ਰ ਜੀ ਕਿਉਂ ਨਹੀਂ ਸੁਣਦੇ? ਨਾ ਸੁਣੋ, ਉਹਨਾਂ ਨੇ ਸੁਣੋ। ਹੁਣ ਲਿਖੋ, ਪੇਸ਼ ਕਰਦੇ ਉਹਦੇ ਮਗਰ ਮਿਸ ਮੈਨੇਜਮੈਂਟ ਲਿਖੋ, ਗਵਰਨਮੈਂਟ ਰੂਲਿੰਗ ਗਵਰਨਮੈਂਟ ਲਿਖੋ ਨਾ, ਪੇਸ਼ ਹੀ ਨਹੀਂ ਕੀਤੀ ਜਿਹੜੀ ਹੋਣੀ ਚਾਹੀਦੀ। ਮੈਂ ਕਹਿ ਰਿਹਾ ਲਿਖੋ, ਫਿਰ ਕਿਉਂ ਨਹੀਂ ਲਿਖਦੇ? ਇੱਥੇ ਲਿਖਿਆ ਆ ਦੇਖੋ 63 ਨੰਬਰ ਚੱਜ ਤੇ ਕੀ ਪੰਨੇ ਤੇ ਲਿਖਿਆ ਦੇਖਿਆ? ਤੁਸੀਂ ਸੁਣਨਾ ਨਹੀਂ ਚਾਹੁੰਦੇ, ਅਸਲ 'ਚ ਸੱਚਾਈ ਨਹੀਂ ਸੁਣਨਾ ਚਾਹੁੰਦੇ, ਸਿਰਫ ਆਪਣੀਆਂ ਰੋਟੀਆਂ ਸੇਕਣਾ ਚਾਹੁੰਦੇ ਆ। ਚਾਹੇ ਹੁਣ ਚਿੱਲੜ ਕਾਂਡ ਹੋਵੇ ਚਾਹੇ ਦੂਜਾ ਕਾਂਡ ਹੋਵੇ, ਸਿਰਫ ਰੋਟੀਆਂ ਸੇਕ ਰਹੇ ਆਪਾਂ ਰੋਟੀਆਂ ਸੇਕ ਰਹੇ ਆ। ਆਪਾਂ ਇਹ ਗੱਲ ਯਾਦ ਰੱਖ ਲੈਣਾ, ਗੁਰੂ ਮਹਾਰਾਜ ਸਾਡੇ ਸਮਰੱਥ ਹੈ। ਗੁਰੂ ਮਹਾਰਾਜ ਨੇ ਕਿਸੇ ਕਰਕੇ ਚੱਲਣਾ, ਗੁਰੂ ਮਹਾਰਾਜ ਨੇ ਆਪਣੇ ਆਪ ਹੀ ਇਹਦਾ ਨਿਤਾਰਾ ਕਰ ਦੇਣਾ, ਬਿਲਕੁਲ ਨਿਤਾਰਾ ਕਰ ਦੇਣਾ ਆ। ਬਿਲਕੁਲ ਕੱਖ ਨਹੀਂ ਰਹਿਣਾ ਕਿਸੇ ਦਾ। ਕੀੜੇ ਵੀ ਪੈਣੇ ਉਹਨਾਂ ਨੂੰ, ਜਿਹੜਾ ਵੀ ਹੈਗਾ ਵਿੱਚ ਕੀੜੇ ਵੀ ਪੈਣੇ ਆ। ਹਾਂ, ਜਿਹੜੇ ਸਿਆਸਤ ਕਰ ਰਹੇ ਉਹਨਾਂ ਨੂੰ ਕੀੜੇ। ਮੈਂ ਹੁਣ ਤੁਹਾਨੂੰ ਗੱਲ ਦੱਸਣਾ ਚਾਹੁੰਦਾ, ਹੁਣ ਗੱਲ ਸੁਣੋ। ਤੁਸੀਂ ਤੱਥ ਦੀ ਗੱਲ ਕੀਤੀ, ਜਿਹੜੇ ਤੱਥ ਪੇਸ਼ ਕਰ ਰਹੇ ਆ ਇਹਦੇ ਮਗਰ ਬੈਕਗ੍ਰਾਉਂਡ ਦੇਖੋ ਕੀ ਆ। ਬੈਕਗ੍ਰਾਉਂਡ ਹਾਈ ਕੋਰਟ ਹੈ, ਬੈਕਗ੍ਰਾਉਂਡ ਹਾਈ ਕੋਰਟ ਹੈ। ਹਾਈ ਕੋਰਟ ਨੇ ਜੋ ਕੀਤਾ, ਸੁਪਰੀਮ ਕੋਰਟ ਨੇ ਜਿੰਨੇ ਹੁਣ ਗੱਲ ਤਾਂ ਤੱਥਾਂ ਤੱਕ ਪਹੁੰਚਣ ਦੇਣੀ ਨਹੀਂ। ਤੁਸੀਂ ਮੈਂ ਬੰਦ ਕਰਕੇ ਬਹਿਣਾ, ਤੁਸੀਂ ਬੋਲੋ, ਮੈਂ ਥੋੜਾ ਪਿੱਛੇ ਹੋ ਜਾਣਾ, ਤੁਸੀਂ ਬੋਲੋ। ਮੈਂ ਤੱਥ ਤੁਸੀਂ ਸੁਣਨਾ ਨਹੀਂ ਚਾਹੁੰਦੇ, ਬੋਲੋ। ਤਿੰਨੋਂ ਜਾਣੇ ਬੋਲੋ ਜੀ, ਬੋਲੋ। ਕਰੋ। ਨਹੀਂ ਕਰੋ। ਅੱਤਵਾਦੀ ਰਿਹਾ ਕੀਤੇ ਆ, ਕਰੋ। ਆਪ ਬਿਆਨ ਦੇ ਕੇ ਜਿਨ੍ਹਾਂ ਨੂੰ ਉਮਰ ਕੈਦਾਂ ਦੀਆਂ ਸਜ਼ਾ ਹੋਣ ਲੱਗੀਆਂ ਸੀ, ਉਹ ਸਾਰੇ ਰਾਜ ਬਾਗ ਆਉਂਦੇ ਆ। ਸਾਰੀ ਜਿੰਨੀ ਕੋਰਟਾਂ ਨੇ ਪਹਿਲਾਂ ਦੱਸ ਚੁੱਕੇ ਨੇ, ਅੱਜ ਕੱਲ੍ਹ ਜਿੰਨੀਆਂ ਕੋਰਟਾਂ ਚਾਹੇ ਉਹ ਸੁਪਰੀਮ ਕੋਰਟ ਹੈ, ਹਾਈ ਕੋਰਟ ਹੈ, ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਨੇ। ਫਿਰ ਸੱਜਣ ਕੁਮਾਰ ਨੂੰ ਅੰਦਰ ਕਿੰਨੇ ਕਰਾਇਆ? ਸੱਜਣ ਕੋਰਟ ਨੇ ਕੀਤਾ ਨਾ ਅੰਦਰ, ਸੱਜਣ ਕੁਮਾਰ ਨੂੰ ਕੀਤਾ ਅੰਦਰ, ਕਰਕੇ ਦਿਖਾਇਆ ਨਾ। ਤੁਹਾਡੇ ਮੂੰਹ ਚੋਂ ਆਵਾਜ਼ ਵੀ ਨਹੀਂ ਨਿਕਲੀ। ਤੁਸੀਂ ਕਾਂਗਰਸ ਦੇ
ਏਜੰਟ ਉਤਾਰ ਕੇ ਸੱਜਣ ਕੁਮਾਰ ਦੇ ਉੱਤੇ ਤੁਹਾਡੇ ਆਵਾਜ਼ ਨਹੀਂ ਨਿਕਲੀ, ਤੁਹਾਡੇ ਮੂੰਹ ਚੋਂ ਆਵਾਜ਼ ਨਿਕਲੀ, ਤੁਸੀਂ ਵੈਲਕਮ ਕੀਤਾ ਕੋਰਟ ਦਾ, ਤੁਸੀਂ ਵੈਲਕਮ ਕੀਤਾ, ਕਾਂਗਰਸ ਦਾ ਕੋਈ ਤੁਸੀਂ ਤੇ ਫਿਰ ਸੱਜਣ ਕੁਮਾਰ ਦਾ ਕਿਉਂ ਨਹੀਂ ਵੈਲਕਮ ਕੀਤਾ ਵੀ ਉਹਨੂੰ ਅੰਦਰ ਕੀਤਾ? ਦਿੱਲੀ ਮਜ਼ਾਰਾ ਕੁਛ ਨਹੀਂ ਉਜਾਰਾ ਕੀਤਾ ਤੁਸੀਂ, ਕੁਛ ਨਹੀਂ, ਗੱਲ ਨਹੀਂ ਆਣੇ ਤੁਸੀਂ, ਕੁਛ ਨਹੀਂ ਆਣਾ ਤੁਸੀਂ ਤੱਤਾ ਦੇ ਆਣਾ ਹੀ ਨਹੀਂ। ਕੋਰਟ ਪੇਸ਼ ਹੋ ਰਿਹਾ ਗੋਸ਼ਾ ਜੀ ਬੈਠੇ ਆਪਦੇ ਮੂਹਰੇ, ਉਹਦੇ ਪਿੱਛੇ ਕਾਰਨ ਪਤਾ ਕੀ ਆ? ਫਿਰ ਆਪਾਂ ਕੋਰਟ ਕਿਉਂ ਜਾਣੇ? ਆਪਾਂ ਹੁਣ ਚੱਲਣ ਵਾਸਤੇ ਕੋਰਟ ਕਿਉਂ ਗਏ? ਕਿਉਂ ਗਏ? ਜੇ ਕੋਰਟ ਤੇ ਵਿਸ਼ਵਾਸ ਨਹੀਂ ਕਿਉਂ ਗਏ? ਹਾਂ ਸੁਣ ਤਾਂ ਤੁਸੀਂ ਤਾਂ ਸੁਣੇ ਨਹੀਂ, ਤੁਸੀਂ ਤਾਂ ਗੱਲ ਮੇਰੀ ਕਰ, ਆਵਾਜ਼ ਤਾਂ ਮੇਰੀ ਸੀ ਬੋਲਣ ਦੀ ਤੇ ਤੁਸੀਂ ਬੋਲਣ ਲੱਪੇ, ਆਵਾਜ਼ ਤਾਂ ਮੇਰੀ ਸੀ ਬੋਲਣ ਦੀ, ਤੁਸੀਂ ਕਿਉਂ ਬੋਲਣ ਲੱਪੇ? ਸਮੇਂ ਤਾਂ ਮੇਰਾ ਸੀਗਾ, ਨਾ 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 ਸਮਾਂ ਤਾਂ ਮੇਰਾ ਸੀਗਾ, ਅਨਪਰਮੇਨਸ ਹਾਂ ਸਰਕਾਰ ਜ਼ਿੰਮੇਵਾਰ ਆ, ਇਹਨਾਂ ਨੇ ਕਹਿੰਦੀ ਕੀਤੀ ਆ, ਕੈਪਟਨ ਸਰਕਾਰ ਨੇ ਇੰਟਰਸਟ ਨਹੀਂ ਲਿਆ, ਇੰਟਰਸਟ ਨਹੀਂ ਲਿਆ ਵੀ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ, ਪਰਸੋਂ ਇਹ ਸਜ਼ਾ ਦੋਸ਼ੀ ਕਿਹੜਾ ਮਰਜ਼ੀ ਹੋਵੇ, ਪਰ ਕਾਂਗਰਸ ਸਰਕਾਰ ਨੇ ਇਸ ਗੱਲ ਦੇ ਯਾਰ ਇਹ ਦੂਸ਼ਣਬਾਜ਼ੀ ਆ ਜਿਹੜੀ ਤੁਹਾਡੇ ਸਟੇਜਾਂ ਵਾਸਤੇ ਆ। ਹੁਣ ਤੁਸੀਂ ਦੱਸੋ ਜੀ। ਹੁਣ ਮੈਂ ਜਿਹੜੀ ਗੱਲ ਕੰਪਲੀਟ ਕਰ ਰਿਹਾ, ਜਿਹੜੀ ਕਰਦਾ ਪਿਆ ਸੀ ਹੁਣ ਕਰਦਾ, ਹੁਣ ਇਹਨਾਂ ਨੇ ਬੋਲਿਆ, ਮੈਂ ਹੁਣ ਪਰਮੇਸ਼ਰ ਜੀ ਮੈਨੂੰ ਤਾਂ ਗੱਲ ਕਰ ਲੈਂਦਾ। ਦੇਖੋ 63 ਨੰਬਰ ਜੱਜ ਨੇ ਨਾ, ਪੰਨਾ ਨੰਬਰ 63 ਕੀ ਲਿਖਿਆ ਅੱਗੋਂ ਸੁਣੇ ਤਾਂ ਹੈ ਹੀ ਨਹੀਂ, ਤਾਂ ਕਿੱਦਾਂ ਗੱਲ ਹੋ ਗਈ? ਕਿੱਦਾਂ ਗੱਲ? ਨਹੀਂ ਨਹੀਂ ਮਾਫੀ ਤੋਂ ਅੱਗੇ ਗੱਲ ਤਾਂ ਸੁਣ ਲਓ, ਅਗਲੀ ਸੁਣ ਲਓ, ਆ ਲਓ। ਉਹਨਾਂ ਨੇ ਸਪਸ਼ਟ ਜ਼ਿਕਰ, ਹੁਣ ਗੱਲ ਕਰਨੀ ਦੇਣੀ, ਉਹਨਾਂ ਸਪਸ਼ਟ ਜ਼ਿਕਰ ਕੀਤਾ ਕਿ ਮੌਜੂਦਾ ਕਾਂਗਰਸ ਸਰਕਾਰ ਦਾ ਉਸ ਨੂੰ ਖੁੱਲ ਕੇ ਤਾਪੜਾ ਸੀ, ਬਿਲਕੁਲ ਤਾਪੜਾ, ਠੀਕ ਹੈ, ਹਾਂ ਕਹਿ ਚੁੱਕੇ। 64 ਨੰਬਰ ਅਗਲਾ ਬੰਨਾ ਵੀ ਪੜ੍ਹ ਲਓ। 64 ਨੰਬਰ ਤੇ ਕੁੰਵਰ ਵਿਜੇ ਪ੍ਰਤਾਪ ਨੇ ਖੁਦ ਪ੍ਰਵਾਨ ਕੀਤਾ ਕਿ ਬਤੌਰ ਜਾਂਚ ਅਧਿਕਾਰੀ ਉਹ ਸਰਕਾਰ ਦੀਆਂ ਸਿੱਧੇ ਹਦਾਇਤਾਂ ਤੇ ਕੰਮ ਕਰਦਾ ਰਿਹਾ। ਮੈਂ ਤਾਂ ਗੱਲ, ਹਾਂ ਬਿਲਕੁਲ ਬਿਲਕੁਲ, ਮੈਂ ਤੁਹਾਡੀ ਗੱਲ ਦੀ ਗੱਲ ਹੀ ਕਰ ਰਿਹਾ ਨਾ, ਹੁਣ ਗੱਲ ਹੀ ਨਹੀਂ ਪੂਰੀ ਹੋਣ ਦੇਣੀ। ਤੁਸੀਂ ਗੱਲ ਕਿਉਂ ਨਹੀਂ ਪੂਰੀ ਹੋਣ ਦੇਣੀ? ਤੁਸੀਂ ਸਤਿਕਾਰਯੋਗ ਗੱਲ ਤਾਂ ਪੂਰੀ ਹੋ ਲੈਂਦੇ ਹੋ, ਗੱਲ ਬਾਰ-ਬਾਰ ਇੱਕ ਦੂਜੇ ਦੇ ਟਾਈਮ ਲਈ ਜਾਣਾ। ਹੁਣ ਮੇਰੀ ਗੱਲ ਤਾਂ ਬੋਲਣ ਦੇ ਪੂਰੀ ਕਰਨ ਨਹੀਂ ਦਿੰਦੇ, ਹੋ ਗਈ ਨਾ ਨਹੀਂ। ਹੁਣ ਗੱਲ ਮੈਂ ਦੱਸ ਰਿਹਾ ਨਾ ਅਸਲ 'ਚ ਕੀ ਕਾਰਨ, ਕਿ ਸੱਚਾਈਆਂ ਕਿਉਂ ਨਹੀਂ ਬਾਹਰ ਆਉਂਦੀਆਂ। ਦੇਖੋ ਜਦੋਂ ਇੱਕ ਪਾਰਟੀ ਸਰਕਾਰ ਦੀ ਰਾਜ ਸੱਤਾ 'ਚ ਇਸ ਕਰਕੇ ਜਾਵੇ, ਇੱਕ ਸਰਕਾਰ ਦੀ ਪਾਰਟੀ ਸੱਤਾ 'ਚ ਆਵੇ, ਉਸ ਕਾਰਨਾਂ ਤੇ ਉਹਨਾਂ ਨੂੰ ਸੱਚਾਈ ਨਾਲ ਕੋਈ ਮਤਲਬ ਨਹੀਂ। ਉਹਨਾਂ ਨੂੰ ਪਤਾ ਵੀ ਸਾਡੀ ਕੁਰਸੀ ਬਣ ਗਈ ਹੈ, ਸਾਨੂੰ ਸੱਚਾਈ ਜਾਂ ਝੂਠਣਾ ਨਹੀਂ ਪਤਾ, ਅਸੀਂ ਆਪਣੇ 5 ਸਾਲ ਆਨੰਦ ਕਰੀਏ, ਅਸੀਂ ਕੀ ਲੈਣਾ ਦੇਣਾ। ਸਿਰਫ ਹੁਣ ਲਾਸਟ ਟਾਈਮ ਦੇ ਆ ਕੇ ਹੁਣ ਇਹ ਕਿਉਂ ਮੁੱਦੇ ਉੱਠ ਰਹੇ ਆ? ਲਾਸਟ ਟਾਈਮ ਤੇ ਮੁੱਦੇ ਇਸ ਕਰਕੇ ਉੱਠ ਰਿਹਾ ਕਿਉਂਕਿ ਇਹਨਾਂ ਨੂੰ ਹੁਣ ਦੇਖ ਰਿਹਾ ਕਿ ਕੁਰਸੀ ਖੁੱਸ ਰਹੀ ਹੈ ਤੇ ਕੁਰਸੀ ਲੈ ਕੇ ਆਣੀ ਹੈ, ਤੇ ਹੁਣ ਕਿਸੇ ਨਾ ਕਿਸੇ ਤਰੀਕੇ ਗਾਇਬ ਕਰਨਾ ਚਾਹੁੰਦੇ। ਪਰ ਹਾਈ ਕੋਰਟ ਨੇ ਜਿਹੜੀ ਸਥਿਤੀ ਸਪਸ਼ਟ ਕੀਤੀ ਹੈ, ਇਹ ਮੂੰਹ ਤੇ ਚਪੇੜ ਹੈ ਕਾਂਗਰਸ ਦੇ ਮੂੰਹ ਤੇ, ਹਾਂ ਕਾਂਗਰਸ ਦੇ ਮੂੰਹ ਤੇ ਚਪੇੜ ਹੈ। ਚੁੱਪ ਕਰੋ ਇੱਕ ਮਿੰਟ ਨਵਦੀਪ ਜੀ, ਇੱਕ ਮਿੰਟ ਚੁੱਪ ਕਰੋ। ਇੱਕ ਚੀਜ਼ ਹੋਰ ਮੈਂ ਕਹਿਣਾ ਚਾਹੁੰਦਾ, ਤੁਸੀਂ ਸਾਰੇ ਮੇਰੇ ਨਾਲ ਹੀ ਸਵਾਲ ਕਰਨਾ ਹੈ। ਉਹ ਨਹੀਂ ਗੱਲ, ਇੱਕ ਮਿੰਟ ਗੋਸ਼ਾ ਜੀ ਨੇ ਆ ਰਿਪੋਰਟ, ਇੱਕ ਮਿੰਟ ਵਜੇ ਅਕਾਲੀ ਦਲ ਦੀ ਸਰਕਾਰ ਵੇਲੇ ਅਸੀਂ ਤੁਹਾਨੂੰ ਸਾਰੇ ਇਸ ਗੱਲ ਇੱਕ ਮਿੰਟ ਕੀ ਕਰ ਰਹੇ ਆ? ਤੇ ਤੁਹਾਡੀ ਸਰਕਾਰ ਜਿਹੜੇ ਪਿਛਲੇ ਹਫਤੇ ਬੇਦਬੀ ਹੋਈ, ਤੁਹਾਡੇ ਤੁਸੀਂ ਜ਼ਿੰਮੇਵਾਰ ਵੱਧ ਹੋ, ਤੁਸੀਂ ਵੱਧ ਜ਼ਿੰਮੇਵਾਰ ਹੋ, ਵੱਧ ਜ਼ਿੰਮੇਵਾਰ ਹੋ। 84 ਦੇ ਵਿੱਚ ਜੋ ਤੁਸੀਂ ਕੀਤਾ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ। ਜਦੋਂ ਸੱਜਣ ਕੁਮਾਰ ਅੰਦਰ ਗਿਆ ਸੀ ਉਦੋਂ ਚੁੱਪ ਤਾਂ ਕਰ ਜਾਂਦੇ। ਅਕਾਲੀ ਦਲ ਕੋਲ ਤਾਂ 1.5 ਸਾਲ ਤੁਹਾਡੇ ਕੋਲ ਹਾਂ 5 ਸਾਲ ਲੱਗੇ, 5 ਸਾਲ ਲੱਗੇ। 5 ਸਾਲ ਦੇ ਵਿੱਚ ਕੀ ਕੀਤਾ ਅਕਾਲੀ ਦਲ ਕੋਲ? 1.5 ਸਾਲ ਸੀ, 1.5 ਸਾਲ ਜੇ ਸਰਕਾਰ ਪ੍ਰਧਾਨ ਸਾਹਿਬ ਬਾਦਲ ਜਾਂ ਕੋਈ ਅਕਾਲੀ ਦਲ ਦਾ ਹੁੰਦਾ ਕਾਂਗਰਸ ਫੈਸਲਾ ਲੋਕਾਂ ਨੇ ਕਰਨਾ, ਤੁਸੀਂ ਨਹੀਂ ਕਰਨਾ। ਸੀਐਮ ਨੇ ਕਰਨਾ, ਕੋਰਟ ਨੇ ਕਰਨਾ, ਤੁਸੀਂ ਅਣਗਹਿਲੀ ਕਿਉਂ ਕੀਤੀ? ਤੁਸੀਂ ਅਣਗਹਿਲੀ ਕਿਉਂ ਕੀਤੀ? ਆਪਣੀਆਂ ਗਲਤੀਆਂ ਛੁਪਾਉਣ ਵਾਸਤੇ ਦੂਜੇ ਤੇ ਗੱਲ ਕਰੋ, ਆਪਣੀ ਗੱਲ ਕਰੋ, ਆਪਣੀ ਗੱਲ ਨਹੀਂ ਕਰਨੀ, ਆਪਣੀ ਗੱਲ ਨਹੀਂ ਕੀਤੀ। ਸ਼ੀਲਾ ਜੀ ਨੇ ਆਪਣੀ ਗੱਲ ਇੱਕ ਵਾਰੀ ਕਾਂਗਰਸ ਦੀ ਸਪਸ਼ਟ ਕੀਤੀ ਹੈ ਕਿ ਕਾਂਗਰਸ ਨੇ ਚੰਗਾ ਕੀਤਾ ਮਾੜਾ ਕੀਤਾ ਕਰਨੀ ਨਹੀਂ, ਉਹਨਾਂ ਨੂੰ ਲੋੜ ਹੀ ਨਹੀਂ ਹੈਗੀ। ਉਹਨਾਂ ਨੂੰ ਸਿਰਫ ਇੱਕੋ ਹੀ ਟਾਰਗੇਟ ਹੈ, ਬਾਦਲ ਆਪਣੀ ਕੋਈ ਗੱਲ ਨਹੀਂ ਕਰਨੀ ਵੀ ਕੈਪਟਨ ਨੇ ਕੀ ਕੀਤਾ, ਲੋਕ ਕਿੱਦਾਂ ਮਰਦੇ ਪਏ, ਉਹ ਨਹੀਂ ਗੱਲ ਕਰਨੀ। ਜਿਹੜੀ ਪਿਛਲੇ ਇੱਕ ਮਿੰਟ ਵਿਜੇ ਕੁੰਵਰ ਪ੍ਰਤਾਪ ਜੀ ਪਿਛਲੇ ਹਫਤੇ ਜਿਹੜੀ ਬੇਦਬੀ ਹੋਈ ਹੈ ਉਹਦਾ ਕਾਰਨ ਕੀ ਸੀਗਾ? ਉਸ ਤੋਂ ਪਹਿਲਾਂ ਜਿਹੜੀਆਂ ਸੈਕਿੰਡ ਜਿਹੜੀਆਂ ਬੇਦਬੀਆਂ ਕਾਂਗਰਸ ਰਾਜ 'ਚ ਹੁਣ ਹੋ ਚੁੱਕੀਆਂ 4 ਸਾਲ 'ਚ, ਉਹਦੇ ਕਿਉਂ ਨਹੀਂ ਬੋਲਦੇ? ਉਦੋਂ ਕਿਉਂ ਨਹੀਂ ਬੋਲਦੇ? ਤੁਸੀਂ ਬੋਲੋ, ਤੁਸੀਂ ਕਿਉਂ ਬੋਲਦੇ? ਤੁਸੀਂ ਕਿਉਂ ਨਿਰਪੱਖ ਰੱਖੋ? ਤੁਸੀਂ ਆਪਣੇ ਤੁਸੀਂ ਕਹੋ ਸੈਂਕੜੇ ਬੇਦਬੀਆਂ ਹੋਈਆਂ, ਤੁਸੀਂ ਕਹੋ ਸੈਂਕੜੇ ਬੇਦਬੀਆਂ ਹੋਈਆਂ, ਤੁਸੀਂ ਸਵਾਲ ਪਾਓ, ਤੁਸੀਂ ਸਵਾਲ ਪਾਓ ਸੈਂਕੜੇ ਜਿਹੜੇ ਬੇਦਬੀਆਂ ਕਾਂਗਰਸ ਰਾਜ 'ਚ ਹੋਈਆਂ ਕਿਉਂ ਨਹੀਂ ਬੋਲੇ? ਪਾਓ ਸਵਾਲ, ਕਿਉਂ ਨਹੀਂ ਬੋਲਦੇ? ਕੀ ਇਹ ਸਾਡੇ ਤੇ ਇਲਜ਼ਾਮ ਲਾ ਕੇ ਬਰੀ ਹੁੰਦੇ ਆ? ਜਿਆਦਾ ਸਭ ਤੋਂ ਜ਼ਿਆਦਾ ਰਿਸਪੌਂਸਿਬਲ। ਚਲੋ ਤੁਸੀਂ ਆਉਣਾ ਸਾਰਾ ਡਿਬੇਟ ਨਾਲ ਸਾਰਾ ਖਾਓ ਤੁਸੀਂ, ਨਹੀਂ ਗੱਲ ਕਰ ਲੈਂਦੇ। ਆਪਾਂ ਇੱਥੇ ਸਰਕਾਰ ਬਣਾਉਣ ਲਈ ਨਹੀਂ ਬੈਠੇ, ਉਹੀ ਕਹਿ ਰਹੇ ਨੇਤਾਰਾ ਕਰਨਗੇ, ਉਹੀ ਕਹਿ ਰਹੇ ਨੇਤਾਰਾ ਕਰਨਗੇ ਲੋਕ। ਇਹ ਤਾਂ ਵੋਟਾਂ ਨਾਲ ਤੋਲਦੇ ਪਏ ਆ, ਇਹ ਤਾਂ ਵੋਟਾਂ ਨਾਲ ਤੋਲਦੇ ਪਏ ਆ, ਹਾਂ ਇਹ ਵੋਟਾਂ ਨਾਲ ਤੋਲਦੇ ਪਏ ਆ। ਗੱਲ ਨਹੀਂ ਸੁਣਨੀ, ਕੋਈ ਫਾਇਦਾ ਨਹੀਂ। ਮੈਂ ਇੱਕ ਗੱਲ ਪੁੱਛਣਾ ਚਾਹੁੰਦਾ, ਮੇਰੇ ਕਾਂਗਰਸ ਵਾਲਾ ਵੀਰ ਬੈਠਾ ਹੈ ਵੀ ਸੈਂਕੜੇ ਜਿਹੜੀਆਂ ਹੁਣ ਕਾਂਗਰਸ ਰਾਜ 'ਚ ਬੇਦਬੀਆਂ ਹੋਈਆਂ ਉਹਦਾ ਜ਼ਿੰਮੇਵਾਰ ਕੌਣ ਹੈ? ਇਹਨਾਂ ਨੇ ਇੱਕ ਵਾਰੀ ਵੀ ਇਸ ਗੱਲ ਦੀ ਮੰਨੀ? ਇਸ ਵਾਰੀ ਇੱਕ ਵਾਰੀ ਮੰਨੂਗਾ ਉਹਦਾ ਜਵਾਬ ਦੇਣੇ ਦੇਣ। ਹੁਣ ਸ਼ੀਲਾ ਜੀ ਚੁੱਪ ਕਰਕੇ ਕਿਉਂ ਬੈਠੇ ਆ? ਹੁਣ ਚੁੱਪ ਕਰਕੇ ਕਿਉਂ ਬੈਠੇ ਆ? ਸਾਰਾ ਟਾਈਮ ਤੁਸੀਂ ਨਾ ਲਵੋ ਡਿਬੇਟ। ਬੋਲਣ ਮੇਰੇ ਬੋਲਣ, ਮੈਂ ਤਾਂ ਕਹਿ ਰਿਹਾ ਬੋਲਣ, ਬੋਲੋ ਨਹੀਂ ਇਹ ਬੋਲਣ, ਹੁਣ ਸ਼ੀਲਾ ਜੀ ਬੋਲਣ। ਹੁਣ ਚੁੱਪ ਕਰ ਜਾਂਦੇ ਜਦੋਂ ਆਪਣੀ ਗੱਲ ਆਉਂਦੀ ਹੈ।
ਹੁਣ ਇਹਨਾਂ ਨੂੰ ਫੇਰ ਕਹਿੰਦਾ ਨਾ ਅਕਾਲੀ ਦਲ ਨੇ ਆ ਕੀਤਾ ਜੀ, ਅਕਾਲੀ ਦਲ ਨੇ ਆਪਣਾ ਨਹੀਂ ਕੁਝ ਦਿਖਾਣਾ ਇਹਨਾਂ ਨੇ। ਨਹੀਂ ਲੈਣਾ ਜੇ ਬੇਅਦਬੀ ਇੱਕ ਮਿੰਟ ਸਾਡੀ ਲੋਕਾਂ ਨੇ ਸਾਨੂੰ ਇਹਦੀ ਲੋਕੀ ਸਾਨੂੰ ਇਸ ਗੁਨੇਗਾਰ ਦੇ ਦੇਣਗੇ, ਸਾਨੂੰ ਉਹ ਫਤਵਾ ਕਿੱਦਾਂ ਗੁਨੇਗਾਰ ਕਿੱਦਾਂ ਫਿਰ ਚੋਣਾਂ ਨਾਲ ਆ ਗਈ ਨਾ, ਫਿਰ ਚੋਣਾਂ ਨਾਲ ਰਿਲੇਟ ਕਰ ਲਈ, ਚੋਣਾਂ ਨਾਲ ਰਿਲੇਟ ਕੀਤੀ ਆ। ਪਲੀਜ਼ ਮੈਨੂੰ ਇੱਕ ਸ਼ੀਲਾ ਜੀ ਮੇਰੀ ਗੱਲ ਸੁਣੋ, ਤੁਸੀਂ ਬਹੁਤ ਨੌਜਵਾਨ ਆਗੂ ਹੋ, ਸੁਣੋ ਤੁਹਾਡੀ ਰੂਲਿੰਗ ਪਾਰਟੀ ਯਾਰ ਸਪੋਰਟ ਕਰੀ ਭਾਈ ਸਾਹਿਬ ਇੱਕ ਮਿੰਟ ਬੰਦ ਕਰੋ ਯਾਰ, ਆਪਣੀ ਗੱਲ ਬੰਦ ਕਰੋ। ਚਲੋ ਸ਼ੀਲਾ ਜੀ ਨੂੰ ਮੈਂ ਇੱਕ ਸਵਾਲ ਲਾਸਟ ਕਰਨਾ ਚਾਹੁੰਦਾ, ਖਤਮ। ਸੈਂਕੜੇ ਸਰੂਪਾਂ ਦੀ ਜਿਹੜੀ ਬੇਦਬੀ ਹੁਣ ਹੋਈ ਹੈ, ਤੁਹਾਨੂੰ ਇਹਦਾ ਕੋਈ ਦੁੱਖ ਨਹੀਂ? ਤੁਸੀਂ ਚੁੱਪ ਕਰੋ ਜੀ। ਤੁਹਾਨੂੰ ਕੋਈ ਦੁੱਖ ਨਹੀਂ? ਕੋਈ ਦੁੱਖ ਨਹੀਂ? ਕੀ ਦੁੱਖ ਮਨਾਇਆ ਤੁਸੀਂ ਦੱਸੋ, ਕੀ ਦੁੱਖ ਮਨਾਇਆ ਦੱਸੋ, ਦੱਸੋ ਨਾ, ਜਵਾਬ ਦਿਓ ਨਾ, ਨਾ ਜਵਾਬ ਦਿਓ, ਦੁੱਖ ਕੀ ਜਵਾਬ ਦਿਓ? ਨਹੀਂ ਜਵਾਬ ਦੇ ਦਿਓ ਫਿਰ, ਹੁਣ ਜਵਾਬ ਡਰਦੇ ਕਿਉਂ ਆ? ਤੈਨੂੰ ਕੱਲੇ ਨੂੰ ਲੱਗਿਆ ਨਹੀਂ ਇਹ ਜਵਾਬ ਕਿਉਂ ਨਹੀਂ ਦਿੰਦੇ? ਇਹ ਤੁਸੀਂ ਤਾਂ ਉਹਦਾ ਪੱਖ ਪੂਰਦੇ ਪਏ ਹੋ, ਤੁਸੀਂ ਪੂਰਦੇ ਪਏ ਹੋ, ਤੁਸੀਂ ਕਾਂਗਰਸੀ ਏਜੰਟ ਛੱਡ ਦੋ, ਤੁਸੀਂ ਗੁਰਸਿੱਖ ਬੰਦੇ ਹੋ, ਗੁਰਸਿੱਖੀ ਤੇ ਚੱਲੋ। ਹਾਂ ਸਾਨੂੰ ਪਤਾ ਖੰਨੇ ਹੋ ਤਿੱਕੀ ਵਾਲੋਂ ਨਿਕੇਤ ਮਾਰਗ ਚੱਲਣਾ। ਤੁਸੀਂ ਜਵਾਬ ਦਿਓ, ਤੁਸੀਂ ਜਵਾਬ ਦਿਓ ਕਿ ਸੈਕਟਰੀ ਸਰੂਪਾਂ ਦੀ ਕਿਸੇ ਨੂੰ ਟਾਈਮ ਲੈਣ ਦਿਓ, ਇਹ ਜਵਾਬ ਦੇਣ ਨਾਲ ਵੀ ਇਹਨਾਂ ਨੂੰ ਦੁੱਖ ਨਹੀਂ ਹੈਗਾ। ਜਵਾਬ ਸਾਰਿਆਂ ਤੋਂ ਲੈਣੇ ਆ, ਦਿਓ ਜਵਾਬ ਦਿਓ, ਚਲੋ ਦਿਓ, ਨਹੀਂ ਦਿਓ। ਹਾਂ ਸੁਣੋ ਮੈਂ ਦਊਂਗਾ ਜਵਾਬ ਤੁਹਾਡੇ ਗੱਲਾਂ ਦਾ। ਚੁੱਪ ਕਰਾ ਜੀ ਹੁਣ ਤੁਸੀਂ। ਪਹਿਲੀ ਗੱਲ ਤਾਂ ਭਰਾਵੋ ਸਪਸ਼ਟ ਕਰਾਂ ਕਿ ਇਹ ਆ ਕਿ ਮੈਂ ਤੁਹਾਡੇ ਕੋਲੋਂ ਇੱਕ ਦੂਜੇ ਤੋਂ ਜਵਾਬ ਲੈਣ ਨਹੀਂ ਆਏ, ਆਪਾਂ ਇੱਥੇ ਇਸ ਮੁੱਦੇ ਤੇ ਇੰਨਾ ਗੰਭੀਰ ਔਰ ਇੰਨਾ ਸੰਵੇਦਨਸ਼ੀਲ ਜਿਹੜਾ ਮੁੱਦਾ ਹੈਗਾ ਉਹਦੇ ਤੇ ਆਪਾਂ ਗੱਲਬਾਤ ਕਰਨ ਲਈ ਆਏ ਆ, ਤੇ ਤੁਸੀਂ ਉਹੀ ਦੂਸ਼ਣਬਾਜ਼ੀ ਕਾਂਗਰਸ ਨੇ ਆ ਕੀਤਾ, ਕਾਂਗਰਸ ਕਹਿੰਦਾ ਅਕਾਲੀਆਂ ਨੇ ਆ ਕੀਤਾ, ਇਹ ਤਾਂ ਕੋਈ ਜਵਾਬ ਨਹੀਂ ਹੈਗਾ ਨਾ। ਚਲੋ ਜੇ ਇੰਨੇ ਗੰਭੀਰ ਮੁੱਦੇ ਤੇ ਵੀ, ਇੰਨੇ ਸੰਵੇਦਨਸ਼ੀਲ ਮੁੱਦੇ ਤੇ ਵੀ ਆਪਣਾ ਸਾਰਿਆਂ ਦਾ ਇਹੀ ਹਾਲ ਹੈ ਕਿ ਉਹ ਫਲਾਣੇ ਵੇਲੇ ਤੁਸੀਂ ਆਹ ਕੀਤਾ ਸੀ, ਹੁਣ ਕਿਉਂ ਨਹੀਂ ਕੀਤਾ, ਧਮਕੇ ਵੇਲੇ ਤੁਸੀਂ ਆ ਇਹ ਤਾਂ ਫਿਰ ਸ਼ੀਲਾ ਜੀ ਕਹਿ ਰਹੇ ਨਾ, ਉਹਨਾਂ ਨੇ ਆਪਣੀ ਗੱਲ ਦੀ ਜ਼ਿੰਮੇਵਾਰੀ ਦੱਸੀ, ਆਪਣੀ 5 ਮਿੰਟ ਮੈਂ ਕਰਦੇ ਰਹੇ, ਉਹ ਚ ਜਵਾਬ ਦੇ ਨਹੀਂ ਪਏ। ਮੈਂ ਤਾਂ ਗੱਲ ਦਾ ਜਵਾਬ ਦਿੱਤਾ ਹਰ ਚੀਜ਼ ਦਾ, ਜੇ ਉਹ ਜਵਾਬ ਨਹੀਂ ਦੇ ਪਾ ਰਹੇ ਖਾਲਸਾ ਜੀ ਮੈਂ ਤਾਂ ਜਵਾਬ ਦਿੱਤਾ, ਉਹ ਜਵਾਬ ਕਾਂਗਰਸ ਦਾ ਕਿਉਂ ਨਹੀਂ ਦਿੰਦੇ ਪਏ ਵੀ ਕਾਂਗਰਸ ਦੀ ਜ਼ਿੰਮੇਵਾਰੀ ਕੀ ਹੈ? ਕਾਂਗਰਸ ਦੀ ਜ਼ਿੰਮੇਵਾਰੀ ਕੀ ਹੈ? ਉਹ ਤਾਂ ਅਕਾਲੀ ਦਲ ਦੇ ਉੱਤੇ ਆ ਰਿਹਾ, ਉਹ ਅਕਾਲੀ ਦਲ ਤੇ ਆ ਰਿਹਾ, ਮੈਂ ਤਾਂ ਆਪਣੀ ਗੱਲ ਦੱਸ ਰਿਹਾ ਤੁਹਾਨੂੰ, ਮੈਂ ਤਾਂ ਕੋਰਟ ਦੇ ਤੱਤ ਪੇਸ਼ ਕੀਤੇ, ਮੈਂ ਆਪਣੇ ਦੇ ਤੱਤ ਕਿਤੇ ਨਹੀਂ। ਹਾਂ ਦਿਓ ਜਵਾਬ ਦਿਓ, ਚਲੋ ਦਿਓ। ਚਲ ਮੈਂ ਦਿੱਤਾ ਜੀ ਟਾਈਮ ਉਹਨਾਂ ਨੂੰ, ਮੈਂ ਹੁਣ 2 ਮਿੰਟ ਚੁੱਪ ਕਰਦਾ, ਬੋਲੋ। ਚੁੱਪ ਕਰਕੇ ਸੁਣੋਗੇ ਤਾਂ ਹੀ ਗੱਲ ਹੋਊਗੀ। ਬੋਲੋ ਬੋਲਣਾ ਹੀ ਨਹੀਂ, ਤੁਹਾਡਾ ਟਾਈਮ ਖਤਮ ਹੋ ਚੁੱਕਾ। ਦੇਖੋ ਮੈਂ ਬੋਲਾਂ ਜੀ ਕਿ ਹਾਂਜੀ ਬਿਲਕੁਲ ਤੁਸੀਂ ਬੋਲੋ। ਦੇਖੋ ਤੁਹਾਨੂੰ ਸਵਾਲ ਹਾਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਮੈਂ ਇੱਕ ਗੱਲ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਜਦੋਂ ਸ਼ੁਰੂਆਤ ਤੋਂ ਇੱਕ ਗੱਲ ਪੁੱਛਦਾ ਆ ਰਿਹਾ ਸੀਗਾ, 2 ਗੱਲਾਂ ਦੇ ਵਿੱਚ ਮੈਂ ਇਹਨਾਂ ਨੂੰ ਕਿਹਾ ਸੀ ਜੀ, ਇਹ ਕਹਿ ਰਹੇ ਆ ਵੀ ਕਾਂਗਰਸ ਸਰਕਾਰ ਨੂੰ 4.25 ਸਾਲ ਦੇ ਦਿੱਤੇ, ਇਹਨਾਂ ਨੇ ਕੁਝ ਨਹੀਂ ਕੀਤਾ। ਇਹਦੇ ਵਿੱਚ ਪ੍ਰੋਪਰ ਲੀਗਲ ਟੀਮਾਂ ਲਾਈਆਂ ਗਈਆਂ, ਸਿੱਟ ਬੈਠੀਆਂ 2 ਵਾਰ। ਹੁਣ ਇਹ ਇੱਕ ਮੁੱਦਾ ਉਠਾ ਰਹੇ ਵੀ ਕੁਵਰ ਵਿਜੇ ਪ੍ਰਤਾਪ ਵਾਲੀ ਜਿਹੜੀ ਹਾਈ ਕੋਰਟ ਵੱਲੋਂ ਜਿਹੜੀ ਰਿਪੋਰਟ ਆ, ਉਹਦਾ ਤੱਥ ਦੱਸਦੇ ਪਏ ਆ ਇੱਕ ਗੱਲ ਤੇ। ਪਹਿਲਾਂ ਆਪਾਂ ਗੱਲ ਕਰਕੇ ਹਟੇ ਆ ਵੀ ਸਰਕਾਰਾਂ ਦੇ ਵਿੱਚ ਜਦੋਂ ਡੀਜੀਪੀ ਸੈਣੀ ਸਾਹਿਬ ਸੀਗੇ, ਉਮਰਾ ਨੰਗਲ ਸਾਹਿਬ ਸੀਗੇ, ਕੀ ਇੱਕ ਵੀ ਬਿਆਨ ਬਾਦਲ ਸਾਹਿਬ ਨੇ ਫਿਰ ਸਾਡੇ ਤੇ ਆ ਗਏ। ਆਪਣਾ ਤਾਂ ਗੱਲ ਨਹੀਂ ਕਰ ਰਹੇ, ਆਪਣੀ ਤਾਂ ਗੱਲ ਕਰ ਰਹੀ ਨਹੀਂ ਸਾਡੇ, ਇਹ ਤਾਂ ਗੱਲ ਤੁਹਾਡੀ ਸੁਣ ਲਈ ਹੈ। ਆਪਣੀ ਗੱਲ ਕਰੋ, ਆਪਣੀ ਫਿਰ ਭਾਈ ਜੀ ਪਰਮੇਸ਼ਰ ਜੀ ਉਹ ਆਪਣੀ ਗੱਲ ਤਾਂ ਦੱਸਦੇ ਨਹੀਂ ਪਏ, ਆਪਣੀ ਗੱਲ ਤਾਂ ਦੱਸਦੇ ਨਹੀਂ। ਚੀਕ ਕੇ ਕਹਿ ਰਿਹਾ ਕੁਵਰ ਵਿਜੇ ਪ੍ਰਤਾਪ ਜਿਹੜਾ ਉਹ ਕਾਂਗਰਸ ਦਾ ਏਜੰਟ ਸੀ, ਕਾਂਗਰਸ ਦੇ ਅਕੋਰਡਿੰਗ ਉਹਨੇ ਸਾਰੀਆਂ ਜਿਹੜੀਆਂ ਰਿਪੋਰਟਾਂ ਸਿੱਟ ਵਗੈਰਾ ਜੋ ਵੀ, ਮੈਂ ਨਹੀਂ ਕਹਿ ਰਿਹਾ, ਰਿਪੋਰਟ ਕਹਿ ਰਹੀ ਹੈ, ਮੈਂ ਨਹੀਂ ਕਹਿ ਰਿਹਾ। ਹਾਂ ਉਦੋਂ ਗੋਲੀ ਦੇ ਆਰਡਰ ਦਿੱਤੇ ਗਏ ਡੀਜੀਪੀ ਸਾਹਿਬ ਵੱਲੋਂ ਦਿੱਤੇ ਗਏ, ਜੋ ਫੋਨਾਂ ਤੇ ਗੱਲਾਂ ਹੋਈਆਂ ਉਹ ਸਭ ਜਨਤਾ ਦੇ ਰੂਬਰੂ ਆ, ਸਾਰਾ ਕੁਝ ਔਨ ਰਿਕਾਰਡ ਆ। ਤੇ ਜਿਹੜੇ ਉਮਰਾ ਨੰਗਲ ਵਰਗੇ ਆਫੀਸਰਾਂ ਨੂੰ ਜਿਹੜੇ ਇਹਨਾਂ ਨੇ ਆਰਡਰ ਦਿੱਤੇ ਸੀਗੇ, ਇੱਕ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਦਾ ਇਸ ਦੇ ਵਿੱਚ ਕੋਈ ਆਇਆ ਵੀ ਇਹ ਕਸੂਰਵਾਰ ਆ? ਇੱਕ ਵਾਰ ਇਹ ਤਾਂ ਫਿਰ ਆਪਣੀ ਗੱਲ ਤਾਂ ਕਰਨੀ ਨਹੀਂ। ਸਵਾਲ ਕੋਈ ਹੋਰ ਆ, ਜਵਾਬ ਕੋਈ ਹੋਰ ਆ ਰਿਹਾ। ਸਵਾਲ ਤੁਸੀਂ ਸੁਣਿਆ ਨਹੀਂ ਉਹਨਾਂ ਦਾ। ਇਹ ਆ ਕਿ ਕਾਂਗਰਸ ਸਰਕਾਰ, ਪਹਿਲਾਂ ਸਵਾਲ ਚੰਗੀ ਤਰ੍ਹਾਂ ਸੁਣ ਲਓ। ਕਾਂਗਰਸ ਸਰਕਾਰ ਨੇ ਪਿਛਲੇ 4 ਸਾਲ ਦੇ ਵਿੱਚ ਤੁਸੀਂ ਕਿਹਾ ਕਿ ਐਸਆਈਟੀ ਮੈਂ ਦੱਸਿਆ ਜੀ, ਹਾਂ ਤੁਹਾਨੂੰ ਲੀਗਲ ਟੀਮਾਂ ਹੋਰ ਸੀ ਸਾਰਾ ਕੁਝ, ਜਿਹਦੇ ਲੇਕਿਨ ਉਹ ਤਾਂ ਫੇਲ ਹੋ ਗਿਆ ਨਾ ਉੱਥੇ ਹਾਈ ਕੋਰਟ ਦੇ। ਇਹ ਹਾਈ ਕੋਰਟ ਵੱਲੋਂ ਜਿਹੜਾ ਦੁਬਾਰਾ ਸਿੱਟ ਦੇ ਆਰਡਰ ਦਿੱਤੇ ਗਏ, ਉਹਦੇ ਵਿੱਚ ਆਈਪੀਐਸ ਆਫੀਸਰ ਚੁਣ ਕੇ ਉਹ ਪ੍ਰੋਪਰ ਜਿਹੜਾ ਆਪਣਾ ਕੰਮ ਸ਼ੁਰੂ ਹੋ ਗਿਆ, ਪਰ ਉਹਦੀ 6 ਮਹੀਨੇ ਦੇ ਵਿੱਚ ਜਿਹੜੀ ਰਿਪੋਰਟ ਆ, ਕੋਈ ਪੋਲੀਟੀਕਲ ਬੰਦਾ ਉਹਦੇ ਵਿੱਚ ਇੰਟਰਫੇਰੈਂਸ ਨਹੀਂ ਹੋਊਗਾ। ਨਹੀਂ ਪੱਖ ਜਾ, ਉਹ ਤੁਹਾਡੇ ਵੱਲੋਂ ਨਹੀਂ, ਉਹ ਹਾਈ ਕੋਰਟ ਵੱਲੋਂ ਹੋਈ। ਤੁਸੀਂ ਕੀ ਕੀਤਾ? ਇਹ ਹਾਈ ਕੋਰਟ ਨੇ ਕੀਤਾ ਨਵਾਂ ਕੰਮ, ਤੁਹਾਡਾ ਨਹੀਂ ਕੀਤਾ। ਤੁਹਾਡਾ ਹਾਂ ਤੁਹਾਡੀ ਗੱਲ ਆਪਣਾ ਨਹੀਂ ਦੱਸ ਰਹੇ। ਖਾਲਸਾ ਪੰਚਾਇਤ ਦੇ ਚਰਨਜੀਤ ਸਿੰਘ ਚੰਨੀ ਤੋਂ ਇਹ ਪੁੱਛਦੇ ਆ ਕਿ ਦੋਨਾਂ ਸਰਕਾਰਾਂ ਦੀ ਕਾਰਗੁਜ਼ਾਰੀ ਵਿੱਚ ਤੁਸੀਂ ਕਿੰਨਾ ਫਰਕ ਸਮਝਦੇ ਹੋ, ਔਰ ਇਸ ਮਾਮਲੇ ਦੇ ਵਿੱਚ ਹੋਣਾ ਕੀ ਚਾਹੀਦਾ?
ਦੇਖੋ ਵਾਰ-ਵਾਰ ਜਿਹੜੀ ਗੱਲ ਆ ਰਹੀ ਵੀ ਅਕਾਲੀ ਦਲ ਦਾ ਨਾਂ ਨਾ ਲਵੋ, ਇਹ ਗੱਲ ਗਲਤ ਹੈ ਕਿ ਕਾਂਗਰਸ ਦਾ ਨਾਂ ਨਾ ਲਵੋ ਤੇ ਅਕਾਲੀ ਦਲ, ਇਹ ਗੱਲ ਕਾਂਗਰਸ ਦਾ ਨਾਂ ਨਾ ਲਵੋ, ਉਹ ਗੱਲ ਅਕਾਲੀ ਦਲ ਦਾ ਨਾਂ ਨਾ ਲਵੋ। ਜਿਹੜੇ ਜਿਹੜੇ ਕਸੂਰਵਾਰ ਨੇ ਉਹਨਾਂ ਦਾ ਨਾਂ ਲੈਣਾ ਜ਼ਰੂਰੀ ਹੈ। ਅਸੀਂ ਕਿਸੇ ਦੀ ਜੱਜੀ ਨਹੀਂ ਕਰਦੇ, ਚਲੋ ਦੋਸਤ ਜਿਹੜੇ ਦਿੰਦੇ ਆ ਸਾਨੂੰ ਦੇਖਦੇ ਸਾਡੇ ਸਿਰ ਮੱਥੇ ਆ। ਅਸੀਂ ਇਹ ਚਾਹੁੰਦੇ ਹਾਂ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ 4 ਸਾਲ ਦੀ ਗੱਲ ਹੋ ਰਹੀ, 4 ਸਾਲ ਕਾਂਗਰਸ ਰਾਜ 'ਚ ਹੋ ਰਹੀ ਹੈ, ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਦੋਂ ਭੰਡਿਆਰੇ ਵਾਲੇ ਦੇ ਜੀਵਨ ਤੋਂ ਸ਼ੁਰੂ ਹੋਈ। ਸਭ ਤੋਂ ਪਹਿਲਾਂ ਜਦੋਂ 1997 ਦਾ ਰਾਜ ਸੀਗਾ, ਉਸ ਤੋਂ ਜੇ ਅਗਰ ਪਿੱਛੇ ਚਲੇ ਜਾਈਏ 1978 ਦੇ ਵਿੱਚ 77-78 ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਸੀ ਤੇ ਨਰਕਧਾਰੀਆਂ ਨੇ ਆ ਕੇ ਅੰਮ੍ਰਿਤਸਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕੀਤੀ ਤੇ ਸਿੱਖੀ ਸਿਧਾਂਤਾਂ ਦੀ ਨਿਰਾਦਰੀ ਕੀਤੀ। ਬਾਦਲ ਦੇ ਰਾਜ 'ਚ ਉਹ 13 ਬੰਦੇ ਮਾਰ ਕੇ ਦਿੱਲੀ ਚਲੇ ਗਏ ਵਾਪਸ। ਉਹਨਾਂ ਦਾ ਕੇਸ ਅੰਮ੍ਰਿਤਸਰ ਤੋਂ ਚੱਕ ਕੇ ਪਾਣੀਪਤ ਲੈ ਜਾਂਦਾ, ਉੱਥੋਂ ਉਹਨਾਂ ਨੂੰ ਬਰੀ ਕਰਾਇਆ ਗਿਆ। ਬਰੀ ਕਰਾਉਣ ਤੋਂ ਬਾਅਦ 60 ਦਿਨ ਜਿਹੜੀ ਪ੍ਰੋਸੀਜਰ ਹੁੰਦਾ ਹਾਈ ਕੋਰਟ 'ਚ ਰਿਟ ਪਾਉਣ ਦਾ, ਉਹ ਵੀ ਨਹੀਂ ਕੀਤਾ ਗਿਆ। ਉੱਥੋਂ ਸ਼ੁਰੂਆਤ ਹੋਈ। ਉਸ ਤੋਂ ਬਾਅਦ ਜਦੋਂ 1997 'ਚ 20 ਸਾਲ ਬਾਅਦ ਸਰਕਾਰ ਆਉਂਦੀ ਹੈ ਤੇ ਉਦੋਂ ਭੰਡਿਆਰੇ ਵਾਲੇ ਦੇ ਸਬੰਧ 'ਚ 13 ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਅੱਗਾਂ ਲਾਉਣ ਵਾਲੀ ਜਿਹੜੀ ਘਟਨਾਵਾਂ ਨੇ ਇਹ ਸ਼ੁਰੂ ਹੁੰਦੀਆਂ। ਮੈਂ ਤੁਹਾਨੂੰ ਵਿਚਾਲੇ ਟੋਕਦਾ ਇਹ ਜਿਹੜਾ ਪਿਛੋਕੜ ਆ ਇਹ ਦੇਖ ਲਓ ਇੱਕ ਮਿੰਟ ਇਹ ਬੜਾ ਦੱਸਣਾ ਜ਼ਰੂਰੀ ਹੈ। ਮੈਂ ਮਹੰਤ ਨਰੈਣੂ ਵੇਲੇ ਵੀ ਅਕਾਲੀ ਦਲ ਸਰਕਾਰ ਸੀ। ਜਦੋਂ ਮੈਂ ਮਹੰਤ ਨਰੈਣੂ ਵੇਲੇ ਵੀ ਉਦੋਂ ਵੀ ਅਕਾਲੀ ਸਰਕਾਰ ਸੀ। ਇੱਕ ਮਿੰਟ ਸੁਣੋ ਗੱਲ। ਫਿਰ ਗੱਲ ਦੱਸ ਰਿਹਾ ਨਾ ਬੋਲੋ ਨਾ, ਜਾਤ ਦੇਸ਼ ਨਹੀਂ। ਜੇ ਮੈਂ ਗੱਲ ਕਰਾਂ ਨਾ ਤੁਸੀਂ ਤਾਂ ਸਿਰਫ ਟਾਰਗੇਟ ਉਹੀ ਰੱਖਣਾ। ਤੁਸੀਂ ਆਪਣੇ ਮੁੱਦੇ ਤੋਂ ਪ੍ਰਗਟ ਦਿਓ। ਮੁੱਦੇ ਤੋਂ ਭਟਕਦਾ ਹੋਣਾ ਨਾ, ਮੁੱਦੇ ਤੋਂ ਨਾ ਭਟਕੋ, ਮੁੱਦੇ ਤੋਂ ਨਾ ਭਟਕੋ। ਤੁਹਾਨੂੰ ਦੁੱਖ ਥੋੜਾ ਹੈਗਾ, ਤੁਸੀਂ ਸਿਆਸਤ ਕਰ ਰਹੇ ਹੋ। ਤੁਹਾਨੂੰ ਦੁੱਖ, ਤੁਸੀਂ ਸਿਆਸਤ ਕਰ ਰਹੇ ਹੋ, ਸਿਰਫ ਸਿਆਸਤ ਕਰ ਰਹੇ ਹੋ। ਸਿਆਸਤ ਕਰ ਰਹੇ ਚਰਚਾ ਹੋ ਚੁੱਕਿਆ ਪਿਛੋਕੜ। ਹਾਂ, ਆਪਣੇ ਕੋਲ ਉਹੀ ਹੈ ਬਸ। ਮੌਜੂਦਾ ਮੇਰਾ ਬੇਨਤੀ ਜੀ, ਮੇਰੀ ਬੇਨਤੀ ਕਰਨ ਦਾ ਮੇਨ ਮੁੱਦਾ ਇੰਨਾ ਕੋਈ ਹੈ ਵੀ ਇਹ ਜਿਹੜੀਆਂ ਬੇਅਦਬੀਆਂ ਨੇ ਇਹ ਅੱਜ ਦੀਆਂ ਨਹੀਂ, ਇਹ 1977 ਤੋਂ ਲੈ ਕੇ ਸ਼ੁਰੂ ਹੋਈਆਂ ਨੇ। 1997 ਦੇ ਵਿੱਚ ਸਰਕਾਰ ਆਉਂਦੀ ਹੈ, ਉਦੋਂ ਵੀ ਹੋਈਆਂ ਨੇ। 2007 ਦੇ ਵਿੱਚ ਸਰਕਾਰ ਆਉਂਦੀ ਹੈ, ਉਦੋਂ ਵੀ ਹੋਈਆਂ ਨੇ। 2012 ਦੀ ਸਰਕਾਰ ਆਉਂਦੀ, ਉਦੋਂ ਵੀ ਹੋਈਆਂ ਨੇ। ਕਹਿਣ ਦਾ ਭਾਵ ਇਹ ਹੈ ਕਿ ਆਪਾਂ ਅਕਾਲੀ ਕਾਂਗਰਸੀਆਂ ਦੇ ਚੱਕਰ ਦੇ ਵਿੱਚੋਂ ਬਾਹਰ ਨਿਕਲੀਏ, ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ। ਇੱਕ ਛੋਟਾ ਜਿਹਾ ਐਕਸੀਡੈਂਟ ਹੁੰਦਾ ਬੇਰਕਲਾਂ ਜੀ, ਉਸ 2% ਦੇ ਬੰਦੇ ਦਾ ਐਕਸੀਡੈਂਟ ਹੁੰਦਾ ਤਾਂ ਉਹਦੀ ਪੋਸਟਮਾਰਟਮ ਰਿਪੋਰਟ ਦਿੱਤੀ ਜਾਂਦੀ ਹੈ। ਇੱਕ ਦੋ ਜਹਾਨ ਦਾ ਵਾਲੀ ਗੁਰੂ ਗ੍ਰੰਥ ਸਾਹਿਬ ਅੱਗ ਨਾਲ ਸੜ ਜਾਂਦਾ, ਉਹਦਾ ਇੱਕੋ ਇੱਕ ਕਾਰਨ ਦੱਸਦੇ ਜੀ, ਇੱਥੇ ਸ਼ੋਰਟ ਸਰਕਟ ਹੋ ਗਿਆ ਜੀ। ਮੈਂ ਕਹਿੰਦਾ ਕਿ ਸ਼ੋਰਟ ਸਰਕਟ ਦਾ ਵੀ ਟੈਸਟ ਨਹੀਂ ਹੋਣਾ ਚਾਹੀਦਾ ਵੀ ਇਹ ਪਦਾਰਥ ਦੇ ਨਾਲ ਸੜਿਆ ਗੁਰੂ ਗ੍ਰੰਥ ਸਾਹਿਬ ਕਿ ਸ਼ੋਰਟ ਸਰਕਟ ਨਾਲ ਸੜਿਆ। ਆਹ 4 ਸਾਲ ਗੁਰਦੁਆਰਾ ਸਾਡੇ ਕੋਲ ਰਿਹਾ, ਨਹਿਰ ਉੱਤੇ ਗੁਰਦੁਆਰਾ ਮਸਵਾਣਾ ਸਾਹਿਬ 5 ਸਾਲ ਰਿਹਾ। ਮੈਂ ਕਹਿੰਦਾ ਜਿੰਨੇ ਤਾਰਾਂ ਦੇ ਉੱਤੇ ਕੱਟ ਤੇ ਜਿੰਨੇ ਤਾਰਾਂ ਦੇ ਉੱਤੇ ਜੋੜ ਇਸ ਗੁਰਦੁਆਰੇ ਦੇ ਵਿੱਚ ਹੈ, ਕਿਤੇ ਨਹੀਂ। ਤੇ ਲੇਕਿਨ 5 ਸਾਲ ਕੋਈ ਸ਼ੋਰਟ ਸਰਕਟ ਨਹੀਂ ਹੋਇਆ। ਕਹਿਣ ਦਾ ਭਾਵ ਇਹ ਹੈ ਕਿ ਕਾਂਗਰਸ ਸਰਕਾਰ ਹੋਵੇ, ਅਕਾਲੀ ਸਰਕਾਰ ਹੋਵੇ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ, ਅਗਰ ਜੇ ਉਹ ਸਰਕਾਰਾਂ ਦੋਸ਼ੀਆਂ ਦੇ ਤੱਕ ਨਹੀਂ ਪਹੁੰਚਦੀਆਂ ਜਾਣ ਬੁੱਝ ਕੇ, ਤੇ ਉਹ ਸਰਕਾਰਾਂ ਦੋਸ਼ੀ ਨੇ। ਬੰਦਾ ਦੋਸ਼ੀ ਫੜਨਾ ਜ਼ਰੂਰੀ ਹੈ, ਦੋਨਾਂ ਸਰਕਾਰਾਂ ਲਈ ਜ਼ਰੂਰੀ ਹੈ, ਨਾ ਕਿ ਕਾਂਗਰਸ ਲਈ ਤੇ ਨਾ ਅਕਾਲੀਆਂ ਲਈ। ਕਹਿਣ ਦਾ ਭਾਵ ਹੈ ਕਿ ਦੋਸ਼ੀਆਂ ਨੂੰ ਬਚਾਉਣ ਲਈ ਸਰਕਾਰਾਂ ਕਿਉਂ ਅੱਗੇ ਆਉਂਦੀਆਂ ਨੇ? ਦੋਸ਼ੀਆਂ ਨੂੰ ਬਚਾਇਆ ਗਿਆ, ਫਿੰਗਰਪ੍ਰਿੰਟ ਲੈ ਕੇ ਛੱਡਿਆ ਗਿਆ। ਜਿਨ੍ਹਾਂ ਲੋਕਾਂ ਨੇ ਪਟੀਸ਼ਨਾਂ ਪਾਈਆਂ ਉਹਨਾਂ ਦੇ ਖਿਲਾਫ ਕਾਰਵਾਈਆਂ ਹੋਈਆਂ। ਔਰ ਜਥੇਦਾਰ ਅਕਾਲ ਤਖਤ ਵੱਲੋਂ ਇੱਥੇ ਤੱਕ ਕਿਹਾ ਗਿਆ ਵੀ ਸੋਦਾ ਸਾਹਿਬ ਦੋਸ਼ੀ ਇਹਦੀ ਕੋਈ ਮਹਿਤ ਨਹੀਂ ਲਊਗਾ। ਤੇ ਸ਼ਰੇਆਮ 2012 ਦੀ ਸਰਕਾਰ ਵੇਲੇ ਸਟੇਜ ਦੇ ਉੱਤੇ ਖੜ ਕੇ ਉਹਨੇ ਮਹਿਤ ਕੀਤੀ ਤੇ ਇਹਨਾਂ ਨੇ ਲਈ ਹੈ। ਦੋਸ਼ੀ ਕਿਉਂ ਨਹੀਂ ਹੈ? ਚਲੋ ਜੀ ਆਪਾਂ ਹੁਣ ਸਟੇਟ ਕਰੋ ਗੁਰੂ ਸਾਹਿਬ ਦੀ ਬੇਅਦਬੀ ਤੇ, ਠੀਕ ਹੈ ਨਾ। ਵੋਟਾਂ ਰਾਜਨੀਤੀ ਵਾਲੀ ਗੱਲ ਇਹਨਾਂ ਕੋਲ ਮੌਜੂਦਾ ਕੁਝ ਨਹੀਂ ਹੈਗਾ, ਇਹਨਾਂ ਕੋਲ ਮੌਜੂਦਾ ਕੁਝ ਨਹੀਂ ਹੈਗਾ। ਇਹ 14 ਸਾਲ ਬਾਅਦ ਆਇਆ, ਇਹਨਾਂ ਨੂੰ ਮੌਜੂਦਾ ਨਹੀਂ ਪਤਾ, ਪਹਿਲਾਂ ਦੀ ਗੱਲਾਂ ਪਤਾ। ਇਹ 14 ਸਾਲ ਪਹਿਲਾਂ ਦੀ ਗੱਲਾਂ ਕਰਾਂਗੇ ਸਰ। ਬੇਅਦਬੀਆਂ ਹੋਈਆਂ ਨੇ ਜਿਹੜੀਆਂ ਹੁਣ ਜਿਹੜੀ ਤਾਂ ਤੁਸੀਂ 4 ਸਾਲ ਦੇ ਵਿੱਚ ਜਿਹੜੀ ਸਿੱਟ ਬਿਠਾਈ, ਉਹ ਹੁਣ ਚਲੋ ਹਾਈ ਕੋਰਟ ਨੇ ਜਦੋਂ ਰਾਤੀ ਕੀਤੀ ਕੀ ਕੀਤਾ, ਉਹ ਮੁੱਦਾ ਦੱਸਤਾ ਬੇਰਕਲਾਂ ਨੇ ਵੀ ਉਹਦੇ ਕਰਕੇ ਨਹੀਂ ਰੱਦ ਹੋਈ, ਕੋਈ ਉਹਦੀ ਵਜ੍ਹਾ ਹੋਰ ਸੀ। ਲੇਕਿਨ ਜੋ ਦੋਸ਼ੀ ਸਾਹਮਣੇ ਆ ਰਹੇ ਨੇ ਉਹਨਾਂ ਨੂੰ ਸਜ਼ਾ ਜਿਹੜੀ ਹੈ ਹਰ ਕੀਮਤ ਮਿਲਣੀ ਚਾਹੀਦੀ ਹੈ। ਔਰ ਮੈਂ ਤੁਹਾਡੇ ਚੈਨਲ ਨਾਲ ਇਹ ਵੀ ਕਹਿ ਦਵਾਂ ਕਿ ਜੇ ਸਰਕਾਰਾਂ ਨੇ, ਜੇ ਅਕਾਲੀ ਦਲ ਦੀ ਸਰਕਾਰ ਨੇ ਅਗਰ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਤੇ ਉਹਨਾਂ ਨੂੰ ਲੋਕਾਂ ਨੇ ਸਜ਼ਾ ਦਿੱਤੀ ਹੈ, ਕਿਉਂਕਿ 2 ਜਹਾਨ ਦੇ ਵਾਲੀ ਦੀ ਗੱਲ ਹੈ ਇਹ, 2% ਦੇ ਬੰਦੇ ਦੀ ਗੱਲ ਨਹੀਂ। ਤੇ ਜੇ ਕਾਂਗਰਸ ਸਰਕਾਰ ਵੀ ਅਗਰ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੰਦੀ ਤੇ ਲੋਕਾਂ ਨੇ ਸਜ਼ਾ ਇਸ ਸਰਕਾਰ ਨੂੰ ਹੀ ਦੇਣੀ ਹੈ।
ਆਉਣ ਵਾਲੇ ਸਮੇਂ ਦੇ ਵਿੱਚ। ਮੈਂ ਜੀ ਇੱਕ ਫਿਰ ਤਾਂ ਬਹੁਤ ਸੌਖਾ ਕੰਮ ਹੈ ਜੀ। ਤੁਸੀਂ ਕੈਪਟਨ ਸਾਹਿਬ ਰੋਜ਼ ਜਾਂਦੇ ਹੋ, ਫਿਰ ਜਾ ਕੇ ਕਹੋ ਵੀ ਇਹ ਗੱਲ ਵੀ ਲੋਕ ਕਹਿੰਦੇ ਆ, ਇਹ ਕਹਿੰਦੇ ਆ। ਹਾਂ, ਇਹ ਕਹਿਣਾ ਚਾਹੀਦਾ ਹੈ। ਗੋਸ਼ਾ ਜੀ, ਇਹ ਕਹਿਣਾ ਚਾਹੀਦਾ। ਮੈਂ ਤਾਂ ਆਪ ਕਹਿੰਦਾ ਅਸਤਾਬ ਚਾਹੁੰਦੇ ਸੱਚ ਬਾਹਰ ਆਵੇ। ਅਸੀਂ ਖਾਲਸਾ ਜੀ, ਮੇਰੇ ਚੰਨੀ ਭਾਜੀ ਗੱਲ ਸੁਣੋ। ਮੈਂ ਆਪ ਚਾਹੁੰਦਾ ਕਿ ਸੱਚ ਬਾਹਰ ਆਉਣਾ ਚਾਹੀਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਸੀਂ ਮੰਨਦੇ ਆ, ਅਸੀਂ ਉਹਨਾਂ ਦੀ ਵੀ ਮੰਨਦੇ ਆ, ਅਸੀਂ ਵੀ ਮੰਨਦੇ ਆ। ਅਸੀਂ ਤੁਸੀਂ ਕਹੋ ਉਹਨਾਂ ਤੇ ਪ੍ਰੈਸ਼ਰ ਪਾਵੋ, ਉਹਨਾਂ ਤੇ ਪ੍ਰੈਸ਼ਰ ਪਾਵੋ, ਉਹਨਾਂ ਤੇ ਪ੍ਰੈਸ਼ਰ ਪਾਵੋ, ਪ੍ਰੈਸ਼ਰ ਪਾਵੋ। ਗੋਸ਼ਾ ਨੇ ਤੁਹਾਡੇ ਚੈਨਲ ਰਾਹੀਂ ਕਿਹਾ ਕਿ ਤੁਸੀਂ ਰੋਜ਼ ਕੈਪਟਨ ਅਮਰਿੰਦਰ ਸਿੰਘ ਦੇ ਜਾਂਦੇ, ਤੁਸੀਂ ਜਾ ਕੇ ਕਹੋ। ਮੈਂ ਕਹਿੰਦਾ ਕਿ 5 ਸਾਲ ਹੋ ਗਏ ਰਾਜ ਆਏ ਨੂੰ, ਜਦ ਮੇਰੇ ਕੋਲ 6-7 ਮਹੀਨੇ ਰਹਿੰਦੇ ਨੇ, ਮੇਰਾ ਇੱਕ ਵੀ ਦਿਨ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕੋਈ ਬੰਦਾ ਮੁਲਾਕਾਤ ਦਿਖਾ ਦੇਵੇ ਟੈਲੀਫੋਨ ਤੇ ਬਾਈ ਫੇਸ, ਤੇ ਮੈਂ ਸਾਰੀ ਜ਼ਿੰਦਗੀ ਉਸ ਬੰਦੇ ਦੇ ਘਰ 'ਚ ਘਾਹ ਖੋਦਣ ਦਾ ਉਹ ਕੋਈ ਲੋੜ ਨਹੀਂ। ਤੁਸੀਂ ਮਹਾਰਾਜ ਤੁਸੀਂ ਸੱਚ ਲੈ ਆਓ, ਸੱਚ ਲੈ ਆਓ। ਇਹ ਗੱਲਾਂ ਨਾਲ ਕੀ ਬਣ ਜਾਊਗਾ? ਘਾਹ ਖੋਦ ਲਾਂਗੇ ਆਪਾਂ, ਘਾਹ ਖੋਦਣ ਲੋੜ ਸਭ ਨੂੰ ਪਤਾ, ਸਭ ਸੱਚ ਬਣਦੇ, ਸਭ ਸੱਚ ਜਾਣਦੇ। ਅਸੀਂ ਚਾਹੁੰਦੇ ਆ ਵੀ ਇਹ ਜਿਹੜੇ ਸੱਚਾਈਆਂ ਬਾਹਰ ਆਣ, ਇਹਨੂੰ ਪੋਲੀਟੀਕਲ ਮੁੱਦਾ ਨਾ ਰੋਲਿਆ ਜਾਵੇ। ਮੈਂ ਬਾਰ-ਬਾਰ ਕਹਿੰਦਾ ਇਹ ਪੋਲੀਟੀਕਲ ਮੁੱਦੇ ਨੂੰ ਨਾ ਰੋਲਿਆ ਜਾਵੇ, ਇਹਦੀ ਸੱਚਾਈ ਬਾਹਰ ਆਣੀ ਚਾਹੀਦੀ ਹੈ। ਜਿਹੜੇ ਗੁਰੂ ਮਹਾਰਾਜ ਦੇ ਦੋਸ਼ੀ ਪਹਿਲਾਂ ਸੀ, ਚਾਹੇ ਅੱਜ ਹੈ ਚਾਹੇ ਕੱਲ ਹੈ, ਉਹਨਾਂ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ। ਮੈਂ ਤਾਂ ਆਪ ਕਹਿੰਦਾ ਅਸੀਂ ਤਾਂ ਅਰਦਾਸ ਕਰਦੇ, ਪਰ ਸਾਡਾ ਗੁਰੂ ਬੜਾ ਸਮਰੱਥ ਜੇ। ਸਾਡਾ ਗੁਰੂ ਸਮਰੱਥ ਹੈ, ਸਾਰਿਆਂ ਦਾ ਗੁਰੂ ਹੈ, ਸਮੁੱਚੀ ਦੁਨੀਆ। ਮੈਂ ਤਾਂ ਸ਼ੁਰੂਆਤ 'ਚ ਕਿਹਾ ਸਮੁੱਚੀ ਦੁਨੀਆ ਦਾ, ਸਾਡਾ ਤਾਂ ਆਪਾਂ ਤਾਂ ਕਹਿਣਾ ਹੀ ਪਊਗਾ ਨਾ, ਸਮੁੱਚੀ ਦੁਨੀਆ ਦਾ ਜਿਹੜਾ ਗੁਰੂ ਹੈ ਨਾ, ਸਾਡਾ ਗੁਰੂ, ਉਹ ਸਮਰੱਥ ਹੈ, ਉਹਨੇ ਸਜ਼ਾ ਦੇਣੀ ਹੈ। ਉਹਦਾ ਅੱਜ ਦਾ ਨਵਾਂ ਕੰਮ ਨਹੀਂ, ਤੁਹਾਨੂੰ ਵੀ ਪਤਾ, ਚਾਹੇ 84 ਦੇ ਚਾਹੇ ਸੁਣੋ 84 ਦੇ ਦੋਸ਼ੀ ਸੀ, ਚਾਹੇ ਉਸ ਤੋਂ ਪਹਿਲਾਂ ਦੇ ਦੋਸ਼ੀ ਸੀ, ਚਾਹੇ ਹੁਣ ਦੇ ਦੋਸ਼ੀ ਹੈ, ਮਹਾਰਾਜ ਨੇ ਉਹ ਕਟਗਰਿਆਂ 'ਚ ਲਿਆ ਕੇ ਦਿੱਤੇ ਆ। ਸਜ਼ਾਵਾਂ ਵੀ ਕਈਆਂ ਨੂੰ ਹੋਈਆਂ, ਤੇ ਇਹ ਵੀ ਆਣਗੇ। ਮੈਂ ਤਾਂ ਆਪ ਕਹਿੰਦਾ ਆਣਗੇ। ਅਸੀਂ ਅਰਦਾਸ ਕਰਦੇ ਰੋਜ਼, ਕੋਈ ਵੀ ਹੋਵੇ ਉਹ ਆਵੇ। ਮੁੱਦਾ ਬਖਸ਼ਣ ਦਾ। ਹਾਂ, ਬਖਸ਼ੇ ਜਾਣੇ ਨਹੀਂ ਚਾਹੀਦੇ, ਕੋਈ ਵੀ ਹੁਣ ਬਖਸ਼ੇ ਨਹੀਂ ਜਾਣੇ ਚਾਹੀਦੇ। ਪਰ ਗੁਰੂ ਮਹਾਰਾਜ ਸਮਰੱਥ ਹੈ, ਪਤਾ ਲੱਗ ਜਾਏਗਾ। ਉਹ ਕੀੜੇ ਪੈ ਜਾਣਗੇ ਉਹ ਬੰਦਿਆਂ ਨੂੰ, ਕੋਈ ਵੀ ਪਾਰਟੀ ਦਾ ਬੰਦਾ ਹੋਵੇ ਉਹਨੂੰ ਕੀੜੇ ਪੈਣਗੇ ਇਸ ਗੱਲ ਦੇ ਉੱਤੇ। ਮੈਂ ਕਹਿ ਰਿਹਾ ਕੀੜੇ ਪੈਣਗੇ, ਜਿਹੜੀ ਮਰਜ਼ੀ ਪਾਰਟੀ ਦਾ ਬੰਦਾ ਹੋਵੇ ਉਹਨੂੰ ਕੀੜੇ ਪੈਣਗੇ, ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਉਹਨੂੰ ਕੀੜੇ ਪੈਣਗੇ। ਹਾਂ, ਪੈਣਗੇ। ਮੈਂ ਇੱਕ ਮਿੰਟ ਰਹਿਣਾ ਪਲੀਜ਼। ਹਾਂ, ਮੈਂ ਤਾਂ ਆਪ ਕਹਿੰਦਾ ਪੈਣਗੇ। ਤੁਹਾਡੀ ਸਰਕਾਰ, ਫਿਰ ਤੁਹਾਡੀ ਸਰਕਾਰ। ਹੁਣ ਮੈਂ ਤਾਂ ਕਹਿ, ਮੈਂ ਇੱਕ ਨਿਊਟਰਲ ਗੱਲ ਕੀਤੀ ਹੈ, ਜਿਹੜਾ ਵੀ ਬੰਦਾ ਹੋਵੇ ਉਹ ਤੁਸੀਂ ਇਸ ਗੱਲ ਦੀ ਹਮਾਇਤ ਕਰੋ ਵੀ ਮੈਂ ਕਹਿ ਰਿਹਾ ਜਿਹੜੇ ਮਰਜ਼ੀ ਹੋਵੇ। ਅਕਾਲੀ ਦਲ ਦੀ 28 ਸੀਟ, ਉਹਦਾ ਬੰਦਾ ਕਮਿਸ਼ਨਰ ਹੋਵੇ। ਇਹਨਾਂ ਨੇ ਤਾਂ ਫਿਰ ਤੁਸੀਂ ਕਹਿੰਦੇ ਨਾ ਕਾਂਗਰਸੀ ਜੱਟ ਕਿਉਂ ਕਹਿੰਦੇ? ਤੁਸੀਂ ਆਗਰਾ ਕੇ ਅਕਾਲੀ ਦਲ ਤੇ ਪੁਆਇੰਟ ਕਰਦੇ ਹੋ। ਹਾਂ, ਕਾਂਗਰਸ ਤੇ ਗੱਲ। ਹੁਣ ਜ਼ਿੰਮੇਵਾਰੀ ਵੱਡੀ ਕਿਹਦੀ ਹੈ? ਕਿਹਦੀ ਵੱਡੀ ਜ਼ਿੰਮੇਵਾਰੀ ਹੈ? ਫਿਰ ਮੌਜੂਦਾ ਸਰਕਾਰ ਤੋਂ ਕਿਉਂ ਨਹੀਂ ਸਵਾਲ ਕਰਦੇ? ਕਰੋ ਸਵਾਲ। ਤੁਸੀਂ ਕਿਉਂ ਨਹੀਂ ਕਰਦੇ? ਤੁਸੀਂ ਮੇਰੇ ਤੇ ਪੁਆਇੰਟ ਆਊਟ ਕਿਉਂ ਕਰਦੇ ਹੋ? ਤੁਸੀਂ ਕਰੋ। ਨਵਦੀਪ ਜੀ ਦੀ ਮੈਂ ਇਸ ਗੱਲ ਦੀ ਸਰਾਹਨਾ ਕਰਦਾ, ਉਹਨਾਂ ਨੇ ਕਿਹਾ ਜ਼ਿੰਮੇਵਾਰੀ ਹੁਣ ਇਹਨਾਂ ਦੀ ਬਣਦੀ, ਕਿਉਂ ਨਹੀਂ ਕਰਦੇ? ਇਹ ਕਰਨ, ਇਹ ਸਾਹਮਣੇ ਲਿਆਣ। ਜਦੋਂ ਅੰਦਰ ਜਾਣਾ ਫਿਰ ਉਹੀ ਇਹ ਪੁਰਾਣੀ ਗੱਲ ਹੋ ਗਈ ਤੁਹਾਡੀ, ਤੁਹਾਡੀ। ਤੁਸੀਂ ਇਲੈਕਸ਼ਨ ਸਟੰਟ ਹੀ ਕਰਨੇ ਆ। ਜਵਾਬ ਦੇਣਾ ਪਲੀਜ਼। ਇੱਕ ਮਿੰਟ ਹੁਣ ਯਾਰ ਪਲੀਜ਼ ਨਾ ਬੋਲੋ, ਆਪਾਂ ਸਹਿਮਤ ਕਰਨਾ। ਪਲੀਜ਼ ਹੋ ਕਿਸੇ ਨੇ ਇੰਟਰਫੇਰੈਂਸ ਨਹੀਂ ਕਰਨਾ। ਸੁਣੋ ਮੇਰੀ ਗੱਲ ਜੀ ਧਿਆਨ ਦੇ ਨਾਲ। ਗੁਰੂ ਗ੍ਰੰਥ ਸਾਹਿਬ ਦਾ ਬੇਅਦਬੀ ਦਾ ਸਿਸਟਮ ਮੁੱਦਾ ਅਕਾਲੀ ਸਰਕਾਰ ਦੇ ਵਿੱਚ ਹੋਇਆ। ਉਹਨਾਂ ਦਾ 1.5 ਸਾਲ ਰਹਿੰਦਾ ਸੀ, ਉਹਨਾਂ ਨੇ ਸੈੱਟ ਬਾਈ, ਉਹਨਾਂ ਜਸਟਿਸ ਜੋ ਵੀ ਕਮਿਸ਼ਨ ਉਹਨਾਂ ਨੇ ਨਿਭਾਇਆ, ਉਹ ਫਾਰਵਰਡ ਕਿੱਥੇ ਹੋਇਆ? ਟੇਬਲ ਦੇ ਉੱਤੇ, ਸਾਡੇ ਪੰਜਾਬ ਗਵਰਨਮੈਂਟ ਦੇ ਟੇਬਲ ਤੇ ਆਇਆ। ਫਿਰ ਜਸਟਿਸ ਰਣਜੀਤ ਸਿੰਘ ਵਾਲੀ ਉਹ ਉੱਥੇ ਆਇਆ। ਯਾਰ 4.5 ਸਾਲ ਲੰਘ ਗਏ, ਕੈਪਟਨ ਸਾਹਿਬ ਨੂੰ ਆਏ ਕੰਨਾਂ 'ਚ ਵੀ ਉਂਗਲ ਦਿੱਤੀ ਹੋਈ, ਤੇ ਅੱਖਾਂ ਵੀ ਢੱਕੀਆਂ ਹੋਈਆਂ, ਸਜ਼ਾ ਕਿਉਂ ਨਹੀਂ ਹੋਈ ਯਾਰ? ਸਾਡੀ ਬਾਈ ਜੀ ਇਹਦੇ ਵਿੱਚ ਇੰਨੀ ਅਣਗਹਿਲੀ ਆ ਨਾ, ਜਿਹੜੀ ਆ ਗੋਸਾ ਜੀ ਦਿਖਾ ਰਿਹਾ ਨਾ ਚੱਕ ਕੇ ਸਬੂਤ, ਇਹ ਪੰਜਾਬ ਗਵਰਨਮੈਂਟ ਦੀਆਂ ਅਣਗਹਿਲੀਆਂ, ਇਹ ਕਿਸੇ ਹੋਰ ਦੀਆਂ ਅਣਗਹਿਲੀਆਂ ਨਹੀਂ ਹੈ, ਪੰਜਾਬ ਗਵਰਨਮੈਂਟ ਦੀਆਂ ਅਣਗਹਿਲੀਆਂ ਬਾਈ ਜੀ। ਅਣਗਹਿਲੀਆਂ ਪੰਜਾਬ ਸਰਕਾਰ ਦੀਆਂ। ਇਹ ਪਹਿਲਾਂ ਵੀ ਅਸੀਂ ਕਹਿ ਚੁੱਕੇ ਹਾਂ ਕਿ ਮੈਂ ਇੱਕ ਲੋਕ ਨੁਮਾਇੰਦਾ ਹੋਣ ਵਜੋਂ ਬਤੌਰ ਪੱਤਰਕਾਰ ਇਹ ਮਹਿਸੂਸ ਕਰਦਾ ਕਿ ਇਹੋ ਜਿਹੇ ਜਿਹੜੇ ਸੰਵੇਦਨਸ਼ੀਲ ਮੁੱਦੇ ਨੇ, ਇਹ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਨਾਲ ਜੁੜੇ ਹੋਏ ਜਿਹੜੇ ਮੁੱਦੇ ਹੁੰਦੇ ਨੇ, ਉਹਨਾਂ ਤੇ ਕਾਂਗਰਸ ਦੀ ਸਰਕਾਰ ਹੋਵੇ, ਚਾਹੇ ਅਕਾਲੀ ਦਲ ਦੀ ਸਰਕਾਰ ਹੋਵੇ, ਚਾਹੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇ, ਉਹ ਹਮੇਸ਼ਾ ਜਿਹੜੇ ਸੱਤਾ ਤੇ ਬਿਰਾਜਮਾਨ ਆਗੂ ਹੁੰਦੇ ਨੇ, ਉਹ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਔਰ ਆਪਣੀ ਕੁਰਸੀ ਨੂੰ ਬਰਕਰਾਰ ਰੱਖਣ ਲਈ ਹਰ ਹਿਰਬਾ ਵਰਤਦੇ ਆ, ਔਰ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਇਹਦੇ ਵਿੱਚ ਜੇ ਅਸੀਂ ਕਿਸੇ ਅਕਾਲੀ ਦਲ ਨੂੰ ਜਾਂ ਬਾਦਲ ਪਰਿਵਾਰ ਨੂੰ ਇਕੱਲਿਆਂ ਨੂੰ ਦੋਸ਼ ਦੇ ਕੇ ਬਰੀ ਕਰ ਦਈਏ, ਜਾਂ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਇਕੱਲਿਆਂ ਨੂੰ ਦੋਸ਼ ਦੇ ਕੇ ਬਰੀ ਕਰ ਦਈਏ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਲੋਕਾਂ ਦੇ ਨਾਲ ਜੁੜੇ ਹੋਏ ਮੁੱਦਿਆਂ ਤੇ ਆਪਣੇ ਨਿੱਜੀ ਹਿੱਤਾਂ ਨੂੰ ਪਹਿਲ ਦਿੰਦੀਆਂ ਨੇ, ਔਰ ਬਾਕੀ ਜਿਹੜੇ ਲੋਕਾਂ ਦੇ ਮੁੱਦੇ ਹੁੰਦੇ ਆ ਉਹ ਪਿੱਛੇ ਰਹਿ ਜਾਂਦੇ ਆ। ਅੱਜ ਦੀ ਇਸ ਗੱਲਬਾਤ ਦੇ ਵਿੱਚ ਇੰਨਾ ਹੀ।
ਫੇਰ ਤੋਂ ਦੁਬਾਰਾ ਕਿਸੇ ਹੋਰ ਮੁੱਦੇ ਤੇ ਆਪਾਂ ਨਵੇਂ ਸਿਰੇ ਤੋਂ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਬ੍ਰੇਕਿੰਗ ਨਿਊਜ਼ ਪੰਜਾਬ ਵੇਖਦੇ ਰਹੋ। ਸਾਰੇ ਦਰਸ਼ਕਾਂ ਦਾ ਧੰਨਵਾਦ, ਸਾਰੇ ਨੁਮਾਇੰਦਿਆਂ ਦਾ ਵੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।